ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਜਿਨੇ ਪੁਰਖੇ ਸਤਿਗੁਰ ਨਾ ਸੇਵਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਤਿਗੁਰੂ ਕਿਰਪਾ ਕਰ ਰਹੇ ਹੈ, ਸ੍ਰੀ ਰਾਗ ਵਿੱਚ ਚੱਲ ਰਹੀ ਹੈ। ਜਿੱਥੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹ ਸਾਰਾ ਸ਼ਬਦ ਆਪ ਜੀ ਨੇ ਸਰਵਣ ਕਰ ਲਿਆ ਹੈ। ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਬਦ, ਜੋ ਗੋਇੰਦਵਾਲ ਸਾਹਿਬ ਦੀ ਇੱਕ ਘਟਨਾ ਹੈ। ਇਹ ਸਥਾਨ ਤੇ ਜਦੋਂ ਇਹ ਨਗਰ ਨਹੀਂ ਸੀ ਬਸਿਆ ਗੋਇੰਦਵਾਲ, ਉਸ ਵੇਲੇ ਦੀ ਘਟਨਾ ਹੈ। ਬੜੀ ਉਜਾੜ ਜਗ੍ਹਾ ਪਈ ਸੀ। ਗੋਂਦਾ ਨਾਮ ਦਾ ਇੱਕ ਬੜਾ ਅਮੀਰ ਖੱਤਰੀ ਸੀ। ਉਹ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਆਇਆ। ਉਹਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ਼, ਜ਼ਮੀਨ ਬਹੁਤ ਹੈ ਮੇਰੇ ਕੋਲ, ਮੈਂ ਉਹ ਜ਼ਮੀਨ ਦੇ ਵਿੱਚ ਇੱਕ ਨਗਰ ਵਸਾਉਣਾ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਫਿਰ ਦਿੱਕਤ ਕੀ ਹੈ? ਕਹਿੰਦੇ ਜੀ ਦਿਨੇ ਉਸਾਰੀ ਕਰਦੇ ਆ, ਰਾਤ ਨੂੰ ਭੂਤ ਪ੍ਰੇਤ ਨੂੰ ਢਾਹ ਦਿੰਦੇ ਆ, ਨਗਰ ਨਹੀਂ ਵਸਣ ਦਿੰਦੇ। ਤੇ ਲੋਕ ਹੁਣ ਇੰਨਾ ਡਰ ਗਏ, ਉੱਥੇ ਜਾਣ ਨੂੰ ਕੋਈ ਤਿਆਰ ਨਹੀਂ ਹੁੰਦਾ। ਇਹ ਗੁਰੂ ਨਾਨਕ ਦੀ ਗੱਦੀ ਹੈ, ਤੁਸੀਂ ਕਿਰਪਾ ਕਰਕੇ ਮਹਾਰਾਜ ਆਓ, ਚਰਨ ਪਾਓ ਤੇ ਚਰਨ ਪਾ ਕੇ ਜਗ੍ਹਾ ਨੂੰ ਪਵਿੱਤਰ ਕਰੋ। ਤੁਹਾਡੇ ਵੱਡਿਆਂ ਨੇ ਭੂਤਾਂ ਪ੍ਰੇਤਾਂ ਦਾ ਵੀ ਉਧਾਰ ਕੀਤਾ ਹੈ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਛੋਟੇ ਜਿਹੇ ਕੰਮ ਵਾਸਤੇ ਸਾਨੂੰ ਜਾਣ ਦੀ ਲੋੜ ਨਹੀਂ। ਫਿਰ ਪਰਖਣਾ ਵੀ ਕੀਤੀ ਆਪਣੇ ਪੁੱਤਰਾਂ ਦੀ। ਆਪਣੇ ਵੱਡੇ ਪੁੱਤਰ ਨੂੰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਬੇਟਾ ਇਸ ਤਰ੍ਹਾਂ ਕਰ ਵੀ ਤੂੰ ਇਹਨਾਂ ਦੇ ਨਾਲ ਜਾ। ਦਾਸੂ ਨੂੰ ਇਹ ਕਿਹਾ, ਕਹਿਣ ਲੱਗੇ ਤੂੰ ਜਾ ਕੇ ਉੱਥੇ ਗੁਰੂ ਕਿਰਪਾ ਕਰੇਗਾ, ਜਾ ਕੇ ਨਗਰ ਵਸਾਉਣਾ ਕਰ। ਉਹ ਸਾਹਿਬਜ਼ਾਦਾ ਦਾਸੂ ਕਹਿਣ ਲੱਗਾ, ਮਹਾਰਾਜ ਵੀ ਆਪਾਂ ਨੂੰ ਉੱਥੇ ਜਾਣ ਦੀ ਕੀ ਲੋੜ ਹੈ? ਭੂਤਾਂ ਪ੍ਰੇਤਾਂ ਦੇ ਡੇਰੇ 'ਚ ਆਪਾਂ ਖਾਮ-ਖਾ ਉੱਥੇ ਜਾਣੇ, ਬੜੀ ਬੜੀ ਸੋਹਣੀ ਰਹਿਸ਼ ਇੱਥੇ ਬਣੀਆਂ, ਸੰਗਤਾਂ ਆਉਂਦੀਆਂ ਹਨ। ਮਹਾਰਾਜ ਕਹਿੰਦੇ ਬੇਟਾ ਪਰਉਪਕਾਰ ਦਾ ਕੰਮ ਹੈ। ਜਵਾਬ ਦੇ ਦਿੱਤਾ, ਕਹਿੰਦਾ ਜੀ ਮੈਂ ਨਹੀਂ ਜਾਣਾ ਹੈ ਭੂਤਾਂ ਪ੍ਰੇਤਾਂ ਦੀ ਵਾਲੀ ਜਗ੍ਹਾ। ਫਿਰ ਛੋਟਾ ਪੁੱਤਰ ਸੀ ਦਾਤੂ, ਫਿਰ ਉਹਨੂੰ ਕਿਹਾ ਬੇਟਾ ਤੂੰ ਜਾ। ਉਹ ਕਹਿੰਦੇ ਜੀ ਉੱਥੇ ਉਜਾੜਾਂ 'ਚ ਜਾ ਕੇ ਫਿਰਨ ਦੀ ਕੀ ਲੋੜ ਹੈ? ਇਹ ਸੋਹਣੀ ਜਗ੍ਹਾ ਆਪਾਂ ਇੱਥੇ ਰਹਿ ਰਹੇ ਹਾਂ, ਉੱਥੇ ਲੋੜ ਹੀ ਕੀ ਆਪਾਂ ਨੂੰ? ਕਿਸੇ ਦਾ ਨਗਰ ਬਸੇ ਨਾ ਬਸੇ। ਮਹਾਰਾਜ ਕਹਿੰਦੇ ਨਹੀਂ ਭਾਈ, ਪਰਉਪਕਾਰ ਦਾ ਕੰਮ ਹੈ, ਗੁਰੂ ਸ਼ਰਨ ਆਇਆ। ਫਿਰ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ, ਉਸ ਵੇਲੇ ਬਾਬਾ ਅਮਰਦਾਸ ਕਹਿੰਦੇ ਸੀ ਉਹਨਾਂ ਨੂੰ, ਜਿਨ੍ਹਾਂ ਦਾ ਇਹ ਸ਼ਬਦ ਹੈ, ਉਹਦੇ ਵੱਲ ਐ ਮੜ ਜਾ ਦੇਖੀ ਆਇਆ ਜੇ ਮਹਾਰਾਜ ਕਿਹਾ ਨਹੀਂ ਬਚਨ। ਬਿਰਧ ਅਵਸਥਾ ਕਿ 71ਵਾਂ ਸਾਲ ਲੱਗਿਆ ਸੀ ਜੋ ਗੁਰੂ ਸ਼ਰਨ, ਜੇ 12 ਸਾਲ ਗਾਗਰਾਂ ਢੋਈਆਂ। ਹਿਸਾਬ ਲਾ ਲਓ ਕਿੱਥੇ ਪਹੁੰਚਦੀ ਆ ਉਮਰ। 84 ਵਰ੍ਹਿਆਂ ਦੇ ਨੇੜੇ ਉਮਰ ਹੈ। ਪਰ ਸੇਵਕ ਹੋਵੇ ਤਾਂ ਐਸਾ ਹੋਵੇ, ਉਸੇ ਵੇਲੇ ਕਮਰ ਕਸਾ ਕਰੀ ਰੱਖਦੇ, ਉੱਠ ਕੇ ਖੜੇ ਹੋ ਗਏ। ਮਹਾਰਾਜ ਮੇਰੇ ਵੱਲ ਦ੍ਰਿਸ਼ਟੀ ਕੀਤੀ ਹੈ, ਕੀ ਹੁਕਮ ਹੈ ਦਾਸ ਨੂੰ? ਕਹਿੰਦੇ ਪੁਰਖਾ ਤੂੰ ਜਾ। ਪੁੱਤਰਾਂ ਨੇ ਤਾਂ ਬਚਨ ਨਹੀਂ ਮੰਨਿਆ, ਤੂੰ ਜਾ। ਕਹਿੰਦਾ ਜੀ ਸਤ ਬਚਨ। ਕਹਿਣ ਲੱਗੇ ਜੇ ਮੈਂ ਭੇਜ ਰਿਹਾ ਤਾਂ ਮੇਰੀ ਜ਼ਿੰਮੇਵਾਰੀ ਹੈ। ਕਹਿੰਦੇ ਆ ਮੇਰੇ ਹੱਥ ਦੀ ਛਟੀ ਲੈ ਜਾ। ਜਿੱਥੇ ਤੱਕ ਲੀਕ ਕੱਢ ਦੇਗਾ ਭੂਤਾਂ ਪ੍ਰੇਤਾਂ ਦਾ ਅੰਦਰ ਤਾਂ ਆਉਣਾ ਇੱਕ ਪਾਸੇ ਰਿਹਾ, ਜੇ ਨੇੜੇ ਆਉਣਗੇ ਅੱਗ ਲੱਗ ਜਾਊ ਉਹਨਾਂ ਨੂੰ। ਇਹ ਗੁਰੂ ਦੀਆਂ ਬਰਕਤਾਂ ਤੈਨੂੰ ਦਿੱਤੀਆਂ ਨਾਲ। ਤੇ ਜਾ ਕੇ ਨਗਰ ਵਸਾਉਣਾ ਕਰ। ਤੇ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ, ਨਾਮ ਵੀ ਆਪ ਦੱਸ ਦਿਓ। ਗੋਂਦਾ ਕਹਿਣ ਲੱਗੇ ਮਹਾਰਾਜ ਤੁਸੀਂ ਅੰਗਦ ਨਗਰ ਜਾਂ ਗੁਰੂ ਨਾਨਕ ਨਗਰ, ਤੁਸੀਂ ਇਸ ਤਰ੍ਹਾਂ ਦਾ ਨਗਰ ਦਾ ਨਾਂ ਰੱਖੋ ਆਪਣੇ ਨਾਂ ਦੇ ਉੱਤੇ। ਮਹਾਰਾਜ ਕਹਿੰਦੇ ਨਾ ਭਾਈ, ਸਾਡੇ ਵੱਡਿਆਂ ਨੇ ਆਪਣੇ ਨਾਂ ਦੇ ਨਗਰਾਂ ਦੇ ਨਾਂ ਨਹੀਂ ਰੱਖੇ। ਤੇ ਜਿਸ ਵੇਲੇ ਕਰੋੜੀ ਮਲ ਖੱਤਰੀ ਨੇ ਕਿਹਾ ਸੀ
ਕਿ ਤੁਸੀਂ ਨਾਨਕਪੁਰਾ ਨਗਰ ਵਸਾਓ। ਮਹਾਰਾਜ ਕਹਿੰਦੇ ਨਹੀਂ, ਕਰਤਾਰ ਦੇ ਨਾਂ ਤੇ ਕਰਤਾਰਪੁਰਾ ਨਗਰ ਵਸਾਵਾਂਗੇ। ਇਸ ਕਰਕੇ ਵੀ ਇਹ ਪ੍ਰਥਾ ਹੈ, ਸਾਨੂੰ ਆਪਣੇ ਨਾਂ ਦੀ ਲੋੜ ਨਹੀਂ ਵੀ ਤੇਰੇ ਨਾਂ ਤੇ ਨਗਰ ਵਸਾ ਦਿੰਦੇ ਆ। ਗੋਂਦਾ ਖੱਤਰੀ ਸੀ, ਗੋਂਦੇ ਨਾਂ ਤੇ ਫਿਰ ਕਹਿੰਦੇ ਪੁਰਖਾ ਗੋਇੰਦਵਾਲ ਨਗਰ ਵਸਾ ਦੇ। ਇਹ ਮਹਾਰਾਜ ਨੇ ਨਾਂ ਰੱਖਿਆ ਗੋਂਦੇ ਖੱਤਰੀ ਦੇ ਨਾਂ ਤੇ। ਜਦੋਂ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਸੀ ਉਸ ਵੇਲੇ ਪਹੁੰਚੇ, ਜਦੋਂ ਕਹਿੰਦੇ ਬੰਨੇ ਦੇ ਅੰਦਰ ਪੈਰ ਰੱਖਿਆ, ਭੂਤਾਂ ਪ੍ਰੇਤਾਂ ਨੂੰ ਵਕਤ ਪੈ ਗਿਆ। ਉਸ ਵੇਲੇ ਐਡੀ ਸ਼ਕਤੀ ਗੁਰੂ ਅਮਰਦਾਸ ਮਹਾਰਾਜ ਨੂੰ ਮਹਾਰਾਜ ਨੇ ਬਖਸ਼ੀ ਹੈ। ਉਹ ਝੜੀ ਦੇ ਨਾਲ ਜਿੱਥੇ ਤੱਕ ਨਗਰ ਵਸਾਉਣਾ ਸੀ ਲੀਕ ਕੱਢੀ ਹੈ। ਭੂਤਾਂ ਪ੍ਰੇਤਾਂ ਨੂੰ ਐ ਮਹਿਸੂਸ ਹੋਇਆ ਵੀ ਅੱਗ ਹੀ ਲੱਗ ਗਈ ਹੈ, ਤੇ ਸ਼ਕਤੀ ਸੀ। ਸੋਹਣਾ ਨਗਰ ਵਸਾਇਆ। ਉਸੇ ਵੇਲੇ ਦਾ ਆ ਜਿਹੜਾ ਮੈਖਾ ਦਾਤ ਉਥੋਂ ਕੱਢਿਆ ਸੀ ਦੈਤ, ਤੇ ਉਹਦੀ ਅੱਖ ਫੁੱਟੀ। ਉਹਦਾ ਵੀ ਪ੍ਰਸੰਗ ਨਾਲ ਆਉਂਦਾ। ਆਨੰਦਪੁਰ ਸਾਹਿਬ ਗਿਆ, ਉਹ ਮਾਖੇ ਦਾ ਤੇ ਮਾਖੇਵਾਲ ਪਿੰਡ ਪ੍ਰਸਿੱਧ ਹੋਇਆ। ਉਥੋਂ ਗੁਰੂ ਸਾਹਿਬ ਨੇ ਕੱਢਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਅਸੀਂ ਨਗਰ ਵਸਾਉਣਾ ਹੈ। ਉਹ ਬਠਿੰਡੇ ਰਿਹਾ। ਉਹ ਬਠਿੰਡੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕੀਤੀ, ਜਿੱਥੇ ਹੁਣ ਯਾਦਗਾਰੀ ਸਥਾਨ ਬਣਿਆ ਬਠਿੰਡੇ ਕਿਲੇ 'ਚ। ਉਹ ਕਹਿੰਦਾ ਮਹਾਰਾਜ ਮੈਂ ਜਾਵਾਂ ਕਿੱਥੇ? ਪਹਿਲਾਂ ਗੁਰੂ ਅਮਰਦਾਸ ਨੇ, ਮੈਂ ਨਿਆਣਾ ਹੁੰਦਾ ਸੀ, ਮਾਂ ਦੀ ਗੋਦ ਸੀ, ਅੱਖ ਦਾ ਟੰਡਲ ਲੱਗਿਆ, ਫਿਰ ਤੁਹਾਡੇ ਪਿਤਾ ਨੇ ਉੱਥੋਂ ਕੱਢਿਆ, ਹੁਣ ਤੁਸੀਂ ਕੱਢਦੇ ਹੋ ਇੱਥੋਂ। ਤੇ ਮਹਾਰਾਜ ਸਾਹਿਬ ਕਹਿੰਦੇ ਐਂ ਕਰ, ਸਰਹੰਦ ਦੇ ਵਿੱਚ ਬਹੁਤ ਵੱਡੇ ਵੱਡੇ ਪਾਪ ਹੋ ਗਏ ਆ। ਕਹਿੰਦੇ ਇਹਨੇ ਉਜੜਨਾ, ਤੇਰਾ ਨਾਲੇ ਖਾਣਾ ਤੈਨੂੰ ਮਿਲ ਜੂ, ਤੂੰ ਜਾ ਸਰਹੰਦ ਜਾ ਕੇ ਰਹੀ। ਉਹ ਮਾਖਾ ਦਾ ਫਿਰ ਇੱਥੇ ਆਇਆ। ਤੇ ਪੁਰਾਣੇ ਸਮੇਂ ਤੋਂ ਇਹ ਪ੍ਰਥਾ ਹੈ, ਸਾਡੇ ਬਜ਼ੁਰਗ ਵੀ ਕਿਹਾ ਕਰਦੇ ਇਲਾਕੇ ਦੇ, ਵੀ ਜਿਹੜਾ ਬੋਹਲ ਦੇ ਵਿੱਚ ਜਾਂ ਖਾਣਾ ਖਾਣ ਵੇਲੇ ਵਾਹਿਗੁਰੂ ਸ਼ਬਦ ਕਹਿ ਕੇ ਮੁਖ ਗਰਾਹੀ ਨਾ ਪਾਵੇ, ਇਹ ਭੂਤਾਂ ਪ੍ਰੇਤਾਂ ਦਾ ਪ੍ਰਭਾਵ ਉਹਦੇ ਤੇ ਪੈਂਦਾ। ਐਸੀ ਪ੍ਰਥਾ ਸੀ। ਸੋ ਇਹੋ ਮਹਾਰਾਜ ਸਾਹਿਬ ਨੇ ਸੋਹਣਾ ਜਿਹਾ ਨਗਰ ਵਸਾਇਆ। 1616 ਵਿਕਰਮੀ ਸੰਮਤ ਦੇ ਅੰਦਰ ਇਹ ਨਗਰ ਵਸ ਗਿਆ। ਸੋਹਣੇ ਬਾਜ਼ਾਰ ਬਣ ਗਏ, ਲੋਕਾਂ ਦੀ ਵਸੋਂ ਹੋ ਗਈ, ਜੈ ਜੈਕਾਰ ਹੋ ਗਈ। ਲੋਕਾਂ 'ਚ ਪ੍ਰਭਾਵ, ਲੋਕਾਂ 'ਚ ਡਰ ਬੜਾ ਹੁੰਦਾ ਸੀ ਭੂਤਾਂ ਪ੍ਰੇਤਾਂ ਦਾ। ਲੋਕਾਂ ਨੂੰ ਚਾਹ ਚੜ੍ਹ ਕੇ ਵੀ ਉੱਥੇ ਚੱਲਦੇ, ਤੇ ਆ ਕੇ ਕਹਿਣ ਲੱਗੇ ਮਹਾਰਾਜ ਜਿਵੇਂ ਆਪ ਜੀ ਦੀ ਕਿਰਪਾ ਹੋਈ ਹੈ ਨਗਰ ਵਸ ਗਿਆ। ਕਹਿੰਦੇ ਪੁਰਖਾ ਹੁਣ ਤੂੰ ਆਪਣਾ ਪਰਿਵਾਰ ਬਾਸਰ ਦੀਆਂ ਗਿੱਲਾਂ ਤੋਂ ਲਿਆ ਕੇ ਤੂੰ ਵੀ ਹੁਣ ਉੱਥੇ ਹੀ ਬਸ। ਫਿਰ ਮਹਾਰਾਜ ਸਾਹਿਬ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਕਰ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਭੱਟਾਂ ਨੇ ਉਸਤਤ ਕੀਤੀ ਹੈ, ਗੋਇੰਦਵਾਲ ਗੋਵਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਉਹ ਮਹਾਰਾਜ ਸਾਹਿਬ ਜੀ ਨੇ ਉੱਥੇ ਆ ਕੇ ਉੱਥੇ ਹੀ ਸਾਸ ਜੀ ਇਹ ਫਿਰ ਮਰਵਾਹਿਆਂ ਦੇ ਵਿੱਚੋਂ ਇੱਕ ਬੜਾ ਈਰਖਾਲੂ ਤੇ ਉਹਨਾਂ ਦਾ ਪ੍ਰੋਹਤ ਸੀ ਬ੍ਰਾਹਮਣ, ਉਹ ਵੀ ਆ ਵਸੇ ਉੱਥੇ। ਉਹ ਬ੍ਰਾਹਮਣ ਗੁਰੂ ਸਾਹਿਬ ਨੂੰ ਈਰਖਾ ਕਰਿਆ ਕਰੇ ਵੀ ਮੈਨੂੰ ਕੋਈ ਨਹੀਂ ਪੁੱਛਦਾ, ਗੁਰੂ ਸਾਹਿਬ ਦੀ ਬੜੀ ਮੰਨਤਾ ਹੁੰਦੀ ਹੈ। ਉਹਨੇ ਮਰਵਾਹਿਆਂ ਨੂੰ ਚੱਕ ਦਿੱਤਾ। ਜਿੰਨੀ ਦੇਰ ਤੱਕ ਤਾਂ ਗੋਇੰਦਾ ਰਿਹਾ ਜਿਉਂਦਾ ਉਨੀ ਦੇਰ ਤੱਕ ਗੱਲ ਹੋਰ ਸੀ। ਉਹਦਾ ਜਿਹੜਾ ਪੁੱਤਰ ਸੀ ਬੜਾ ਮਨਮਤੀਆ ਨਿਕਲਿਆ, ਉਹ ਵੀ ਫਿਰ ਰਲ ਗਿਆ ਉਹਨਾਂ ਦੇ ਨਾਲ। ਇਹ ਜਿਹੜੇ ਮਰਵਾਹਿਆਂ ਦੇ ਬੱਚੇ ਸੀ ਇਹਨਾਂ ਨੇ ਬੱਚੇ 'ਚ ਮਿਲਾ ਦਿੱਤੇ। ਕਈ ਲੋਕ ਇਹੋ ਜਿਹੇ ਜੁਗਤੀ ਵਰਤਦੇ ਆ ਵੀ ਬੀਬੀਆਂ ਨੂੰ ਗਲ ਪਾ ਦਿਓ ਇੱਜ਼ਤਦਾਰ ਬੰਦੇ ਦੇ, ਜਾਂ ਨਿਆਣਿਆਂ ਨੂੰ ਮੂਹਰੇ ਕਰ ਦਿਓ। ਤੇ ਬੁੱਚੜ ਜਿਹੜੇ ਸੀ ਸਾਸ ਸੀ ਇਹ ਮੁਗਲ ਕੀ ਕਰਦੇ ਆ ਕੇ ਗਾਈਆਂ ਮੂਹਰੇ ਕਰ ਦਿੰਦੇ ਸੀ। ਤੇ ਇਸ ਕਰਕੇ ਹਿੰਦੂ ਫੌਜਾਂ ਜਿਹੜੀਆਂ ਸੀ ਗਾਂ ਨੂੰ ਮਾਰਦੀਆਂ ਸੀ। ਇਹ ਤਰੀਕੇ ਹੁੰਦੇ ਨੇ ਲੋਕਾਂ ਦੇ। ਨਿਆਣੇ ਮੂਹਰੇ ਕਰ ਦਿੱਤੇ, ਗਲੇਲੇ ਦੇ ਉੱਤੇ ਉਹਨਾਂ ਨੂੰ। ਜਦੋਂ ਸਿੱਖ ਪਾਣੀ ਭਰਨ ਜਾਇਆ ਕਰਨ ਉਹਨਾਂ ਦੇ ਘੜੇ ਭੰਨ ਦਿਆ ਕਰਨ ਗਲੇਲੇ ਮਾਰ ਕੇ। ਕਹਿੰਦੇ ਮਹਾਰਾਜ ਤੰਗ ਬੜਾ ਕਰਦੇ। ਕਹਿੰਦੇ ਕੋਈ ਨਹੀਂ ਜਰ ਲਓ ਗੁਰੂ ਅਮਰਦਾਸ ਜੀ। ਕਹਿੰਦੇ ਘੜੇ ਬਦਲ ਦੋ ਤੇ ਮਚਕਾਂ ਲੈ ਲਓ। ਮਚਕਾਂ ਲੈ ਲਈਆਂ, ਉਹ ਤੀਰਾਂ ਨਾਲ ਪਾੜਨ ਲੱਗ ਗਏ। ਗਾਗਰਾਂ ਉਹ ਵੀ ਮਹਾਰਾਜ ਭੰਨਦੇ ਆ। ਕਹਿੰਦੇ ਭਾਈ ਅੱਤ ਚੰਗੀ ਨਹੀਂ ਹੁੰਦੀ, ਮਾੜੀ ਗੱਲ ਹੈ ਇਹਨਾਂ ਦੀ। ਉਹ ਕਿਤੇ ਉੱਥੇ ਇੱਕ ਮਹਾਤਮਾ ਆਏ, ਉਹਨਾਂ ਦਾ ਸ੍ਰੀ ਮਹੰਤ ਸੀ, ਕਿਤੇ ਮਾਰਿਆ ਗਲੇਲਾ ਮਹੰਤ ਦੇ ਅੱਖ 'ਚ ਲੱਗਿਆ, ਉਹਦੀ ਅੱਖ ਫੁੱਟ ਗਈ। ਉਹ ਸਾਧ ਇਹ ਜੇ ਕਰੋਧੀ ਦੇਖੇ, ਉਹਨਾਂ ਨੇ ਸਾਰੇ ਇਹ ਸੀ ਜਿਹੜੇ ਮਾਰ ਦਿੱਤੇ। ਜਿੰਨੇ ਕਿ ਮਰੇ ਉਹਨਾਂ ਦੇ ਕੋਲੋਂ ਤਰਾਹੇ ਤਰਾਹੇ ਹੋ ਗਈ। ਉਹ ਝਗੜਾ ਤੇ ਦੂਸਰੇ ਪਾਸੇ ਕੁਦਰਤ ਨੇ ਉਹਨਾਂ ਦੀ ਗੱਲ ਪਾ। ਜੇ ਕੋਈ ਚੁੱਪ ਕਰ ਰਹਿੰਦਾ ਕੁਦਰਤ ਉਹਦੇ ਪੱਖ ਵਿੱਚ ਹੋ ਜਾਂਦੀ ਹੈ। ਪਰਮੇਸ਼ਰ ਦੀ ਸ਼ਕਤੀ ਦਾ ਨਾਮ ਕੁਦਰਤ ਹੈ। ਤਾਂ ਉਹ ਫਿਰ ਵੀ ਜਦੋਂ ਈਰਖਾ ਕਰਨ ਤੋਂ ਗੋਂਦੇ ਦਾ ਪੁੱਤਰ ਅਕਬਰ ਤੱਕ ਉੱਥੇ ਜਾ ਕੇ ਸ਼ਿਕਾਇਤਾਂ ਕਰਦਾ ਰਿਹਾ, ਤੇ ਫਿਰ ਉਹਦਾ ਮੂੰਹ ਕਾਲਾ ਹੋ ਕੇ ਉੱਥੇ ਆਉਂਦਾ ਰਿਹਾ। ਉਹ ਸ਼ਬਦ ਅੱਗੇ ਗੌੜੀ ਰਾਗ 'ਚ ਆ ਜਾਣਗੇ। ਤੇ ਇਹੋ ਮਹਾਰਾਜ ਸਾਹਿਬ ਜੀ ਫਿਰ ਇਹ ਜਿਹੜੇ ਈਰਖਾ ਕਰਨ ਵਾਲੇ ਸੀ ਉਹਨਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਫਿਰ ਉਚਾਰਨ ਕੀਤਾ। ਤੇ ਜਿਸ ਪ੍ਰਕਾਰ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਸ਼ਬਦ ਆ ਰਿਹਾ ਹੈ, ਇਹ ਉਹਦੀ ਉਥਾਨਕ ਹੈ।
ਮਹਾਰਾਜ ਸਾਹਿਬ ਉਹਨਾਂ ਦੇ ਪ੍ਰਥਾਏ ਸਮੁੱਚੇ ਰੂਪ ਚ ਉਪਦੇਸ਼ ਦਿੰਦੇ ਨੇ। ਸੁਣੋ ਜੀ। ਜਿਨੇ ਪੁਰਖੇ ਸਤਿਗੁਰ ਨਾ ਸੇਵਿਓ। ਕਹਿੰਦੇ ਭਾਈ ਜਿਨ੍ਹਾਂ ਪੁਰਖਾਂ ਨੇ, ਉਹ ਫਿਰ ਵਿਚਾਰ ਹੋਣ ਲੱਗੀ ਵੀ ਦੇਖੋ ਮਹਾਰਾਜ ਇਹਨਾਂ ਤੇ ਕੈਸਾ ਕਹਿਰ ਟੁੱਟਿਆ। ਤੇ ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਵੀ ਸਰਕਾਰੀ ਇਹਨਾਂ ਨੇ ਧਨ ਦੀ ਖੱਚਰ ਲਕੋ ਲਈ ਸੀ, ਉਹਦੇ ਕਰਕੇ ਵੀ ਐਸਾ ਵੀ ਕਾਫੀ ਪ੍ਰਸੰਗ ਆਉਂਦੇ ਆ। ਜਿਨ੍ਹਾਂ ਨੇ ਸਤਿਗੁਰੂ ਪੁਰਖ ਜਿਹੜੇ ਨੇ ਵਿਆਪਕ ਪਰਮੇਸ਼ਰ ਦਾ ਸਰੂਪ ਹੈ, ਜਿਨੇ ਪੁਰਖੀ ਸਤਿਗੁਰ ਨਾ ਸੇਵਿਓ, ਜਾਂ ਜਿਨ੍ਹਾਂ ਪੁਰਸ਼ਾਂ ਨੇ ਸਤਿਗੁਰੂ ਦਾ ਸੇਵਨ ਨਹੀਂ ਕੀਤਾ, ਸੇਵਾ ਨਹੀਂ ਕੀਤੀ ਹੈ, ਤੇ ਉਹ ਜਿਹੜੇ ਹਨ ਸੇ ਦੁਖੀਏ ਜੁਗ ਚਾਰ। ਉਹ ਚਾਰੇ ਯੁੱਗਾਂ ਵਿੱਚ ਦੁਖੀ ਰਹਿਣਗੇ। ਚਾਰ ਯੁੱਗ ਕਿਹੜੇ? ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਤੇ ਇਹਨਾਂ ਯੁੱਗਾਂ ਵਾਲਾ ਜੋ ਸੰਸਾਰ ਹੈ, ਉਹ ਸੰਸਾਰ 'ਚ ਹਮੇਸ਼ਾ ਹੀ ਦੁਖੀ ਰਹਿਣਗੇ, ਸਰੀਰ ਤਿਆਗ ਕੇ ਵੀ ਦੁਖੀ ਰਹਿਣਗੇ। ਚਾਰੇ ਯੁੱਗ, ਚਾਰੇ ਖਾਣੀਆਂ ਜਿਹੜੀਆਂ, ਤੇ ਚਾਰੇ ਯੁੱਗਾਂ ਦੇ ਵੀ ਸੇ ਦੁਖੀਏ ਜੁਗ ਚਾਰ, ਅੰਡਜ ਜੇਰਜ ਸੇਤਜ ਉਤਪੁਜ। ਚਾਰੇ ਖਾਣੀਆਂ ਦੇ ਜੀਵਨ ਜਿੱਥੇ ਮਰਜ਼ੀ ਚਲੇ ਜਾਣ ਦੁੱਖ ਹੀ ਭੋਗਦੇ ਰਹਿਣਗੇ। ਜਾਂ ਫਿਰ ਚਾਰੇ ਵਰਨਾਂ ਦੇ ਲੋਕ ਸੇ ਦੁਖੀਏ ਜੁਗ ਚਾਰ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਕਿਸੇ ਵੀ ਥਾਂ ਤੇ ਚਲੇ ਜਾਣ, ਤੇ ਉਹਨਾਂ ਦੀਆਂ ਭਾਵੇਂ ਚਾਰ ਅਵਸਥਾ ਉੱਤਮ, ਮੱਧਮ, ਕਨਿਸ਼ਟ, ਅਧਮ, ਪਰ ਜਿੱਥੇ ਜਾਣਗੇ ਜਿਹੜੇ ਗੁਰੂ ਤੋਂ ਬੇਮੁਖ ਨੇ ਉਹ ਦੁਖੀਏ ਰਹਿਣਗੇ। ਭਾਵੇਂ ਵਰਨਾਸ਼ਰਮਾਂ ਚਲੇ ਜਾਣ, ਭਾਵੇਂ ਉਹ ਚਾਰੇ ਖਾਣੀਆਂ ਚੋਂ ਖਾਣੀ ਚਲੇ ਜਾਣ, ਚਾਰੇ ਯੁੱਗਾਂ ਦੇ ਵਿੱਚ ਕਿਸੇ ਯੁੱਗ ਚਲੇ ਜਾਣ, ਚਾਰੇ ਯੁੱਗਾਂ 'ਚ, ਚਾਰੇ ਯੁੱਗਾਂ ਵਾਲੇ ਸੰਸਾਰ ਵਿੱਚ ਉਹ ਦੁਖੀ ਰਹਿਣਗੇ ਜਿਹੜੇ ਗੁਰੂ ਤੋਂ ਬੇਮੁਖ ਨੂੰ। ਗੁਰੂ ਘਰ ਦੇ ਦੋਖੀ ਨੇ ਜਿਹੜੇ। ਘਰ ਹੋਦਾ ਪੁਰਖ ਨਾ ਪਛਾਣਿਆ। ਤੇ ਘਰ ਹੁੰਦਾ ਬਸਦਿਆਂ ਹੋਇਆਂ, ਹੁਣ ਇਹ ਸਮੁੱਚੇ ਰੂਪ 'ਚ ਦੱਸਦੇ ਆ। ਪੁਰਖ ਜਿਹੜਾ ਵਿਆਪਕ ਸਰੂਪ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਨੂੰ ਸਤਿਗੁਰੂ ਜੀ ਉਹਨਾਂ ਨੂੰ ਪਛਾਣ ਨਹੀਂ ਸਕੇ, ਸਗੋਂ ਦਵੈਸ਼ ਕਰਦੇ ਨੇ, ਦਵੈਸ਼ ਦੇ ਮਾਰੇ ਫਿਰਦੇ ਆ। ਜਾਂ ਫਿਰ ਘਰ ਹੁੰਦੇ ਕੌਣ? ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣਾ ਪਿਤਾ ਹੀ ਸਮਝਦਾ ਰਿਹਾ ਨਾ, ਦਾਸੂ ਤੇ ਦਾਤੂ। ਉਹ ਪਛਾਣ ਨਹੀਂ ਸਕੇ। ਗੁਰੂ ਅਮਰਦਾਸ ਨੇ ਪਛਾਣ ਲਿਆ, ਗੁਰਤਾ ਗੱਦੀ ਦੇ ਮਾਲਕ ਬਣ ਗਏ। ਤੋ ਇਸ ਕਰਕੇ ਉਹ ਫਿਰ ਘਰ ਹੁੰਦਾ ਪੁਰਖ ਨਾਲ, ਅੰਤਸ਼ਕਰਨ ਰੂਪੀ ਘਰ ਦੇ ਵਿੱਚ ਸਮਾਇਆ ਹੋਇਆ ਪੁਰਖ ਕੌਣ ਹੈ? ਪਰਮਾਤਮਾ। ਉਹ ਪ੍ਰਭੂ ਦੀ ਪਛਾਣ ਨਹੀਂ ਕਰ ਸਕੇ, ਕਿਉਂਕਿ ਉਹਨਾਂ ਨੂੰ ਆਪਣੇ ਜਪ ਤਪ ਸਾਧਨਾ ਆਦਿ ਦਾ ਬਹੁਤ ਸਾਰਾ ਹੰਕਾਰ ਹੈ। ਅਭਿਮਾਨ ਮੁੱਠੇ ਅਹੰਕਾਰ। ਅਭਿਮਾਨ ਹੰਕਾਰ ਦੁਆਰਾ ਇਹ ਹੰਕਾਰ ਦੇ ਮੁੱਠੇ ਠੱਗੇ ਗਏ ਨੇ, ਤੇ ਕਿਸੇ ਨੇ ਗੁਰੂ ਨੂੰ ਨਹੀਂ ਪਛਾਣਿਆ। ਜਿਵੇਂ ਮਰਵਾਹਿਆਂ ਨੇ ਹੰਕਾਰ ਦੇ ਵਸ ਹੋ ਕੇ ਨਹੀਂ ਪਛਾਣਿਆ। ਸਤਿਗੁਰੂ ਕਿਆ ਫਿਟਕਿਆ। ਜਿਹੜੇ ਸਤਿਗੁਰੂ ਮਹਾਰਾਜ ਨੇ ਮਰਵਾਹਿਆਂ ਨੂੰ ਫਿਟਕਿਆ, ਧ੍ਰਿਕਾਰ ਦਿੱਤੇ ਜਿਹੜੇ, ਉਹ ਜਿਹੜੇ ਆਪਣੇ ਔਗਣਾ ਕਰਕੇ ਸਤਿਗੁਰਾਂ ਤੋਂ ਫਿਟਕੇ ਹੋਏ ਨੇ, ਬੇਮੁਖ ਹੋ ਗਏ ਨੇ। ਦੂਰੇ ਹੀ ਉਪਦੇਸ਼ ਹੈ, ਸੰਸਾਰ ਨੂੰ ਸਾਂਝਾ ਉਪਦੇਸ਼ ਹੈ। ਉਹ ਸੰਸਾਰ ਦੇ ਅੰਦਰ ਮੰਗ ਥੱਕੇ ਸੰਸਾਰ। ਉਹ ਸੰਸਾਰ ਦੇ ਮੰਗਦੇ ਹੋਏ ਥੱਕ ਗਏ, ਕਿਧਰੇ ਢੋਈ ਨਹੀਂ ਮਿਲੀ। ਜਿਵੇਂ ਮਰਵਾਹਿਆਂ ਨੇ, ਇਹ ਖੱਤਰੀਆਂ ਨੇ ਸਤਿਗੁਰਾਂ ਨੂੰ ਦਵੈਸ਼ ਕਰਕੇ ਸਿੱਖਾਂ ਦੇ ਘੜੇ ਭੰਨੇ, ਗਾਗਰਾਂ ਭੰਨੀਆਂ, ਗੁਲੇਲੇ ਮਾਰ ਕੇ ਮਾੜੇ ਸ਼ਬਦ ਬੋਲਦੇ ਰਹੇ। ਗੋਂਦੇ ਪੁੱਤਰ ਨੇ ਅਕਬਰ ਦੇ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ। ਇਹ ਦਵੈਸ਼ ਕਰਦੇ ਸਤਿਗੁਰਾਂ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਗਏ, ਸਗੋਂ ਆਪਣੇ ਔਗਣਾ ਕਰਕੇ ਗੁਰਾਂ ਤੋਂ ਫਟਕਾਰੇ ਗਏ। ਉਹ ਸੰਸਾਰ ਦੇ ਮੰਗਦੇ ਫਿਰਦੇ ਆ, ਮੰਗ ਥਕੇ ਸੰਸਾਰ। ਤੇ ਆਪਣੇ ਨਫਰ ਨੂੰ ਨਾਲ ਲੈ ਕੇ ਗਿਆ ਸੀ। ਗੌੜੀ ਰਾਗ 'ਚ ਸਿੱਧਾ ਸ਼ਬਦ ਹੀ ਆਏਗਾ ਇਹਨਾਂ ਦੇ ਪ੍ਰਥਾਏ। ਸੰਗੀਆਂ ਨੂੰ ਵੀ ਨਾਲ ਲੈ ਕੇ ਗਿਆ, ਪਰ ਕਿਤੇ ਵੀ ਉਹਨਾਂ ਨੂੰ ਟਿਕਾ ਨਹੀਂ ਮਿਲਿਆ ਹੋਇਆ। ਗੁਰੂ ਤੋਂ ਬੇਮੁਖ ਹੋਏ, ਥਾਂ ਥਾਂ ਮੰਗਦੇ ਫਿਰੇ ਸਹਾਇਤਾ, ਕਿਧਰੇ ਸ਼ਾਂਤੀ ਨਹੀਂ ਆਈ। ਉਹ ਅਭਿਮਾਨ ਹੰਕਾਰ ਦੇ ਠੱਗੇ ਹੋਏ ਹਨ। ਸੱਚਾ ਸ਼ਬਦ ਨਾ ਸੇਵਿਓ। ਤੇ ਉਹਨਾਂ ਨੇ ਸੱਚਾ ਜਿਹੜਾ ਸ਼ਬਦ ਹੈ ਉਪਦੇਸ਼, ਸਤਿਗੁਰਾਂ ਦਾ ਸੱਚਾ ਉਪਦੇਸ਼ ਹੈ। ਪਰਮਾਤਮਾ ਦੀ ਸੱਚ ਰੂਪ ਪਰਮਾਤਮਾ ਆਦਿ ਸੱਚ ਜੁਗਾਦ ਸੱਚ, ਉਹਦੀ ਪ੍ਰਾਪਤੀ ਕਰਾਉਣ ਵਾਲਾ ਹੈ। ਤੇ ਉਹ ਗੁਰੂ ਦਾ ਸ਼ਬਦ ਜਿਹੜਾ ਹੈ ਮੁਕਤ ਕਰਨ ਵਾਲਾ, ਉਹ ਤਾਂ ਉਹਨਾਂ ਨੇ ਸੱਚਾ ਸ਼ਬਦ ਨਾ ਸੇਵਿਓ। ਉਹ ਸ਼ਬਦ ਜਿਹਨੇ ਮੁਕਤੀ ਦੇਣੀ ਸੀ, ਮੁਕਤ ਭੁਗਤ ਦਾ ਦਾਤਾ ਸੀ, ਤੇ ਉਹ ਤਾਂ ਉਹਨਾਂ ਨੇ ਸੇਵਿਆ ਨਹੀਂ ਹੈ, ਸਿਮਰਨ ਨਹੀਂ ਕੀਤਾ, ਸ਼ਬਦ ਦਾ ਉਪਦੇਸ਼ ਨਹੀਂ ਧਾਰਨ ਕੀਤਾ। ਸਭ ਕਾਜ ਸਵਾਰਨ ਹਾਰ। ਤੇ ਜਿਹੜੇ ਸ਼ਬਦ ਦੀ ਕਮਾਈ ਨਾਲ ਸਾਰੇ ਕੰਮ ਸਵਰਨੇ ਸੀ, ਮੁਕਤੀ ਪ੍ਰਾਪਤ ਹੋਣੀ ਸੀ, ਲੋਕ ਪਰਲੋਕ ਦੋਨੇ ਸੁਧਰਨੇ ਸੀ,
ਤੇ ਉਹ ਸ਼ਬਦ ਨਹੀਂ, ਉਪਦੇਸ਼ ਨਹੀਂ ਧਾਰਨ ਕੀਤਾ। ਮਨ ਮੇਰੇ ਸਦਾ ਹਰ ਵੇਖ ਹਦੂਰ, ਇਹ ਮੇਰੇ ਮਨ ਤੂੰ ਸਦਾ ਹੀ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਹਦੂਰ ਕਹੀਏ, ਹਾਜ਼ਰ ਨੇੜੇ ਤੋਂ ਨੇੜੇ ਉਹਨੂੰ ਦੇਖਣਾ ਕਰ, ਕਿਉਂਕਿ ਉਹ ਨੇੜੇ ਤੋਂ ਨੇੜੇ ਹੈ। ਜਨਮ ਮਰਨ ਦੁੱਖ ਪਰ ਹਰੈ, ਜੇ ਤੂੰ ਐਸਾ ਕਰੇਗਾ ਤੇ ਅੱਗੇ ਸਾਰੀ ਪੰਕਤੀ ਬੋਲਦੀ ਜੀ ਰਹਾ ਵਾਲੀ, ਸ਼ਬਦ ਰਹਿਆ ਭਰਪੂਰ। ਤੇ ਸ਼ਬਦ ਦਾ ਅਰਥ ਹੈ ਬ੍ਰਹਮ। ਬ੍ਰਹਮ ਸਾਰੇ ਵਿਆਪਕ ਹੈ, ਭਰਪੂਰ ਕਹੀਏ ਪਰਿਪੂਰਨ ਹੋ ਰਿਹਾ ਹੈ। ਇਸ ਕਰਕੇ ਵਿਆਪਕ ਹੈ, ਜੋ ਉਸ ਤੇ ਨਿਸ਼ਚਾ ਕਰ ਲਏਗਾ। ਅਗਰ ਤੂੰ ਨਿਸ਼ਚਾ ਕਰ ਲਈ ਹੈ ਜਗਿਆਸੂ, ਤਾਂ ਤੇਰਾ ਜਨਮ ਲੈਣਾ ਤੇ ਮਰਨ ਦੇ ਦੁੱਖ, ਜੰਮਣ ਦੇ ਦੁੱਖ, ਇਹਦੇ ਕਸ਼ਟ ਨਾ ਇਹ ਦੂਰ ਹੋ ਜਾਣਗੇ। ਇਹ ਨਹੀਂ ਰਹਿਣਗੇ ਜਨਮ ਮਰਨ ਦੁੱਖ ਪਰ ਹੈ, ਪਰ ਵਿਸ਼ੇਸ਼ ਕਰਕੇ ਹਰੇ ਨਾਸ ਹੋ ਜਾਣਗੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਸੱਚ ਸਲਾਹਨ ਸੇ ਸੱਚੇ। ਤੇ ਭਾਈ ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਐ, ਵਾਹਿਗੁਰੂ ਵਾਹਿਗੁਰੂ ਕਰਦੇ ਐ, ਮੂਲ ਮੰਤਰ ਦਾ ਜਾਪ ਕਰਦੇ ਐ, ਜਾਂ ਹੋਰ ਆਪਣੇ ਧਰਮਾਂ ਅਨੁਸਾਰ ਜਿਹੜੇ ਵੀ ਪ੍ਰਮਾਤਮਾ ਦੇ ਨਾਮ ਹਨ ਉਹਨਾਂ ਦਾ ਜਾਪ ਕਰਦੇ ਹਨ। ਸੱਚਾ ਨਾਮ ਆਧਾਰ, ਉਹ ਆਪ ਵੀ ਸੱਚੇ ਹੋ ਗਏ, ਸੇ ਸੱਚੇ, ਕਿਉਂਕਿ ਸੱਚਾ ਨਾਮ ਜਪਿਆ। ਤੇ ਫਿਰ ਉਹ ਸੱਚਾ ਨਾਮ ਵੀ ਉਹਨਾਂ ਦਾ ਆਧਾਰ ਕੀ ਆਸਰਾ ਬਣ ਜਾਂਦਾ ਹੈ ਲੋਕ ਪਰਲੋਕ ਦਾ। ਸੱਚੀ ਕਾਰ ਕਮਾਵਣੀ, ਸੱਚੀ ਕਾਰ ਕਿਹੜੀ ਹੈ? ਕੰਮ ਤਾਂ ਘਰ ਦੇ ਵਿੱਚ ਕਰਦੇ ਆ, ਬਿਜ਼ਨਸਮੈਨ ਆਪਣੇ ਬਿਜ਼ਨਸ ਕਰਦੇ ਆ, ਨੌਕਰੀ ਵਣਜ ਵਪਾਰ ਸਾਰੀ ਦੁਨੀਆ ਕਰਦੀ ਹੈ। ਪਰ ਸੱਚੀ ਕਾਰ ਕਿਹੜੀ ਹੈ? ਉਹ ਭਗਤੀ ਰੂਪੀ ਸੱਚੀ ਕਾਰ ਕਮਾਵਣੀ, ਇਹ ਕਮਾਉਣੀ ਚਾਹੀਦੀ ਹੈ। ਸੱਚੇ ਨਾਲ ਪਿਆਰ, ਪਰ ਉਹ ਕਰੂਗਾ ਕੌਣ? ਜਿਹਦਾ ਸੱਚੇ ਨਾਲ ਪਿਆਰ ਹੈ। ਉਹ ਸੱਚੀ ਭਗਤੀ ਰੂਪੀ ਕਾਰ ਹੀ ਕਮਾਉਂਦੇ ਆ ਜਿਹੜੇ ਸਤਪੁਰਸ਼, ਕਿਉਂਕਿ ਸੱਚੇ ਵਾਹਿਗੁਰੂ ਦੇ ਨਾਲ ਉਹਨਾਂ ਦਾ ਪਿਆਰ ਹੈ। ਸੱਚਾ ਸਾਹੋ ਵਰਤਦਾ, ਸੱਚਾ ਸਾਹੋ, ਸੱਚਾ ਸ਼ਾਹੂਕਾਰ ਰੂਪੀ ਸਤਿਗੁਰੂ ਹੈ। ਤੇ ਇਸ ਕਰਕੇ ਸਾਹੋ ਵਰਤਦਾ, ਸਾਰੇ ਸੰਸਾਰ ਦੇ ਵਿੱਚ ਨਾਮ ਦਾ ਦਾਤਾ ਹੋ ਕੇ ਵਰਤ ਰਿਹਾ ਹੈ। ਕੋਈ ਨਾ ਵੇਟਣ ਹਾਰ, ਉਹਦੀ ਦਿੱਤੀ ਹੋਈ ਨਾਮ ਭਗਤੀ ਸਹਿਤ ਗਿਆਨ ਦੀ ਦਾਤ ਨੂੰ ਕੋਈ ਮੇਟਣ ਵਾਲਾ ਨਹੀਂ, ਮਿਟਾ ਨਹੀਂ ਸਕਦਾ ਹੈ। ਇਹ ਸਤਿਗੁਰਾਂ ਦੀ ਦਾਤ ਹੈ। ਨਾਮਦਾਨ ਦਿੰਦੇ ਨੇ ਸਤਿਗੁਰੂ। ਮਨਮੁਖ ਵਹਿਰ ਨਾ ਪਾਏ ਨੀ, ਜਿਹੜੇ ਭਾਈ ਮਨਮੁਖ ਨੇ ਉਹ ਵਾਹਿਗੁਰੂ ਦੇ ਮਹਲ ਨੂੰ, ਸਰੂਪ ਨੂੰ ਨਹੀਂ ਪਾ ਨਹੀਂ ਸਕਦੇ ਹਣਗੇ, ਕਿਉਂਕਿ ਕੂੜ ਮੁੱਠੇ ਕੂੜਿਆਰ, ਉਹ ਕੂੜਿਆਰ ਝੂਠੇ ਪੁਰਸ਼ ਹਨ। ਕੂੜ ਝੂਠੇ ਪਦਾਰਥਾਂ ਦੇ ਮੋਹ ਦੇ ਵਿੱਚ ਮੁੱਠੇ ਠੱਗੇ ਹੋਏ ਨੇ। ਝੂਠ ਬੋਲਣ ਜਾਂ ਕੂੜ ਝੂਠੇ ਵਿਸ਼ੇ ਵਿਕਾਰਾਂ ਨੇ ਲੁੱਟ ਲਿਆ ਉਹਨਾਂ ਨੂੰ। ਹਉਮੈ ਕਰਤਾ ਜਗ ਮੁਆ, ਸਾਰਾ ਸੰਸਾਰ ਹਉਮੈ ਮੈਂ ਕਰਦਾ ਹੋਇਆ ਮੁਆ ਮਰ ਰਿਹਾ ਹੈ। ਇਹ ਸੰਸਾਰ ਦੀ ਹਾਲਤ ਹੋ ਰਹੀ ਹੈ, ਕਿਉਂਕਿ ਗੁਰਬਿਨ ਘੋਰ ਅੰਧਾਰ, ਸਤਿਗੁਰਾਂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੁੰਦਾ। ਤੇ ਫਿਰ ਗਿਆਨ ਤੋਂ ਬਿਨਾਂ ਘੋਰ ਭਿਆਨਕ ਅਗਿਆਨ ਦਾ ਅੰਧਕਾਰ ਅੰਧੇਰਾ ਛਾਇਆ ਰਹਿੰਦਾ ਹੈ। ਮਾਇਆ ਮੋਹਿ ਵਿਸਾਰਿਆ, ਸੁਖ ਦਾਤਾ ਦਾਤਾਰ। ਇਹ ਭਾਈ ਸੁਖਾਂ ਦਾ ਦਾਤਾ ਦਾਤਾਰ ਪ੍ਰਭੂ ਹੈ। ਅਨਮੇਰੀ ਤਾਨ ਅਰਸੈ ਦਾ ਮਾਇਆ ਦੇ ਮੋਹ ਚ ਪੈ ਕੇ ਜੀਵਾਂ ਨੇ ਉਸ ਨੂੰ ਵਿਸਾਰਿਆ, ਭੁਲਾ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਹਨੇ ਦਾਤਾਂ ਦਿੱਤੀਆਂ ਦੀਨੇ ਹਸਤ ਭਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ। ਇਹ ਪਦਾਰਥਾਂ ਵੱਲ ਰਚ ਗਿਆ ਹੈ। ਇਹਦੀ ਹਾਲਤ ਹੋ ਰਹੀ ਹੈ। ਸੁਖਾਂ ਦਾ ਦਾਤਾ ਵਾਹਿਗੁਰੂ ਵਿਸਰ ਗਿਆ, ਮਾਇਆ ਦੇ ਮੋਹ ਨੇ ਵਿਸਾਰ ਦਿੱਤਾ ਤੇ ਮਾਇਆ ਦੇ ਮੋਹ ਦੇ ਵਿੱਚ ਪ੍ਰਵਿਰਤ ਹੋ ਗਿਆ ਪਦਾਰਥਾਂ ਵਿੱਚ। ਸਤਿਗੁਰ ਸੇਵ ਤਾਂ ਉਬਰ ਹੈ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਗੁਰੂ ਘਰ ਦੀ, ਉਹ ਮਾਇਆ ਦੇ ਮੋਹ ਤੋਂ ਜਾਂ ਫਿਰ ਜਮਾਂ ਤੋਂ ਉਬਰ ਹੈ ਬਚ ਜਾਂਦੇ। ਜਮਾਂ ਤੋਂ ਵੀ, ਮਾਇਆ ਦੇ ਮੋਹ ਤੋਂ ਵੀ ਉਬਰ ਹੈ ਬਚ ਜਾਂਦੇ ਨੇ, ਕਿਉਂਕਿ ਸੱਚ ਰੱਖ ਹੈ ਉਰ ਧਾਰ। ਉਹਨਾਂ ਨੇ ਸੱਚ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ, ਔਰ ਨਾਮ ਹਿਰਦੇ ਦਾ ਹੈ, ਧਾਰ ਨਾਮ ਧਾਰਨ ਦਾ। ਉਹਨਾਂ ਨੇ ਹਿਰਦੇ ਦੇ ਵਿੱਚ ਨਾਮ ਨੂੰ ਧਾਰਨ ਕਰ ਲਿਆ। ਅਸੀਂ ਹਿਰਦੇ ਦੇ ਵਿੱਚ ਆਪਣੇ ਪਰਿਵਾਰ ਦਾ ਮੋਹ ਲਈ ਬੈਠੇ ਹਾਂ। ਹਿਰਦੇ ਦੇ ਵਿੱਚ ਵਿਸ਼ੇ ਵਿਕਾਰ ਉਹ ਸਾਨੂੰ ਪਿਆਰੇ ਲੱਗ ਰਹੇ, ਉਹ ਸੰਭਾਲ ਕੇ ਰੱਖੇ ਨੇ। ਉਹਨਾਂ ਨੇ ਨਾਮ ਨੂੰ ਸੰਭਾਲ ਕੇ ਰੱਖਿਆ ਹੈ। ਕਿਰਪਾ ਤੇ ਹਰ ਪਾਈ ਹੈ, ਤੇ ਉਹ ਫਿਰ ਕਿਰਪਾ ਦੇ ਨਾਲ ਹੀ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ। ਸੱਚ ਸ਼ਬਦ ਵਿਚਾਰ, ਜਿਨ੍ਹਾਂ ਨੇ ਸੱਚੇ ਸ਼ਬਦ ਗੁਰੂ ਦੇ ਸ਼ਬਦ ਦਾ ਉਪਦੇਸ਼ ਦਾ ਸਤ ਅਸਤ ਦਾ ਵਿਚਾਰ ਰੂਪ ਨਿਰਣਾ ਕਰਕੇ ਸਤਿਗੁਰਾਂ ਦੇ ਕੋਲੋਂ, ਤੇ ਜਦੋਂ ਨਿਰਣਾ ਕਰ ਲਿਆ ਸ਼ਬਦ ਨਾਲ ਜੁੜ ਗਏ
ਤਾਂ ਫਿਰ ਕਿਰਪਾ ਮਿਹਰ ਤੋਂ ਉਹ ਹਰੀ ਪਰਮੇਸ਼ਰ ਗੁਰੂ ਦੀ ਕਿਰਪਾ ਦੇ ਨਾਲ, ਤੇ ਗੁਰ ਕਿਰਪਾ ਜੇ ਨਰਕੋ ਕੀਨੀ, ਗੁਰੂ ਦੀ ਕਿਰਪਾ ਦੇ ਨਾਲ ਹਰ ਪਾਈ ਹੈ। ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਾ ਲਿਆ ਹੈ। ਸਤਿਗੁਰ ਸੇਵ ਮਨ ਨਿਰਮਲਾ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਦਾ ਮਨ ਨਿਰਮਲ, ਨਾਮ ਉਜਲਦਾ ਹੈ। ਪਾਪ ਜਿਹੜੇ ਲੱਗੇ ਸੀ ਉਹ ਲਹਿ ਗਏ, ਰਾਗ ਦਵੈਸ ਦੀ ਮੈਲ ਲੱਗੀ ਸੀ ਲਹਿ ਗਈ, ਵਿਸ਼ੇ ਵਿਕਾਰਾਂ ਦੀ ਮੈਲ ਲਹਿ ਗਈ, ਇਉਂ ਸੁੱਧ ਹੋ ਗਏ ਹਨ। ਹਉਮੈ ਤਜ ਵਿਕਾਰ, ਉਹਨਾਂ ਨੇ ਹਉਮੈ, ਦੇਹ ਹੰਗਤਾ ਤੇ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਸੀ ਇਹ ਤਜ ਦਿੱਤੇ, ਤਿਆਗ ਦਿੱਤੇ, ਛੱਡ ਦਿੱਤੇ ਹਨ। ਆਪ ਛੋੜ ਜੀਵਤ ਮਰੈ, ਉਹਨਾਂ ਨੇ ਆਪਾ ਭਾਵ ਦੇਹ ਅਧਿਆਸ ਨੂੰ ਛੱਡ ਕੇ ਜੀਵਤ ਭਾਵ ਤੋਂ ਮਰੇ ਆ। ਉਹ ਹੰਕਾਰ ਸੀ ਜਿਹੜਾ ਵਿੱਚੋਂ ਨਿਵਰਤ ਕਰ ਦਿੱਤਾ, ਇਹੀ ਮਰਨਾ ਹੈ। ਗੁਰ ਕੈ ਸ਼ਬਦ ਵਿਚਾਰ, ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਨਾਮ ਉਪਦੇਸ਼ ਦਾ ਉਹਦੀ ਵਿਚਾਰ ਕੀਤੀ ਹੈ। ਜਿਵੇਂ ਆਪ ਜੀ ਸੁਣ ਰਹੇ ਹੋਏ, ਗੁਰੂ ਦੀ ਵਿਚਾਰ ਹੈ, ਕੋਈ ਬੰਦੇ ਦੀ ਵਿਚਾਰ ਤਾਂ ਹੈ ਨਹੀਂ ਇਹ, ਤੇ ਇਸ ਕਰਕੇ ਬ੍ਰਹਮ ਵਿਚਾਰ ਹੈ, ਤੇ ਇਹਦੇ ਨਾਲ ਸਾਡੀ ਕਲਿਆਣ ਹੁੰਦੀ ਹੈ। ਤੰਦਾ ਤਾਵਤ ਰਹਿ ਗਏ, ਤੇ ਜਿਨ੍ਹਾਂ ਦਾ ਭਾਈ ਲਾਗਾ ਸੱਚ, ਲਾਗਾ ਸੱਚ ਪਿਆਰ, ਤੇ ਜਿਨ੍ਹਾਂ ਦਾ ਪਿਆਰ ਸੱਚੇ ਪ੍ਰਭੂ ਦੇ ਨਾਲ ਲੱਗਿਆ, ਉਹ ਗੁਰਮੁਖਾਂ ਦੇ ਮਨ ਧੰਦਾ ਧਾਵਤ, ਧੰਦਿਆਂ ਤੋਂ ਦੌੜਨ ਤੋਂ ਰਹਿ ਗਏ। ਧੰਦਿਆਂ ਦਾ ਨਹੀਂ ਫਿਕਰ ਕਰਦੇ, ਉਹ ਹਟ ਗਏ ਨੇ। ਉਹ ਫਿਰ ਜੂਨਾਂ ਦੇ ਅੰਦਰ ਧਾਵਤ ਨਾਮ ਦੌੜਨ ਦਾ ਹੈ। ਜੀਵ ਟੇਢੀਆਂ ਜੂਨਾਂ ਵੱਲ ਨੂੰ ਦੌੜੇ ਜਾ ਰਹੇ ਨੇ, ਉਹ ਨਹੀਂ ਧਾਵਦੇ। ਉਹ 84 ਲੱਖ ਜੂਨਾਂ 'ਚ ਨਰਕਾਂ ਵੱਲ ਨੂੰ ਦੌੜੇ ਜਾ ਰਹੇ ਨੇ, ਉਹ ਨਹੀਂ ਜਾਣਗੇ। ਸਚ ਰਤੇ ਮੁਖ ਉਜਲੇ, ਜਿਹੜੇ ਸੱਚੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੱਤੇ ਕੀ ਹੈ, ਰੰਗੇ ਗਏ ਨੇ ਜਿਹੜੇ, ਤੇ ਉਹਨਾਂ ਦਾ ਫਿਰ ਜਸ ਰੂਪੀ ਉਜਲਾਪਣ ਹੈ ਜਿਹੜਾ ਮੁਖ ਉਜਲੇ। ਉਹਨਾਂ ਦੇ ਮੈਲ ਤੋਂ ਰਹਿਤ ਮੁਖ, ਨਿਰਮਲ ਮੁਖ, ਪਾਪ ਰਹਿਤ ਹੋ ਗਏ ਹਨ ਉਹਨਾਂ ਦੇ ਮੁਖੜੇ। ਚਿਤ ਸਾਚੈ ਦਰਬਾਰ, ਤੇ ਮੁਖ ਉਜਲੇ ਲੈ ਕੇ ਸੱਚਖੰਡ ਦਰਬਾਰ ਦੇ ਵਿੱਚ ਪ੍ਰਮਾਤਮਾ ਦੀ ਦਰਗਾਹੇ ਬੈਕੁੰਠ ਵਿੱਚ ਜਾਣਗੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਵੀ ਤਰਨਗੇ, ਹੋਰਾਂ ਨੂੰ ਵੀ ਤਾਰਨਗੇ। ਸਤਿਗੁਰ ਪੁਰਖ ਨਾ ਮੰਨਿਓ, ਜਿਨ੍ਹਾਂ ਨੇ ਜਿਹੜੇ ਮਨਮੁਖ ਨੇ ਉਹ ਪੁਰਖ ਪੂਰਨ, ਜੋ ਸਤਿਗੁਰੂ ਜੀ ਨੂੰ ਉਹਦੇ ਉਪਦੇਸ਼ ਨੂੰ, ਜਿਹੜਾ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਿਆ ਨਹੀਂ, ਜਿਨ੍ਹਾਂ ਨੇ ਧਾਰਨ ਨਹੀਂ ਕੀਤਾ ਹੈ। ਸ਼ਬਦ ਨਾ ਲੱਗੋ ਪਿਆਰ, ਤੇ ਨਾ ਹੀ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਤੇ ਗੁਰੂ ਦਾ ਦਿੱਤਾ ਹੋਇਆ ਨਾਮ ਸ਼ਬਦ ਹੈ, ਇਹਦਾ ਪਿਆਰ ਸਨੇਹ ਨਹੀਂ ਲੱਗਿਆ ਜਿਨ੍ਹਾਂ ਨੂੰ। ਇਸ਼ਨਾਨ ਦਾਨ ਜੀਤਾ ਕਰਹਿ, ਉਹ ਮਨਮੁਖ ਜਿੰਨਾ ਮਰਜੀ ਇਸ਼ਨਾਨ 68 ਤੀਰਥਾਂ ਤੇ ਨਹਾ ਲਵੇ, ਜਿੰਨਾ ਮਰਜੀ ਦਾਨ ਕਰ ਲਵੇ, ਬੜੇ ਪਦਾਰਥਾਂ ਦਾ ਦਾਤਾ ਕਹਾ ਲਵੇ, ਜੇਤਾ ਕਰੇ। ਜਿੰਨਾ ਵੀ ਉਹ ਇਸ਼ਨਾਨ ਦਾਨ ਕਰੂਗਾ, ਦੂਜੇ ਭਾਈ ਖੁਆਰ, ਦਵੈਤ ਭਾਵਨਾ ਕਰਕੇ ਖੁਆਰ ਖਰਾਬ ਦੁਖੀ ਹੋਊਗਾ। ਉਹ ਖੁਆਰ ਹੀ ਹੁੰਦੇ ਨੇ, ਭਾਵ ਇਹ ਬਾਸ਼ਨਾ ਦੇ ਵਧੇ ਆਵਾਗਮਨ ਵਿੱਚ ਪੈ ਕੇ, ਦਵੈਤ ਵਿੱਚ ਪੈ ਕੇ ਕਰਮਾਂ ਦਾ ਫਲ ਭੋਗਦੇ ਰਹਿਣਗੇ। ਕਿਉਂਕਿ ਉਹ ਨਿਸ਼ਕਾਮ ਤਾਂ ਕਰਮ ਨਹੀਂ ਕਰ ਰਹੇ, ਸਕਾਮ ਕਰਮ ਕਰਦੇ ਨੇ, ਤੇ ਜਿੱਥੇ ਦਿਖਾਵੇ ਮਾਤਰ ਪੁੰਨ ਕਰਦੇ ਹੈ ਤੇ ਲੁਕ ਕੇ ਪਾਪ ਕਰਦੇ ਨੇ, ਉਹ ਫਿਰ ਪਾਪ ਪੁੰਨ ਜਿਹੜੇ ਨੇ ਉਹਨਾਂ ਦਾ ਫਲ ਮਿਲਦਾ ਰਹਿੰਦਾ ਹੈ। ਹਰ ਜੀਉ ਆਪਣੀ ਕਿਰਪਾ ਕਰੇ, ਤੇ ਭਾਈ ਕਰੇ ਦੇ ਉੱਤੇ ਵਿਸਰਾਮ ਰੱਖਣਾ ਹੈ, ਧਿਆਨ ਰੱਖਣਾ ਹੈ, ਭਾਵੇਂ ਬਹੁਤਾ ਔਖਾ ਨਹੀਂ ਵਿਸਰਾਮ, ਫਿਰ ਵੀ ਹੇ ਭਾਈ ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਹੈ ਉਹ ਪ੍ਰਭੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਤਾਂ ਲਾਗੇ ਨਾਮ ਪਿਆਰ, ਤਾਂ ਫਿਰ ਭਾਈ ਇਹ ਬਖਸ਼ਿਸ਼ ਦੇਵੇ ਸਤ ਪਰਮੇਸ਼ਰ, ਤਾਂ ਨਾਮ ਦੇ ਨਾਲ ਸਨੇਹ ਲੱਗਦਾ ਹੈ। ਗੁਰੂ ਕਿਰਪਾ ਕਰ ਦੇਵੇ, ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ। ਨਾਨਕ ਨਾਮ ਸੰਭਾਲ ਤੂੰ, ਤੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਹੇ ਜੀਵ ਤੂੰ ਨਾਮ ਦੀ ਸੰਭਾਲ ਕਰ, ਸੰਭਾਲਣਾ ਕਰ। ਅਖੇ ਜੀ ਕਿਵੇਂ ਸੰਭਾਲਾਂ, ਮੈਨੂੰ ਜੁਗਤੀ ਦੱਸ ਦਿਓ, ਨਾਮ ਨੂੰ ਕਿਵੇਂ ਸੰਭਾਲਾਂ? ਤਾਂ ਮਹਾਰਾਜ ਜੁਗਤੀ ਦੱਸਦੇ ਨੇ, ਗੁਰ ਕੈ ਹੇਤ ਅਪਾਰ, ਤੂੰ ਗੁਰਾਂ ਦੇ ਹੇਤ ਅਪਾਰ, ਗੁਰੂ ਦੇ ਨਾਲ ਅਪਾਰ ਤੇ ਅਤਿਅੰਤ ਬਹੁਤਾ ਹੇਤ ਪਿਆਰ ਕਰ। ਹੇ ਜੀਵ ਸਤਿਗੁਰਾਂ ਨਾਲ ਬਹੁਤਾ ਪਿਆਰ ਕਰਕੇ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਜਿਸ ਦੁਆਰਾ ਤੇਰਾ ਅਮੋਲਕ ਮੁਲਖਾ ਜਨਮ ਸਫਲਾ ਹੋ ਜਾਊਗਾ। ਹੁਣ ਤੇਰਾ ਬਹੁਤਾ ਹੇਤ ਲੱਗਿਆ ਹੋਇਆ ਪਰਿਵਾਰ ਦੇ ਨਾਲ, ਜਾਂ ਮਾਇਆ ਦੇ ਨਾਲ, ਜਾਂ ਵਿਸ਼ਿਆਂ ਦੇ ਨਾਲ, ਰੱਬ ਦੇ ਨਾਲ ਪਿਆਰ ਨਹੀਂ ਤੇਰਾ ਲੱਗਿਆ ਹੋਇਆ। ਇਸ ਕਰਕੇ ਇਹ ਗੜਬੜ ਹੋ ਜਾਂਦੀ ਹੈ, ਨਾਮ ਦੇ ਨਾਲ ਸਨੇਹ ਨਹੀਂ ਲੱਗ ਰਿਹਾ। ਉਹ ਐਵੇਂ ਰਸਨਾ ਤੋਂ ਕਹਿ ਦੇਣਾ, ਰਸਨਾ ਨਾਲ ਕਹੀ ਜਾਣਾ, ਇਹ ਹੋਰ ਬਾਤ ਹੈ। ਜਿਹੜਾ ਪਿਆਰ ਨਾਲ ਕਹਿਣਾ ਉਹ ਹੋਰ ਬਾਤ ਹੈ। ਇਸ ਕਰਕੇ ਸਿਮਰਨ ਸਾਚ ਕਹੋ ਸੁਣ ਲਿਓ ਸਵੈ,
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਜ਼ਰੂਰੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਅਗਲੇ ਸ਼ਬਦ ਕਿਰਪਾ ਕਰਦੇ ਹਨ। ਇਹ ਸ਼ਬਦ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਦੇ ਹੋਏ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਗੋਇੰਦਵਾਲ ਸਾਹਿਬ। ਕਿਸ ਹਉ ਸੇਵੀ ਕਿਆ ਜਪ ਕਰੀ। ਇਹ ਭਾਈ ਪੂਰੇ ਸਤਿਗੁਰੂ ਨੂੰ ਜਾ ਕੇ ਪੁੱਛੋ। ਬੋਲ ਦਿਓਗੇ ਜੀ। ਸਤਿਗੁਰੂ ਪੁੱਛੋ। ਸਤਿਗੁਰ ਪੁੱਛੋ ਜਾਏ। ਸਤਿਗੁਰੂ ਨੂੰ ਜਾ ਕੇ ਪੁੱਛਣਾ ਕਰੋ। ਕੀ ਪੁੱਛਣਾ ਕਰੋ। ਹਉ ਮੈਂ ਮਹਾਰਾਜ ਕਿਹਦੀ ਸੇਵਾ ਕਰਾਂ, ਕਿਹੜਾ ਜਪ ਕਰਾਂ, ਕਿਹੜਾ ਜਾਪ ਕਰਾਂ ਤੇ ਕਿਹੜਾ ਤਪ ਕਰਾਂ। ਮੈਨੂੰ ਇਹ ਕਿਰਪਾ ਕਰਕੇ ਦੱਸੋ। ਜਾਪ ਦੀ ਵਿਧੀ ਦੱਸੋ ਮਹਾਰਾਜ, ਕੀ ਕਰਾਂ ਮੈਂ। ਸਤਿਗੁਰ ਕਾ ਭਾਣਾ ਮੰਨ ਲਈ। ਅਤੇ ਫਿਰ ਆਪਣੇ ਹਿਰਦੇ ਦੇ ਵਿੱਚ ਹੋਇਆ ਆਪ ਗਵਾਏ। ਆਪਣੇ ਹਿਰਦੇ 'ਚ ਅੰਦਰੋਂ ਆਪਾ ਭਾਵ ਹੰਕਾਰ ਗਵਾ ਦੇਵੇ। ਫਿਰ ਹੰਕਾਰ ਗਵਾ ਕੇ ਕੀ ਕਰਨਾ। ਜੋ ਤੂੰ ਕਰੇ ਕਰਾਵੇਂ। ਸੁਆਮੀ ਸਾ ਮਸਲਤ ਪ੍ਰਵਾਨ। ਉਹਦੇ ਹੁਕਮ ਨੂੰ ਪ੍ਰਵਾਨ ਕਰਦਾ। ਭਾਵੇਂ ਚੰਗਾ ਭਾਵੇਂ ਮੰਦਾ। ਜੈਸੀ ਨਜ਼ਰ ਤੁਮਾਰੀ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਮਹਾਰਾਜ ਮੈਂ ਇਹਦੀ 'ਚ ਸੰਤੁਸ਼ਟ ਹਾਂ। ਤੇ ਇਉਂ ਭਾਣਾ ਮੰਨ ਲਈ। ਫਿਰ ਇਹ ਸੇਵਾ ਚਾਕਰੀ। ਇਹੋ ਹੀ ਸਰੀਰ ਕਰਕੇ ਗੁਰਾਂ ਦੀ ਸੱਚੀ ਸੇਵਾ ਕਹੀਏ ਟਹਿਲ ਹੈ। ਚਾਕਰੀ ਨੌਕਰੀ ਹੈ। ਜਾਂ ਮਨ ਬਾਣੀ ਕਰਕੇ ਜਿਹੜਾ ਸਰੀਰ ਕਰਕੇ ਚਾਹ ਕਰੀ। ਚਾਹ ਹੁੰਦਾ ਕਹਿੰਦਾ ਇਹਨੂੰ ਚਾਹ ਚੜਿਆ ਹੋਇਆ। ਉੱਥੇ ਚਾਹ ਹੀ ਕਹਿੰਦੇ ਚਾਹ ਚੜਿਆ ਇਹਨੂੰ। ਖੁਸ਼ੀ ਮਤਲਬ ਹੈ। ਖੁਸ਼ੀ ਦੇ ਵਿੱਚ ਕਰੀ। ਜਿਹੜਾ ਖੁਸ਼ੀ ਦੇ ਵਿੱਚ ਚਾਹੇ ਝਾੜੂ ਮਾਰਨਾ ਹੈ, ਚਾਹੇ ਜੂਠੇ ਭਾਂਡੇ ਮਾਰਨਾ, ਲੰਗਰ ਤਿਆਰ, ਜਿਹੜਾ ਚਾਹ ਨਾਲ ਕਰਨਾ ਉਹ ਸੇਵਾ ਥਾਂ ਪੈਂਦੀ ਹੈ। ਜਿਹੜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਉਹ ਤਾਂ ਐਂ ਹੋਇਆ ਵੀ ਘੀ ਹੈ ਜਿਹੜਾ ਸਵਾਦ ਵਿੱਚ ਪਾ ਲਈਏ, ਭਾਂਡੇ ਮਾਂਜਣ ਤੋਂ ਸਵਾਦ ਵੀ ਗਈ ਤੇ ਘੀ ਵੀ ਗਿਆ। ਤੇ ਇਸ ਤਰ੍ਹਾਂ ਦਾ ਅਹਿਸਾਸ ਜੀ ਹੈ। ਜਿਹੜੀ ਚਾਹ ਦੇ ਨਾਲ ਕੀਤੀ ਜਾਵੇ ਉਹਨੂੰ ਚਾਹ ਕਰੀ। ਨੌਕਰੀ ਹੁੰਦੀ ਜਿਹੜੀ ਪੈਸੇ ਲੈ ਕੇ ਕਰੀ ਜਾਵੇ। ਤੇ ਚਾਕਰੀ ਨੂੰ ਵੀ ਭਾਵੇਂ ਨੌਕਰੀ ਚਾਕਰੀ ਸ਼ਬਦ ਵਰਤਦੇ ਆ, ਪਰ ਡਾਕਟਰ ਭਾਈ ਵੀਰ ਸਿੰਘ ਨੇ ਇਹ ਅਰਥ ਬੜਾ ਸੋਹਣਾ ਕੀਤਾ ਹੈ। ਮੇਰਾ ਖਿਆਲ ਕਹਿੰਦਾ ਵੀ 25-30 ਸਾਲ ਪਹਿਲਾਂ ਦੀ ਗੱਲ ਹੈ। ਹਜ਼ੂਰ ਸਾਹਿਬ ਪਹਿਲੀ ਵਾਰ ਜਦੋਂ ਤਖਤ ਸਾਹਿਬ ਤੇ ਮੌਕਾ ਮਿਲਿਆ, ਸਿੰਘ ਸਾਹਿਬ ਦਾ ਹੁਕਮ ਹੋਇਆ, ਉਹ ਮੈਂ ਅਰਥ ਦੇਖਿਆ। ਉਹ ਮੇਰੇ ਹੁਣ ਤੱਕ ਯਾਦ ਹੈ ਵੀ ਭਾਈ ਵੀਰ ਸਿੰਘ ਨੇ ਅਰਥ, ਮੈਂ ਉਹਨਾਂ ਦੀ ਪੋਥੀ ਪਈ ਸੀ ਉੱਥੇ, ਮੈਨੂੰ ਗਿਆਨੀ ਜੀ ਨੇ ਦਿੱਤਾ ਕਿ ਨਹੀਂ ਹਰਦੀਪ ਸਿੰਘ ਜੀ ਮੁੱਖ ਗ੍ਰੰਥੀ ਸਨ, ਹੈਡ ਗ੍ਰੰਥੀ ਸਾਹਿਬ, ਉਹਦੇ ਹੀ ਲਿਖਿਆ ਚਾਹ ਕਰੀ। ਜਿਹੜੀ ਚਾਹ ਕਰਕੇ ਕਰੇ ਉਹ ਅਰਥ ਮੇਰੇ ਹੁਣ ਤੱਕ ਯਾਦ ਹੈ। ਇਸ ਕਰਕੇ ਥੋੜੇ ਜਿਹੇ ਧਿਆਨ ਨਾਲ ਅਰਥਾਂ ਨੂੰ ਦੇਖੋਗੇ ਅਰਥ ਯਾਦ ਰਹਿ ਜਾਂਦੇ ਹੁੰਦੇ ਆ। ਉਹ ਜਿਹੜੇ ਦਿਲ ਦੀ ਤਹਿ 'ਚ ਬੈਠ ਜਾਣ ਉਹ ਤਾਂ ਅਰਥ ਦਾ ਯਾਦ ਰਹਿਣਾ, ਸਮਾਂ ਵੀ ਯਾਦ ਰਹਿ ਜਾਂਦਾ ਵੀ ਕਿੱਥੇ ਅਰਥ ਕੀਤਾ। ਸੋ ਜਿਹੜੀ ਚਾਹ ਦੇ ਨਾਲ ਕਰਨੀ ਹੈ ਤੇ ਉਹੀ ਭਾਈ ਕੀਤੀ ਹੋਈ ਸੇਵਾ ਸਫਲੀ ਹੈ, ਜਿਹਦੇ ਨਾਲ ਨਾਮ ਆ ਕਰਕੇ, ਕਿਉਂਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਭਾਣਾ ਜਿਨ੍ਹਾਂ ਨੇ ਮੰਨ ਲਿਆ ਵਿੱਚੋਂ ਆਪ ਗਵਾਏ। ਨਾਮ ਵੀ ਆ ਕੇ ਬਸੂਗਾ, ਕਿਉਂਕਿ ਜਿਹੜਾ ਮਨ ਗਿਆ ਵੈਲ ਵਾਲੇ ਮਨ ਉਧਰੋਂ ਆ ਜਾਊਗਾ, ਆ ਕੇ ਨਾਮ ਦੇ ਵਿੱਚ ਬਸੂਗਾ ਤੇ ਵਿੱਚੋਂ ਆਪਾ ਗਵਾਏ ਤਾਂ ਨਾਮ ਬਸੂਗਾ। ਹੁਣ ਤੁਸੀਂ ਇੱਥੇ ਬੈਠੇ ਹੋ, ਭਲਾ ਐਸੀ ਜਗ੍ਹਾ ਤੇ ਕੋਈ ਹੋਰ ਬੈਠਾ ਹੋਵੇ, ਇੱਥੇ ਬੈਠ ਜਾਓਗੇ ਫਿਰ ਤੁਸੀਂ। ਜਿੱਥੇ ਅੰਦਰ ਹੰਕਾਰ ਬੈਠੇ ਉੱਥੇ ਨਾਮ ਕਿਵੇਂ ਬਹਿ ਜਾਊਗਾ ਆ ਕੇ, ਔਰ ਜਿੱਥੇ ਨਾਮ ਬੈਠਿਆ ਉੱਥੇ ਫਿਰ ਹੰਕਾਰ ਨਹੀਂ ਆ ਕੇ ਬੈਠ ਸਕਦਾ। ਵਿੱਚੋਂ ਆਪ ਗਵਾਏ। ਤੇ ਜਿਨ੍ਹਾਂ ਨੇ ਆਪ ਗਵਾਤਾ ਇਹ ਸੇਵਾ ਚਾਕਰੀ। ਤੇ ਇਹ ਸੇਵਾ ਜਿਹੜੀ ਹੈ ਚਾਹ ਦੇ ਨਾਲ ਜਿਹਨਾਂ ਕਰੀ ਨਾਮ ਵਸੈ ਮਨ ਆਏ, ਉਹਨਾਂ ਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ। ਨਾਮ ਵਸੈ ਬੋਲਦੇ ਹੋ, ਨਾਮ ਵਸੈ ਮਨ ਆਏ। ਉਹਨਾਂ ਦੇ ਆ ਕੇ ਭਾਈ ਨਾਮ ਹਿਰਦੇ ਵਿੱਚ ਵਸ ਜਾਏਗਾ। ਫਿਰ ਨਾਮੈ ਹੀ ਤੇ ਸੁਖ ਪਾਈਐ। ਫਿਰ ਪ੍ਰਭੂ ਦੇ ਨਾਮ ਦੁਆਰਾ ਆਤਮ ਸੁਖ ਪਾਈਦਾ, ਪ੍ਰਾਪਤ ਹੋ ਜਾਂਦਾ ਹੈ। ਸੱਚਾ ਸ਼ਬਦ ਸੁਹਾਏ। ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ ਲੋਕ ਪਰਲੋਕ ਵਿੱਚ ਸੁਹਾਏ ਨਾਮ ਸੋਭ ਨੀਖਦਾ ਹੈ। ਉਹਦੀ ਫਿਰ ਨਾਮ ਜਪਣ ਵਾਲੀ ਸੋਭਾ ਹੁੰਦੀ ਹੈ। ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਹੁਣ ਮਨ ਨੂੰ ਕਹਿੰਦੇ ਨੇ ਮੇਰੇ ਮਨ, ਤੇ ਅਨ ਦਿਨ ਜਾਗ ਇੱਥੇ ਵਿਸਰਾਮ ਹੈ ਭਾਈ। ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਕਹਿੰਦੇ ਹੈ ਮੇਰੇ ਮਨ ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗ। ਤੇ ਅਨ ਦਿਨ ਰਾਤ ਦਿਨ ਗਿਆਨ ਅਵਸਥਾ ਦੇ ਵਿੱਚ ਜਾਗ। ਹਰ ਪ੍ਰਭੂ ਨੂੰ ਚੇਤੇ ਕਰ। ਤੇ ਜਦੋਂ ਚੇਤੇ ਕਰੇਗਾ ਤਾਂ ਫਿਰ ਜਿਹੜੀ ਅਵਿਦਿਆ ਰੂਪੀ ਅਨ ਰਾਤ ਹੈ, ਇਹ ਤੋਂ ਦਿਨ ਗਿਆਨ ਦੁਆਰਾ ਦਿਨ ਚੜ੍ਹ ਜਾਏ, ਚਾਨਣਾ ਹੋ ਜਾਏਗਾ। ਆਪਣੀ ਖੇਤੀ ਰੱਖ ਲੈ। ਤੇ ਭਾਈ ਆਪਣੀ ਜਿਹੜੀ ਜਵਾਨੀ ਦੀ ਖੇਤੀ ਹੈ ਇਹਨੂੰ ਸੰਭਾਲ ਕੇ ਰੱਖ ਲੈ। ਬਿਰਧ ਅਵਸਥਾ ਰੂਪੀ, ਨਹੀਂ ਤਾਂ ਫਿਰ ਕੂੰਜ ਆ ਰਹੀ ਹੈ। ਕੂੰਜ ਪੜੇਗੀ ਖੇਤ। ਇਹ ਜਿਹੜਾ ਕੂੰਜ ਹੈ ਨਾ, ਕਾਸਨੀ ਜੇ ਰੰਗ ਦਾ ਇੱਕ ਜਾਨਵਰ ਹੁੰਦਾ ਤੇ ਗਰਦਨ ਥੋੜੀ ਜਿਹੀ ਲੰਮੀ ਹੁੰਦੀ ਹੈ ਇਹਦੀ। ਬੜਾ ਸੋਹਣਾ ਜਾਨਵਰ ਹੈ, ਰਹਿੰਦਾ ਤਾਂ ਪਹਾੜਾਂ 'ਚ ਹੈ,
ਜਾਂ ਬਰਫਾਨੀ ਇਲਾਕੇ 'ਚ ਰਹਿੰਦਾ ਹੈ। ਪਰ ਇਹ ਕੱਤੇ ਦੇ ਮਹੀਨੇ ਉਧਰੋਂ ਮੈਦਾਨੀ ਇਲਾਕੇ 'ਚ ਆ ਜਾਂਦੇ ਆ। ਇੱਧਰ ਡਾਰਾਂ ਦੀਆਂ ਡਾਰਾਂ ਆਉਂਦੀਆਂ ਨੇ ਤੇ ਉਹਨਾਂ ਦੇ ਆਂਡੇ ਪਿੱਛੇ ਦਿੱਤੇ ਹੁੰਦੇ ਨੇ। ਉਹ ਰਹਿ ਰਾਸ ਜਿਹੜਾ ਪੜ੍ਹਦੇ ਆ ਹਰ ਰੋਜ਼, ਊੜੇ ਊੜਾ ਵੈ ਸੈ ਕੋਸਾ ਤੇ ਪਾਛੇ ਬਚੇ ਚਰਿਆ, ਉਹਦੀ ਗੱਲ ਹੈ। ਉਹ ਜਿਹੜੀ ਕੂੰਜ ਹੈ ਉਹ ਫਿਰ ਫਸਲਾਂ ਨੂੰ ਬੜੀ ਪੈਂਦੀ ਹੈ, ਬੜਾ ਨੁਕਸਾਨ ਕਰਦੀ ਹੈ ਫਸਲਾਂ ਦਾ। ਉਹਦਾ ਮਹਾਰਾਜ ਪ੍ਰਮਾਣ ਹੀ ਦਿੱਤਾ। ਇਹ ਕਹਿੰਦੇ ਜੇ ਤੂੰ ਆਪਣੀ ਖੇਤੀ ਦੀ ਸੰਭਾਲ ਨਾ ਕੀਤੀ, ਕਹਿੰਦੇ ਫਿਰ ਇੱਕ ਸੁਣ ਲੈ ਵੀ ਬਿਰਧ ਅਵਸਥਾ ਰੂਪੀ ਕੂੰਜ ਆ ਰਹੀ ਹੈ ਤੇਰੀ ਖੇਤੀ ਖਾਣ ਵਾਸਤੇ। ਕੂੰਜ ਪੜੇਗੀ ਖੇਤ, ਇਹ ਕੂੰਜ ਪੈ ਜਾਏਗੀ ਤੇਰੀ ਖੇਤੀ ਨੂੰ, ਬਿਰਧ ਅਵਸਥਾ ਰੂਪੀ ਕੂੰਜ ਪੈਗੀ। ਫਿਰ ਬੋਲੋ ਜੀ ਦੁਬਾਰੇ, ਆਪਣੀ ਖੇਤੀ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਤੇ ਭਾਈ ਤੂੰ ਆਪਣੀ ਖੇਤੀ ਦੀ ਸੰਭਾਲ ਕਰ ਲੈ। ਤੇ ਮਨੁੱਖ ਜਿਹੜੀ ਜਵਾਨੀ ਨੂੰ ਨਾਮ ਸਿਮਰਨ ਦੁਆਰਾ, ਸੇਵਾ ਸਿਮਰਨ ਦੁਆਰਾ ਇਹਨੂੰ ਸਫਲੀ ਕਰ ਲੈ। ਬੁਢਾਪੇ ਨੇ ਆ ਕੇ ਇਸ ਨੂੰ ਲੁੱਟ ਲੈਣਾ, ਫਿਰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿਣਾ ਤੇਰੇ ਕੋਲ। ਇਸ ਕਰਕੇ ਆਪਣੀ ਸ਼ੁਭ ਗੁਣਾ ਰੂਪੀ ਖੇਤੀ ਨੂੰ ਸਾਂਭ ਕੇ ਰੱਖਣਾ ਕਰ। ਆਪਣੀ ਖੇਤੀ ਰੱਖ ਲੈ ਹਿਰਦੇ ਰੂਪੀ ਤਲ ਦੇ ਉੱਤੇ, ਇਹ ਖੇਤ ਦੇ ਉੱਤੇ ਨਾਮ ਵੀ ਸੰਤੋਖ ਸੁਹਾਗਾ ਵਾਲੀ ਜਿਹੜੀ ਹੈ ਸ਼ੁਭ ਗੁਣਾ ਦੀ ਖੇਤੀ ਹੈ ਤੇਰੀ। ਕਿਉਂਕਿ ਹਿਰਦੇ ਰੂਪੀ ਖੇਤ ਵਿੱਚ ਇਹ ਯਾਦ ਰੱਖੀ ਤ੍ਰਿਸ਼ਨਾ ਰੂਪੀ ਕੂੰਜ ਖਾਣ ਵਾਸਤੇ ਵੀ ਆ ਰਹੀ ਹੈ। ਇਹ ਤ੍ਰਿਸ਼ਨਾ ਦੀ ਕੂੰਜ ਹੈ, ਵਿਕਾਰਾਂ ਦੀਆਂ ਕੂੰਜਾਂ ਦੀਆਂ ਡਾਰਾਂ ਆ ਰਹੀਆਂ, ਵਿਕਾਰਾਂ ਦੀਆਂ ਖਾ ਜਾਣਗੇ ਤੇਰੀ ਖੇਤੀ ਨੂੰ। ਇਸ ਕਰਕੇ ਆਪਣੀ ਖੇਤੀ ਦੀ ਸੰਭਾਲ ਕਰ ਲੈ, ਨਾਮ ਰੂਪੀ ਖੇਤੀ ਦੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਹਨ ਜੇ ਮਨ ਕੀਆ ਇੱਛਾ ਪੂਰੀਆ। ਤੇ ਉਹਦੇ 'ਚ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਉਹਦੇ 'ਚ ਇਹ ਵੀ ਭਾਵ ਹੈ ਵੀ ਸਵਾਸਾਂ ਰੂਪੀ ਖੇਤੀ ਜਿਹੜੀ ਸਾਂਭ ਕੇ ਰੱਖ ਲੈ। ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਸਰੀਰ ਰੂਪੀ ਖੇਤ ਦੇ ਮੌਤ ਰੂਪੀ ਕੂੰਜ ਵੀ ਆ ਰਹੀ ਹੈ। ਇਹ ਵੀ ਅਰਥ ਮਹਾਂਪੁਰਖਾਂ ਨੇ ਕੀਤਾ ਹੋਇਆ ਹੈ। ਇਹਨਾਂ ਸਵਾਸਾਂ ਨੂੰ ਸਿਮਰ ਤੇ ਸੇਵਾ ਦੇ ਨਾਲ ਸ਼ੁਭ ਕਰਮਾਂ ਨੂੰ ਸਫਲੇ ਕਰਨਾ ਕਰ। ਤੇ ਫਿਰ ਅਸਥਾਈ ਦੇ ਕੇ ਮਹਾਰਾਜ ਸਾਹਿਬ ਜੀ ਨੇ ਅੱਗੇ ਸ਼ਬਦ ਉਚਾਰਨ ਕੀਤਾ ਹੈ ਜੇ ਮਨ ਕੀਆ ਇੱਛਾ ਪੂਰੀਆ। ਉਹਨਾਂ ਦੀਆਂ ਮਿਹਨਤੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਸ਼ਬਦ ਰਹਿਆ ਭਰਪੂਰ, ਜਿਨ੍ਹਾਂ ਦੇ ਮਨ ਦੇ ਵਿੱਚ ਸ਼ਬਦ ਪਰਿਪੂਰਨ ਵਿਆਪਕ ਵਾਹਿਗੁਰੂ ਪਰਮੇਸ਼ਰ ਸਮਾ ਗਿਆ ਹੈ, ਉਹਦੀ ਸਖਿਆਤਾਕਾਰ ਹੋ ਗਈ। ਉਹਦਾ ਨਾਮ ਦਾ ਸਿਮਰਨ ਦੀ ਧੁਨ ਚੱਲ ਪਈ ਅੰਦਰ। ਪੈ ਭਾਈ ਭਗਤ ਕਰਹਿ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਦੂਰ। ਉਹ ਦਿਨ ਰਾਤ ਭੈ ਧਾਰਨ ਕਰਕੇ ਪ੍ਰੇਮਾ ਭਗਤੀ ਕਰਦੇ ਹੈ ਅਤੇ ਹਰ ਵਕਤ ਉਹ ਪ੍ਰਮਾਤਮਾ ਨੂੰ ਆਪਣੇ ਹਦੂਰ ਹਾਜ਼ਰ ਨਾਜ਼ਰ ਵੇਖਦੇ ਹੈ। ਉਹਨਾਂ ਦਾ ਨਿਸ਼ਚਾ ਹੁੰਦਾ ਹੈ ਕਿ ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਮੈਂ ਸਭ ਕੁਝ, ਪਰਮੇਸ਼ਰ ਜਿਹੜਾ ਹਾਜ਼ਰ ਨਾਜ਼ਰ ਸਭ ਕੁਝ ਸੁਣਦਾ ਵੇਖਦਾ, ਸਭ ਕੁਝ ਸੁਣਦਾ ਵੇਖਦਾ। ਕਿ ਉਹ ਮੁੱਕਰ ਪਾਇਆ ਜਾਏ ਤੇ ਉਹ ਤੋਂ ਕਿਵੇਂ ਮੁੱਕਰੇਗਾ? ਉਹਦਾ ਸਦ ਸੁਣਦਾ, ਸਦ ਵੇਖਦਾ ਹਮੇਸ਼ਾ ਹੀ। ਸਾਰੀ ਜਗ੍ਹਾ ਘਟ ਘਟ ਕੇ ਅੰਤਰ ਕੀ ਜਾਣਦਾ, ਸਭਨਾਂ ਉੱਪਰ ਨਜ਼ਰ ਪਰ ਸਾਰਿਆਂ ਤੇ ਨਜ਼ਰ ਹੈ ਵਾਹਿਗੁਰੂ ਦੇ। ਸੱਚੇ ਸ਼ਬਦ ਸਦਾ ਮਨ ਰਾਤਾ, ਸੱਚੇ ਨਾਲ ਤੇਰਾ ਮਨ ਜਿਹੜਾ ਹੈ, ਜਿਨ੍ਹਾਂ ਦਾ ਮਨ ਰੰਗਿਆ ਗਿਆ ਹੈ, ਭਰਮ ਗਿਆ ਸਰੀਰ ਦੂਰ। ਤੇ ਜਿਨ੍ਹਾਂ ਦਾ ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੇ ਨਾਲ ਮਨ ਰੰਗਿਆ ਗਿਆ ਨਾ, ਉਹਨਾਂ ਦੇ ਸਰੀਰ ਵਿੱਚੋਂ, ਹਿਰਦੇ ਦੇ ਵਿੱਚੋਂ ਭੇਦ ਪਰਮ ਕਰਤਤ ਪਰਮ ਪੁਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪੰਚੋ ਪਰਮ ਸੰਸਾਰ। ਭਰਮ ਜਿਹੜਾ ਅਸਲੀਅਤ ਤੋਂ ਦੂਰ ਲੈ ਜਾਣ ਦੀ ਸ਼ਕਤੀ, ਭੁਲੇਖਾ ਪੈਂਦਾ ਹੈ, ਸੱਚ ਤੇ ਝੂਠ ਦਾ ਨਿਰਣਾ ਨਹੀਂ ਕਰ ਸਕਦਾ ਭਰਮ ਦੇ ਵਿੱਚ। ਤੋ ਇਸ ਕਰਕੇ ਇਹ ਭਰਮ ਤੇਰੇ ਸਰੀਰ ਤੋਂ ਦੂਰ ਚਲਾ ਜਾਵੇਗਾ। ਨਿਰਮਲ ਸਾਹਿਬ ਪਾਇਆ, ਫਿਰ ਉਹ ਨਿਰਮਲ ਸਾਹਿਬ ਦੀ ਪ੍ਰਾਪਤੀ ਹੋ ਜਾਏਗੀ। ਸੱਚਾ ਗੁਣੀ ਗਹੀਰ, ਜੋ ਸੱਚਾ ਪਰਮੇਸ਼ਰ ਗੁਣੀ ਗੁਣਾ ਦਾ ਖੀਰ ਸਮੁੰਦਰੀ ਹੈ, ਖਜ਼ਾਨਾ ਹੈ। ਮਲ ਵਿਵੇਕ ਜਿਹੜੀਆਂ ਮੈਲਾਂ ਲੱਗੀਆਂ ਨਾ, ਮਲ ਹੈ, ਵਿਖੇਪ ਹੈ, ਤੇ ਇਹਨਾਂ ਤੋਂ ਅਵਰਨ ਹੈ, ਇਹਨਾਂ ਤੋਂ ਮੈਲ ਤੋਂ ਰਹਿਤ ਹੋ ਜਾਏਗਾ। ਨਿਰਮਲ ਮੈਲ ਤੋਂ ਰਹਿਤ ਸੁੱਧ ਸਰੂਪ, ਸਾਰਿਆਂ ਦਾ ਸਾਹਿਬ ਮਾਲਕ ਜੋ ਵਾਹਿਗੁਰੂ ਹੈ ਉਹਨੂੰ ਪਾ ਲੇਗਾ, ਜਿਹੜਾ ਸੁੱਧ ਸਰੂਪ ਹੈ, ਜਿਹਦੇ ਵਿੱਚ ਰਾਈ ਮਾਤਰ ਵੀ ਕਿਤੇ ਕੋਈ ਭਰਮ ਭੁਲੇਖਾ ਨਹੀਂ, ਕੋਈ ਮਾਇਆ ਦੀ ਅੰਸ਼ ਨਹੀਂ। ਉਹ ਸੁੱਧ ਨਿਰੋਲ ਬ੍ਰਹਮ ਹੈ, ਉਹਦੀ ਪ੍ਰਾਪਤੀ ਹੋ ਜਾਏਗੀ। ਜੋ ਜਾਗੇ ਸੇ ਉਬਰੇ, ਜਿਹੜੇ ਅਗਿਆਨਤਾ ਦੀ ਨੀਤ ਤੋਂ ਗਿਆਨ ਅਵਸਥਾ ਵਿੱਚ ਜਾਗ ਆਏ ਹਨ, ਉਹ ਉਬਰੇ ਬਚ ਜਾਣਗੇ ਕਾਮ ਕ੍ਰੋਧ ਆਦਿ ਦੁਸ਼ਮਣਾਂ ਤੋਂ। ਸੁਤੇ ਗਏ ਮਹਾਏ, ਅਵਿਦਿਆ ਦੀ ਨੀਂਦ ਜਿਹੜੇ ਸੁੱਤੇ ਰਹਿ ਗਏ ਭਾਈ, ਉਹ ਜ਼ਿੰਦਗੀ ਕਾਮ ਕ੍ਰੋਧ ਜਿਹੜੇ ਠੱਗਨ ਚੋਰ ਨੇ, ਜਿਹੜੇ ਉਹਨਾਂ ਨੇ ਮੁਹਾਏ ਲੁੱਟ ਲਏ। ਉਹਨਾਂ ਨੇ ਇਹ ਦੇਹ ਦੇ ਅੰਦਰ ਕਾਮ ਕ੍ਰੋਧ ਲੋਭ ਮੁਕਾਰੇ ਠੱਗ ਵਸਦੇ ਹਨ। ਸੱਚਾ ਸ਼ਬਦ ਨਾ ਪਛਾਣਿਓ, ਤੇ ਜਿਨ੍ਹਾਂ ਨੇ ਭਾਈ
ਸਤਿਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਨੂੰ, ਉਪਦੇਸ਼ ਦੁਆਰਾ ਆਪਣੇ ਆਪੇ ਨੂੰ ਨਹੀਂ ਪਛਾਣਿਆ, ਵਾਹਿਗੁਰੂ ਨੂੰ ਨਹੀਂ ਪਛਾਣਿਆ ਜਿਨ੍ਹਾਂ ਨੇ ਸੁਪਨਾ ਗਿਆ ਵਿਹਾਏ। ਸ਼ਬਦ ਸੱਚੇ ਬ੍ਰਹਮ ਨੂੰ ਤਾਂ ਪਛਾਣਿਆ ਨਹੀਂ, ਇਹ ਸੰਸਾਰ ਰੂਪੀ ਸੁਪਨਾ ਅੰਤ ਨੂੰ ਐਵੇਂ ਵਿਹਾਏ ਗੁਜ਼ਰ ਜਾਣਾ ਹੈ, ਜ਼ਿੰਦਗੀ ਬੀਤ ਜਾਣੀ ਹੈ, ਅਫਸੋਸ ਕਰੂਗਾ ਪਰਲੋਕ ਨੂੰ ਵਿਦਾ ਹੋਣ ਵੇਲਾ। ਹੁਣ ਦੇਖ ਲਓ, ਕੱਲ ਦਾ ਦਿਨ ਅੱਜ ਸੁਪਨਾ ਹੈ ਤੇ ਅੱਜ ਦਾ ਦਿਨ ਕੱਲ ਨੂੰ ਸੁਪਨਾ ਹੈ, ਬਚਪਨ ਸੁਪਨਾ ਹੋ ਗਿਆ ਤੇ ਇੱਕ ਦਿਨ ਆ ਜ਼ਿੰਦਗੀ ਵੀ ਸਾਰੀ ਸੁਪਨਾ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਕੁਛ ਨਹੀਂ ਹੈ ਸੁਪਨੇ ਤੋਂ ਬਿਨਾ। ਇਹਨੂੰ ਮੂਰਖ ਮਨ ਨੂੰ ਹਰ ਰੋਜ਼ ਸਮਝਾਓ। ਇਸ ਕਰਕੇ ਇਹ ਸੁਪਨੇ ਦੀ ਨਿਆਈਆਂ, ਸੁਪਨਾ ਗਿਆ ਵਿਆਹ ਬਤੀਤ ਹੋ ਜਾਣਾ ਹੈ। ਸੁਣੇ ਘਰ ਕਾ ਪਾਹਣਾ, ਸੁਣੇ ਨੰਨਾ ਅੱਖਰ ਹੈ ਭਾਈ, ਧਿਆਨ ਨਾਲ ਪੋਥੀਆਂ ਵਾਲੇ ਨੇ ਖਾਸ ਕਰਕੇ ਖਿਆਲ ਰੱਖੋ। ਨੰਨਾ ਅੱਖਰ ਪੂਰਾ ਬੋਲੀਦਾ ਹੁੰਦਾ ਹੈ, ਨੰਨਾ ਨੰਨਾ ਯਈਆ ਇਹ ਅੱਖਰ ਔਖੇ ਨੇ ਥੋੜੇ ਜਿਹੇ ਬੋਲਣੇ। ਸੁਣੇ ਘਰ ਕਾ ਪਾਹੁਣਾ, ਤੇ ਉਹ ਸੁਣੇ ਖਾਲੀ ਨੂੰ ਕਹਿੰਦੇ ਨੇ। ਜਿਹੜਾ ਘਰ ਉਜੜ ਗਿਆ ਖਾਲੀ ਹੈ, ਉੱਥੇ ਮਹਿਮਾਨ ਆ ਜਾਵੇ, ਪ੍ਰਾਹੁਣਾ ਨਾ ਮਹਿਮਾਨ ਦਾ ਹੈ, ਉਹ ਜਿਵੇਂ ਆਉਂਦਾ ਹੈ, ਨਾ ਉਹਨੂੰ ਪਾਣੀ ਦਿੱਤਾ ਕਿਸੇ ਨੇ, ਨਾ ਮੰਜਾ ਬਿਸਤਰਾ ਬੈਠਣ ਨੂੰ ਕਿਹਾ, ਨਾ ਰੋਟੀ ਦਿੱਤੀ, ਉਹ ਜਿਵੇਂ ਆਇਆ ਸੀ ਉਕਣੇ ਮੁੜ ਗਿਆ। ਜਿਵੇਂ ਆਉਂਦਾ ਹੈ, ਜੋ ਆਇਆ ਤਿਉ ਜਾਏ, ਉਹ ਜਿਵੇਂ ਆਇਆ ਸੀ ਜਿਨ੍ਹਾਂ ਰਾਹਾਂ ਤੋਂ, ਉਹ ਕਹਿੰਦਾ ਵੀ ਇੱਥੇ ਤਾਂ ਹੈ ਹੀ ਨਹੀਂ ਕੋਈ, ਘਰੇ ਹੀ ਉਜੜ ਗਿਆ, ਮੁੜ ਕੇ ਵਾਪਸ ਚਲਾ ਜਾਂਦਾ ਦੁਖੀ ਹੋ ਕੇ, ਜਿਵੇਂ ਭੁੱਖਣ ਭਾਣੇ ਆਇਆ ਸੀ, ਉਦਾਸ ਹੋ ਕੇ ਚਲਿਆ ਜਾਂਦਾ। ਉਹਨੂੰ ਕੋਈ ਜਿਵੇਂ ਕੋਈ ਪਦਾਰਥ ਨਹੀਂ ਉੱਥੇ ਮਿਲਿਆ, ਕੋਈ ਆਦਰ ਨਹੀਂ ਮਿਲਿਆ। ਇਸੇ ਤਰ੍ਹਾਂ ਸੁਣੇ ਘਰ ਕਾ ਪਾਹੁਣਾ, ਇਹ ਜੀਵ ਸੰਸਾਰ ਰੂਪੀ ਸੁੰਨੇ ਘਰ ਦੇ ਵਿੱਚ ਮਹਿਮਾਨ ਬਣ ਕੇ, ਇਹ ਮਹਿਮਾਨ ਦੀ ਨਿਆਈ ਆਇਆ। ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੁੱਤਾ ਗ੍ਰਸਤੋਂ ਸਭ ਫੁੱਲਾਂ ਕੀ ਬਾਗਾਤ। ਉਹ ਗੁਣਾ ਤੋਂ ਸਖਣਾ ਉਦਾਸ ਹੋ ਕੇ ਫਿਰਨਾ, ਖਾਲੀ ਹੱਥ ਜਾਂਦਾ ਹੈ। ਚੱਲਿਓ ਜਵਾਰੀ ਦੋਏ ਹੱਥ ਝਾਰ, ਦੋਨੇ ਹੱਥ ਜਿਵੇਂ ਜਵਾਰੀ ਝਾੜ ਕੇ ਜਾਂਦਾ ਨਾ, ਪੱਲੇ ਕੁਛ ਨਹੀਂ, ਹਾਰ ਕੇ ਬਾਜੀ ਐ ਜਾਊਗਾ ਜੇ ਨਾਮ ਨਹੀਂ ਜਪਣਾ। ਮਨਮੁਖ ਜਨਮ ਬਿਰਥਾ ਗਿਆ, ਭਾਈ ਨਿਗੋਰੇ ਨ ਜਿਹੜੇ ਰਹਿਤ ਬਹਿਤ ਨਹੀਂ ਰੱਖਦੇ, ਚਾਹੇ ਗੁਰੂ ਵਾਲੇ ਵੀ ਬਣ ਗਏ, ਕਹਿੰਦੇ ਉਹ ਜਿਹੜੇ ਨਿਗੋਰੇ ਨ ਮਨਮੁਖ, ਉਹਨਾਂ ਦਾ ਮਨੁੱਖਾ ਜਨਮ ਜਿਹੜਾ ਨਾ, ਮਨਮੁਖ ਜਨਮ ਬਿਰਥਾ ਬੇਅਰਥ ਹੀ ਚਲਾ ਗਿਆ, ਕਿਉਂਕਿ ਗਿਆਨ ਨਹੀਂ ਪ੍ਰਾਪਤ ਕੀਤਾ, ਭਗਤੀ ਨਹੀਂ ਪ੍ਰਾਪਤ ਕੀਤੀ। ਮਨੁੱਖਾ ਜਨਮ ਗਿਆਨ ਅਤੇ ਭਗਤੀ ਤੋਂ ਰਹਿਤ, ਭਗਤੀ ਤੋਂ ਬਿਨਾਂ ਵਿਅਰਥ ਹੀ ਚਲਿਆ ਗਿਆ ਹੈ। ਕਿਆ ਮੋਹ ਦੇਸੀ ਜਾਏ, ਫਿਰ ਅੱਗੇ ਪਰਲੋਕ ਦੇ ਵਿੱਚ ਜਾ ਕੇ ਕਿਹੜਾ ਮੂੰਹ ਦੇਸੀ ਦੇਏਗਾ, ਮੂੰਹ ਕੀ ਦਿਖਾਏਗਾ। ਉਹ ਕਹਿੰਦਾ ਫਲਾਣੇ ਹੁਣ ਤੂੰ ਆ ਮੂੰਹ ਦਿਖਾਉਣਾ ਆ, ਚਲਾ ਜਾ, ਮੈਨੂੰ ਮੂੰਹ ਨਾ ਦਿਖਾ, ਨਫ਼ਰਤ ਦਾ ਸ਼ਬਦ ਹੈ। ਕੀ ਮੂੰਹ ਦਿਖਾਏਗਾ ਉੱਥੇ ਪਰਲੋਕ ਚ, ਲਾਹਣਤਾਂ ਪੈਣਗੀਆਂ। ਸਭ ਕੁਛ ਆਪੇ ਆਪ ਹੈ, ਤੇ ਗੁਰਮੁਖ ਜਨਾਂ ਦਾ ਨਿਸ਼ਚਾ ਦੱਸਦੇ ਨੇ ਹੁਣ, ਉਹਨਾਂ ਦਾ ਨਿਸ਼ਚਾ ਵੀ ਸਭ ਕੁਛ ਆਪੇ ਆਪ ਕਰ ਰਿਹਾ ਵਾਹਿਗੁਰੂ। ਇਹ ਪ੍ਰਪੰਚ ਜਿਹੜਾ ਹੈ ਬ੍ਰਹਮ ਰੂਪ ਹੀ ਹੈ, ਕਿਉਂਕਿ ਉਹਦਾ ਹੀ ਸਾਜਿਆ ਹੋਇਆ, ਉਹ ਇਹਦੇ ਵਿੱਚ ਵਿਆਪਕ ਹੈ। ਹਉਮੈ ਵਿੱਚ ਕਹਿਨ ਨਾ ਜਾਏ, ਪਰ ਜਿਹੜੇ ਮਨਮੁਖ ਨੂੰ ਉਹਨਾਂ ਦੀ ਭਾਸ਼ਾ ਥੋੜੀ ਹੈ, ਤਾਂ ਗੁਰਮੁਖਾਂ ਦੀ ਭਾਸ਼ਾ ਵੀ ਸਭ ਕੁਝ ਆਪੇ ਆਪ ਹੈ। ਹਉਮੈ ਵਿੱਚ ਨਹੀਂ ਕਹਿ ਸਕਦਾ ਵੀ ਸਭ ਕੁਝ ਆਪੇ ਆਪ ਹੈ, ਕਹਿੰਦਾ ਨਹੀਂ ਮੈਂ ਕਰ ਰਿਹਾ। ਉਹ ਤਾਂ ਘਰਦਿਆਂ ਨੂੰ ਵੀ ਦਬਕੇ ਮਾਰਦਾ, ਜਿੱਦਣ ਮੈਂ ਨਾ ਹੋਇਆ ਭੁੱਖੇ ਮਰ ਜਾਓਗੇ ਤੁਸੀਂ, ਇਹ ਮੈਂ ਹੀ ਕਰ ਰਿਹਾ ਸਭ ਕੁਝ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਹੰਕਾਰ ਹੈ ਕਿ ਮੈਂ ਹੀ ਕਰ ਰਿਹਾ ਸਾਰਾ ਕੁਝ, ਤੇ ਹਉਮੈ ਵਿੱਚ ਨਹੀਂ ਕਹੀ ਜਾ ਸਕਦੀ ਗੱਲ। ਜਿਵੇਂ ਟਟੀਰੀਆ ਜਿਹੜੀ ਨਾ, ਉਹ ਲੱਤਾਂ ਤਾਹਾਂ ਨੂੰ ਕਰਕੇ ਕਹਿੰਦੀ, ਜੇ ਮੈਂ ਕਹਿੰਦੀ ਲੱਤਾਂ ਨਾਲ ਤਾਹਾਂ ਕਰਾਂ, ਕਹਿੰਦੇ ਆਕਾਸ਼ ਡਿੱਗ ਜਵੇ, ਲੋਕਾਂ ਨੂੰ ਮਾਰ ਦੇਵੇ। ਹੁਣ ਇਹ ਟਟੀ ਦਾ ਗਿਆਨ ਨਹੀਂ ਤਾਂ ਕੀ ਹੈ। ਕੋੜ ਕਿਰਲੀ ਸਤੀਰ ਨੂੰ ਜੱਫਾ ਮਾਰ ਕੇ ਰੱਖਦੀ ਹੈ ਵੀ ਮੈਂ ਸਾਂਭ ਕੇ ਰੱਖਿਆ ਇਹਨੂੰ, ਹੈ ਸਤੀਰ ਦੇ ਆਸਰੇ ਕੋੜ ਕਿਰਲੀ, ਕਹਿੰਦੀ ਆ ਮੇਰਾ ਆਸਰਾ ਸਤੀਰ ਨੂੰ। ਇਹ ਮੂਰਖਪਣ ਹੈ ਸਾਡਾ। ਸੋ ਇਸ ਕਰਕੇ ਇਹ ਸਭ ਕੁਝ ਆਪ ਹੀ ਕਰ ਰਿਹਾ ਹੈ। ਗੁਰਮੁਖਾਂ ਦੀ ਭਾਸ਼ਾ ਹੈ, ਹਉਮੈ ਵਿੱਚ ਕਹਿਣ ਨਾ ਜਾਏ, ਮਨਮੁਖ ਨਹੀਂ ਕਹਿ ਸਕਦੇ। ਗੁਰ ਕੈ ਸ਼ਬਦ ਪਛਾਣੀਐ, ਹੇ ਭਾਈ ਸਤਿਗੁਰਾਂ ਦੇ ਸ਼ਬਦ ਕੀ ਹੈ ਉਪਦੇਸ਼ ਦੁਆਰਾ। ਹਉਮੈ ਨੂੰ ਮੇਟ ਕੇ ਨਾ ਪਛਾਣ ਤਾਂ ਨਹੀਂ ਹੁੰਦੀ ਵੀ ਹਉਮੈ ਅੰਦਰ, ਸਤਿਗੁਰੂ ਤਾਂ ਪਛਾਣੀ ਦੇ ਜੇ ਹਉਮੈ ਚਲੀ ਜਾਏ। ਦੁੱਖ ਹਉਮੈ ਵਿੱਚ ਹੋ ਗਵਾਏ, ਜਦੋਂ ਹਉਮੈ ਵਿੱਚੋਂ ਚਲੀ ਗਈ ਤਾਂ ਸਮਝ ਲਓ ਵੀ ਦੁੱਖ ਵਿੱਚੋਂ ਚਲੇ ਗਏ। ਦੁੱਖ ਕਰਕੇ ਸੀ ਹਉਮੈ, ਜੇ ਹਉਮੈ ਕਰਕੇ ਦੁਖੀ ਹੋ ਰਿਹਾ ਸੀ, ਹਉਮੈ ਕਰਕੇ ਪਾਪ ਕਰਦਾ, ਪਾਪ ਕਰਕੇ ਦੁਖੀ ਹੁੰਦਾ, ਲੜੀ ਬਣ ਜਾਂਦੀ ਹੈ। ਇਹ ਦੁਆਰਾ ਜੰਮਣ ਮਰਨਾ ਬਣਿਆ ਹੋਇਆ ਸੀ। ਸਤਿਗੁਰ ਸੇਵਨ ਆਪਣਾ, ਜਿਹੜੇ ਗੁਰਮੁਖ ਨੇ ਭਾਈ ਆਪਣੇ ਸਤਿਗੁਰੂ ਦੁਆਰਾ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ, ਉਹ ਆਪਣੇ ਸਤਿਗੁਰੂ ਦੁਆਰਾ ਸੇਵਾ ਕਰਦੇ ਨੇ, ਗੁਰੂ ਦਾ ਘਰ ਜਾਣ ਕੇ ਸੇਵਾ ਕਰਦੇ ਨੇ। ਉਹ ਹਮੇਸ਼ਾ ਸੇਵਾ ਦੇ ਵਿੱਚ ਮਨ ਲੱਗਿਆ ਰਹਿੰਦਾ ਹੈ। ਉਹ ਤਿਨ ਕੈ ਲਾਗੋ ਪਾਏ, ਉਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਕਹਿੰਦੇ ਨੇ, ਜਿਹੜੇ ਕਹਿਣ ਵੀ ਮੇਰਾ ਗੁਰੂ ਨਾਨਕ ਦੇਵ, ਮੇਰਾ ਗੁਰੂ ਅੰਗਦ ਦੇਵ, ਮੈਂ ਉਹਨਾਂ ਦੀ ਸੇਵਾ ਕਰਾਂ,
ਤੇ ਫਿਰ ਕਹਿੰਦੇ ਬਾਣੀ ਸਰੂਪ ਸਤਿਗੁਰੂ ਜੀ ਦਾ ਸੇਵਨ ਪੂਜਨ ਕਰਦੇ, ਬਾਣੀ ਪੜ੍ਹਦੇ ਐ। ਹਾਂ ਪਾਏ, ਕਹਿੰਦੇ ਮੈਂ ਤਾਂ ਉਹਨਾਂ ਦੇ ਪੈਰ ਹੀ ਲੱਗ ਜਾ। ਕਹਿੰਦੇ ਇੰਨਾ ਪ੍ਰੇਮ ਕੀਤਾ ਗੁਰੂ ਅਮਰਦਾਸ ਜੀ ਨੇ, ਜਿਹੜੇ ਗੁਰੂ ਨਾਨਕ ਦੀ ਸੇਵਾ ਕਰਨ, ਗੁਰੂ ਨਾਨਕ ਦਾ ਉਪਦੇਸ਼ ਕਮਾਉਣ ਤੇ ਹੰਗਤਾ ਵਿੱਚੋਂ ਮੇਟ ਦੇਣ। ਨਾਨਕ ਦਰ ਸੱਚਾ ਸਚਿਆਰ ਹੈ। ਸਤਿਗੁਰੂ ਜੀ ਫਰਮਾਉਂਦੇ ਹੈ, ਕਹਿੰਦੇ ਉਹ ਗੁਰਮੁਖ ਜਨ ਸੱਚਾ ਦਰ ਸਾਧ ਸੰਗਤ ਵਿੱਚ, ਸਚਿਆਰ ਸੱਚੇ ਹੈ, ਸੱਚੇ ਹਨ। ਜਾਂ ਦਰ ਦਰਗਾਹ ਦੇ ਅੰਦਰ ਪ੍ਰਲੋਕ ਦੇ ਵਿੱਚ, ਸੰਸਾਰ ਰੂਪੀ ਦਰ ਦੇ ਵਿੱਚ ਜਾਂ ਅੰਤःਕਰਨ ਰੂਪੀ ਦਰ ਦੇ ਵਿੱਚ ਸਚਾਈ ਵਾਲੇ ਕਹੇ ਜਾਣਗੇ, ਉਹ ਸਚਾਈ ਵਾਲੇ ਹੈ। ਹਾਂ ਮੈਂ ਉਹਨਾਂ ਤੋਂ ਬਲਿਹਾਰੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ। ਹੋ ਤਿੰਨ ਬਲਿਹਾਰ ਜਾਓ। ਹਾਂ ਮੈਂ ਤਿੰਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੇ ਸ੍ਰੀ ਰਾਗ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਸ਼ਬਦ ਉਦੋਂ ਉਚਾਰਨ ਕੀਤਾ। ਗੁਰੂ ਅਮਰਦਾਸ ਜੀ ਪਾਤਸ਼ਾਹ ਕੋਲ ਬੇਨਤੀ ਕੀਤੀ ਹੈ ਸਿੱਖਾਂ ਨੇ। ਗੁਰਸਿੱਖ ਕਹਿਣ ਲੱਗੇ ਮਹਾਰਾਜ ਮੁਸਲਮਾਨ 5 ਵਕਤ ਨਮਾਜ਼ਾਂ ਪੜ੍ਹਦੇ ਹੈ ਤੇ ਹਿੰਦੂ ਲੋਕ 3 ਸੰਧਿਆ ਕਰਦੇ ਨੇ, ਕਿਰਪਾ ਕਰਕੇ ਆਪ ਦੱਸੋ ਵੀ ਸਿੱਖ ਕਿਹੜੇ ਵੇਲੇ ਭਜਨ ਕਰਿਆ ਕਰਨ, ਕਿਹੜੇ ਵੇਲੇ ਚੇਤੇ ਕਰੀਏ ਪਰਮੇਸ਼ਰ ਵਾਹਿਗੁਰੂ ਨੂੰ, ਕੋਈ ਸਮਾਂ ਦੱਸੋ ਮਹਾਰਾਜ। ਜਿਵੇਂ ਉਹਨਾਂ ਨੇ 3 ਵਕਤ ਕਿਹਾ ਤੇ ਸੰਧਿਆ 2 ਵੇਲੇ ਦੇ ਮਿਲਾਪ ਨੂੰ ਕਹਿੰਦੇ ਨੇ। ਸਵੇਰ ਦੀ ਸੰਧਿਆ, ਰਾਤ ਜਿਹੜੀ ਉਹ ਬਤੀਤ ਹੋ ਰਹੀ ਹੈ, ਦਿਨ ਚੜ੍ਹ ਰਿਹਾ, ਉਹ ਸੰਧਿਆ ਹੋ ਗਈ, ਸੰਧ ਹੋ ਗਈ ਦੋਨਾਂ ਦੀ। ਫਿਰ ਦੁਪਹਿਰ ਦੇ ਵੇਲੇ 2 ਪਹਿਰ ਉਧਰ 2 ਉਧਰ, ਇਹਨੂੰ ਵੀ ਸੰਧ ਮੰਨਦੇ ਆ, ਦੁਪਹਿਰ ਦੀ ਸੰਧਿਆ ਮੰਨਦੇ। ਤੇ ਤੀਸਰੇ ਪਹਿਰ ਫਿਰ ਰਾਤ ਆ ਰਹੀ ਹੈ ਤੇ ਦਿਨ ਬਤੀਤ ਹੋ ਗਿਆ, ਉਹਨੂੰ ਸੰਧਿਆ। 3 ਸੰਧਿਆ ਮੰਨਦੇ ਆ ਹਿੰਦੂ ਮਤ ਵਿੱਚ। ਮੁਸਲਮਾਨ ਫਜਰ ਕੀ, ਜ਼ੋਹਰ ਕੀ, ਮਗਰ ਕੀ, ਇਸਾਕੀ ਆਦਿ 5 ਇਹਨਾਂ ਦੀਆਂ ਨਮਾਜ਼ਾਂ। ਤੇ ਮਹਾਰਾਜ ਤੁਸੀਂ ਸਾਨੂੰ ਦੱਸੋ ਕਿਰਪਾ ਕਰਕੇ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨੇ ਫਿਰ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਜੇ ਵੇਲਾ ਵਕਤ ਵਿਚਾਰੀਐ। ਇਹ ਭਾਈ ਵੇਲੇਦਾਰ ਵਕਤ ਦੀ ਵਿਚਾਰ ਕਰਦੇ ਰਹੇ ਵੀ ਕਦੋਂ ਭਜਨ ਕਰਨਾ ਹੈ, ਤਾਂ ਕਿਤੇ ਵੇਲਾ ਭਗਤ ਹੋਏ। ਤਾਂ ਫਿਰ ਕਿਹੜੇ ਵੇਲੇ ਭਗਤੀ ਹੋਊਗੀ, ਫਿਰ ਤਾਂ ਹੋਣੀ ਓ ਨਹੀਂ, ਫਿਰ ਤਾਂ ਵੇਲਿਆਂ ਦੀ ਵਿਚਾਰ ਕਰਦੇ ਰਹੋਗੇ। ਇਹ ਵੇਲਾ ਜਿਹੜਾ ਸ਼ਬਦ ਹੈ ਇਹ ਹਿੰਦੀ ਭਾਸ਼ਾ ਦਾ ਹੈ, ਜਿਹੜਾ ਵਕਤ ਹੈ ਇਹ ਜਮਨੀ ਭਾਸ਼ਾ ਦਾ ਸ਼ਬਦ ਹੈ, ਫਾਰਸੀ ਦਾ ਸ਼ਬਦ ਹੈ। ਇਹ 2 ਸ਼ਬਦ ਹਨ, ਹੈ ਸਮੇਂ ਦੀ ਉਹ ਗੱਲ, ਸਮੇਂ ਨੂੰ ਕਿਹਾ ਜਾਂਦਾ ਹੈ। ਹਿੰਦੂ ਵੇਲਾ ਕਹਿੰਦੇ ਆ ਤੇ ਜਿਹੜੇ ਮੁਸਲਮਾਨ ਉਹ ਵਕਤ ਕਹਿੰਦੇ ਨੇ। ਜਿਹੜੇ ਲੋਕ ਵੇਲੇ ਜਾਂ ਵਕਤ ਦੀ ਉਹ ਵਿਚਾਰ ਸੋਚਦੇ ਰਹਿੰਦੇ ਆ ਕਿ ਜਦੋਂ ਸਮਾਂ ਲੱਗੇਗਾ ਜੀ ਉਦੋਂ ਭਗਤੀ ਕਰਾਂਗੇ, ਹਾਲੇ ਤਾਂ ਜੀ ਕੰਮ ਬਹੁਤ ਹੈ ਮੈਨੂੰ, ਅਜੇ ਖਾ ਪੀ ਲਈਏ, ਅਜੇ ਜਵਾਨੀਆਂ ਹੰਢਾ ਲਈਏ ਤੇ ਵਿਹਲੇ ਹੋ ਕੇ ਭਗਤੀ ਕਰਾਂਗੇ। ਤੇ ਬੁਢਾਪੇ ਦੇ ਵਿੱਚ ਜਿਹੜੇ ਵਿਹਲੇ ਨੂੰ ਪੁੱਛੋ ਉਹਨਾਂ ਵੀ ਕਿੰਨੀ ਕੁ ਭਗਤੀ ਕਰਦੇ ਆ। ਤੇ ਇਹ ਵਿਚਾਰ ਦੇ ਅਨੁਸਾਰ ਫਿਰ ਵੇਲਾ ਸਮਾਂ, ਵਕਤ ਰਾਤ ਦਾ ਸਮਾਂ, ਵੇਲਾ ਦਿਨ ਦਾ ਸਮਾਂ, ਜੇ ਇਹ ਵਿਚਾਰਦੇ ਰਹੇ ਤਾਂ ਵੇਲਾ ਸੁੱਖਾਂ ਦੇ ਸਮੇਂ ਤੇ ਵਕਤ ਦੁੱਖਾਂ ਦੇ ਸਮੇਂ। ਤੇ ਫਿਰ ਕਿਸ ਤਰ੍ਹਾਂ ਭਜਨ ਕਦੋਂ ਹੋਊਗਾ। ਮੁਸੀਬਤ ਆਉਣ ਨੂੰ ਵਕਤ ਕਹਿੰਦਾ, ਫਲਾਣੇ ਤੇ ਵਕਤ ਪੈ ਗਿਆ, ਕਿਤੇ ਇਹ ਵੀ ਕਿਹਾ ਫਲਾਣੇ ਤੇ ਸਮਾਂ ਪੈ ਗਿਆ। ਇਹ ਸ਼ਬਦ ਦਾ ਵੀ ਵਰਤੋਂ ਦਾ ਹੀ ਹੈ। ਇਸ ਕਰਕੇ ਜਿਹੜਾ ਵਕਤ ਹੈ ਇਹ ਦੁੱਖ ਦਾ ਸਮਾਂ, ਤੇ ਜਿਹੜਾ ਸਾਧ ਸੰਗੀ ਵੇਲਾ ਹੈ ਇਹ ਸੁੱਖ ਦਾ ਸਮਾਂ, ਐਂ ਵੀ ਅਰਥ ਕੀਤਾ ਹੈ ਮਹਾਂਪੁਰਖਾਂ ਨੇ। ਸੋ ਇਸ ਕਰਕੇ ਆਮ ਕਰਕੇ ਇਹ ਵੇਲਾ ਤੇ ਵਕਤ ਇਸ ਤਰ੍ਹਾਂ ਦੀ ਵਿਚਾਰ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਜੇ ਵੇਲਾ ਵਕਤ ਸਮੇਂ ਦੀ ਉਹ ਵਿਚਾਰ ਕਰਦੇ ਰਹੀਏ ਤਾਂ ਫਿਰ ਭਜਨ ਨਹੀਂ ਹੋਣਾ। ਕਿਤ ਵੇਲਾ ਕਿਸ ਸਮੇਂ ਭਗਤੀ ਹੋਏਗੀ, ਫਿਰ ਤਾਂ ਕਿਤ ਵੇਲਾ ਭਗਤ ਹੋਏ। ਬੋਲਦੇ ਜੀ ਦੁਬਾਰੇ, ਸਾਰੇ ਬੋਲਦੇ ਹੋ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਇਸ ਤਰ੍ਹਾਂ ਵੇਲੇ ਸਮੇਂ ਦੀ ਉਹ ਵੀ ਆ ਚੰਗਾ ਮਹੂਰਤ ਹੈ, ਆ ਮਾੜਾ ਮਹੂਰਤ ਹੈ। ਜਿਵੇਂ ਪੰਡਤ ਕਹਿੰਦੇ ਆ ਇਹ ਟਵੇਂ ਕੰਮ ਕਰਨਾ ਹੈ, ਇਹ ਸਮੇਂ ਤੁਸੀਂ ਮਹੂਰਤ ਹੈ ਵੀ ਫਲਾਣੇ ਦਿਸ਼ਾ ਨੂੰ ਜਾ ਸਕਦੇ ਹੋ, ਜਾ ਨਹੀਂ ਸਕਦੇ, ਤਾਂ ਫਿਰ ਕਿਹੜੇ ਵੇਲੇ ਭਗਤੀ ਹੋਊਗੀ। ਫਿਰ ਤਾਂ ਵਹਿਮਾਂ ਭਰਮਾਂ 'ਚ ਫਸੇ ਰਹੋਗੇ ਮਾਰੇ ਕਹਿੰਦੇ। ਇਸ ਕਰਕੇ ਵੇਲਾ ਕਿਸੇ ਸਮੇਂ ਵੀ ਭਗਤੀ ਹੋਵੇ, ਕਿਵੇਂ ਹੋ ਸਕਦੀ ਹੈ, ਭਾਵ ਨਹੀਂ ਹੋਣੀ। ਜਿਸ ਤਰ੍ਹਾਂ ਚੰਗਾ ਵੇਲਾ ਵਕਤ, ਮਾੜਾ ਵੇਲਾ ਵਕਤ, ਥਿੱਤਾਂ 12 'ਚ ਫਸਿਆ ਭਾਈ। ਜਿਹੜਾ ਵੇਲਾ ਸੰਸਾਰ ਰੂਪੀ ਜੰਗਲ ਹੈ, ਅੱਜ ਮੈਂ ਹੈ ਨਹੀਂ ਇੱਧਰ ਚਮਕੌਰ ਸਾਹਿਬ ਤੋਂ ਉੱਪਰ ਸਾਧ ਵੇਲਾ, ਤੇ ਉਹ ਇਸ ਤਰ੍ਹਾਂ ਦਾ ਉਜਾੜ ਜੰਗਲ ਸੰਸਾਰ ਰੂਪੀ ਜੰਗਲ ਹੈ। ਤੇ ਇਹਦੇ ਵਿੱਚ ਵਿਚਰਦੇ ਹੋਏ ਤੇ ਵਕਤ ਦੀ ਵਿਚਾਰ ਕਰਦੇ ਰਹਾਂਗੇ, ਫਿਰ ਤਾਂ ਭਗਤੀ ਨਹੀਂ ਹੋਣੀ। ਉਜੜੇ ਹੋਏ ਫਿਰਾਂਗੇ, ਭਗਤੀ ਪਿਆਰ ਰਹੇਗਾ। ਫਿਰ ਅਨ ਦਿਨ ਨਾਮੇ ਰਤਿਆ, ਜਿਹੜੇ ਭਾਈ ਰਾਤ ਦਿਨ ਪਰਮੇਸ਼ਰ ਦੇ ਨਾਮ 'ਚ ਰੰਗੇ ਗਏ ਹਨ, ਸੱਚੇ ਸੱਚੀ ਸੋਏ, ਉਹਨਾਂ ਪੁਰਸ਼ਾਂ ਦੀ ਸੱਚੀ ਸੋਏ ਨਾਮ ਸੋਭਾ ਦਾ ਹੈ।
ਉਹਨਾਂ ਦੀ ਸੋਭਾ ਵੀ ਸੱਚੀ ਹੋਏਗੀ। ਇੱਕ ਤਿਲ ਪਿਆਰਾ ਵਿਸਰੈ, ਜੇ ਤਿਲ ਮਾਤਰ ਨਾ ਥੋੜੇ ਮਾਤਰ ਪਿਆਰਾ ਵਾਹਿਗੁਰੂ ਵਿਸਰ ਜਾਵੇ। ਜਿਹੜੇ ਭਗਤਨ ਸਿਮਰਨ ਕਰਨ ਵਾਲੇ, ਪੁੱਛੋ ਕਿਤੇ ਫਰੀਦ ਸਾਹਿਬ ਨੂੰ, ਇੱਕ ਦਿਨ ਇਹ ਖੁਦਾ ਦੀ ਬੰਦਗੀ ਨਹੀਂ ਸੀ ਕੀਤੀ ਤੇ ਉਸ ਵੇਲੇ ਫਰੀਦ ਸਾਹਿਬ ਨੇ ਧਾਹਾਂ ਮਾਰ ਮਾਰ ਕੇ ਰੋਇਆ ਤੇ ਉੱਠ ਕੇ ਕਹਿੰਦਾ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦਾ ਮੈਂ ਉਹਨਾਂ ਨੂੰ ਪੁੱਛਦਾ ਜਿਹੜੇ ਕਦੇ ਵੀ ਨਹੀਂ ਬੰਦਗੀ ਕਰਦੇ, ਮੈਂ ਤਾਂ ਅੱਜ ਹੀ ਟੁੱਟਿਆ ਬੰਦਗੀ ਤੋਂ। ਕਹਿੰਦਾ ਮੇਰਾ ਚਿਹਰਾ ਮੁਰਝਾ ਗਿਆ, ਮੇਰਾ ਹਿਰਦਾ ਮੁਰਝਾ ਗਿਆ ਹੈ। ਸੋ ਇਸ ਕਰਕੇ ਭਾਈ ਇੱਕ ਤਿਲ ਪਿਆਰਾ ਵਿਸਰੈ, ਇੱਕ ਤਿਲ ਮਾਤਰ ਵੀ ਜੇ ਥੋੜੇ ਮਾਤਰ ਵੀ ਰੰਚਕ ਮਾਤਰ ਵੀ ਉਹ ਪਰਮੇਸ਼ਰ ਵਾਹਿਗੁਰੂ ਵਿਸਰ ਜਾਂਦਾ ਹੈ। ਭਗਤ ਕਨੇਹੀ ਹੋਏ, ਇਹ ਕਨੇਹੀ ਕਿਹੋ ਜੀ ਭਗਤੀ ਹੋਈ ਫਿਰ ਬਈ ਜੋ ਵਿਸਰ ਗਿਆ। ਜੇਕਰ ਤਿਲ ਮਾਤਰ ਵੀ ਮਾਇਆ 'ਚ ਫਸ ਕੇ ਪਿਆਰਾ ਵਿਸਰ ਗਿਆ ਵਾਹਿਗੁਰੂ, ਫਿਰ ਭਗਤੀ ਕਿਹੋ ਜੀ ਹੋਈ। ਭਾਵੇਂ ਭਗਤੀ ਤੈਨੂੰ ਹੱਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਇਹ ਹੈ ਭਗਤੀ। ਮਨ ਤਨ ਸੀਤਲ ਸਾਚ ਸਿਓ, ਸੱਚੇ ਪ੍ਰਭੂ ਦੇ ਨਾਲ ਜੁੜਿਆ ਮਨ ਵੀ ਤੇ ਤਨ ਵੀ ਸੀਤਲ, ਨਾਮ ਠੰਡੇ ਦਾ, ਸ਼ਾਂਤੀ ਹੋ ਜਾਂਦੀ ਹੈ ਮਨ ਨੂੰ ਵੀ ਤੇ ਤਨ ਨੂੰ ਵੀ ਸ਼ਾਂਤੀ ਹੋ ਜਾਂਦੀ ਹੈ। ਸਾਸ ਨਾ ਵਿਰਥਾ ਕੋਏ, ਤੇ ਕੋਈ ਸਾਸ ਸਵਾਸ ਵਿਅਰਥ ਨਹੀਂ ਜਾਂਦਾ। ਜਿਹੜਾ ਭਜਨ ਦੇ ਨਾਲ ਜਾਂਦਾ, ਵਾਹਿਗੁਰੂ ਕਹਿ ਕੇ ਸਵਾਸ ਲੈਨੇ, ਸਾਸ ਗਰਾਸ, ਤੇ ਭਾਵੇਂ ਅੰਦਰ ਨੂੰ ਜਾ ਰਹੀ ਹੈ ਹਵਾ, ਚਾਹੇ ਬਾਹਰ ਨੂੰ ਨਿਕਲ ਰਹੀ ਹੈ, ਅੰਦਰ ਨੂੰ ਜਾਂਦੀ ਗਰਾਸ ਕਹਿੰਦੇ, ਬਾਹਰ ਜਾਂਦੀ ਹੈ ਸਵਾਸ ਕਹਿੰਦੇ। ਜਿਹਨਾਂ ਸਾਸ ਗਰਾਸ ਨਾ ਵਿਸਰੈ ਉਹਨਾਂ ਦਾ ਸਾਸ ਸਫਲਾ ਹੋ ਜਾਂਦਾ ਹੈ। ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ, ਕਿਆ ਜਾਣੋ ਕਿ ਅੰਤ ਕੋਈ ਹੀ ਸਵਾਸ ਮਤ ਹੋਏ। ਤੇ ਇਸ ਤਰ੍ਹਾਂ ਸਵਾਸ ਸਵਾਸ ਉਸ ਵਾਹਿਗੁਰੂ ਦਾ, ਸਾਸ 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 ਹੈ ਜੇਤੇ, ਮੈਂ ਗੁਰਮਤਿ ਨਾਮ ਸੁਮਾਰੇ, ਸਾਸ ਸਾਸ ਜਾਏ ਨਾਮੇ ਬਿਨ, ਸਭ ਬਿਰਥਾ ਸਾਸ ਵਿਕਾਰੇ। ਉਹ ਸਾਸ ਵਿਅਰਥ ਹੋ ਰਹੇ, ਇਹਨਾਂ ਦਾ ਫਿਕਰ ਕਰਨਾ ਚਾਹੀਦਾ ਆਪਾਂ ਨੂੰ। ਮੇਰੇ ਮਨ ਹਰਿ ਕਾ ਨਾਮ ਧਿਆਏ, ਇਹ ਮੇਰੇ ਮਨ ਵਾਹਿਗੁਰੂ ਦਾ ਨਾਮ ਧਿਆ ਕਰ, ਬਿਰਤੀ ਦੁਆਰਾ ਧਿਆਉਣਾ ਕਰ ਹਰ ਵੇਲੇ। ਸੱਚੀ ਭਗਤ ਤਾ ਥੀਐ, ਸੱਚੀ ਭਗਤੀ ਤਾਂ ਹੋਊਗੀ, ਤਾਂ ਹੋ ਸਕਦੀ ਹੈ ਜਾਂ ਫਿਰ ਜਦੋਂ ਜਾ ਹਰ ਵਸੈ ਮਨ ਆਏ, ਜਦੋਂ ਨਾਮ ਕੱਲੀ ਰਸਨਾ ਤੇ ਨਾ ਬਸੇ, ਹਿਰਦੇ 'ਚ ਵੀ ਬਸ ਜਵੇ ਪ੍ਰਭੂ ਦਾ ਨਾਮ, ਹਿਰਦੇ 'ਚ ਆ ਕੇ ਬਸ ਜਵੇ। ਜੇਕਰ ਹਿਰਦੇ 'ਚ ਨਾਮ ਪ੍ਰਭੂ ਦਾ ਪ੍ਰੇਮ ਨਹੀਂ ਪੈਦਾ ਹੋਇਆ, ਹਿਰਦੇ 'ਚ ਬਸੇਗਾ ਕਿਵੇਂ? ਪ੍ਰੇਮ ਦੁਆਰਾ। ਫਿਰ ਦਿਖਾਵੇ ਦੀਆਂ ਮਾਲਾ ਫੇਰਨ ਦੇ ਨਾਲ ਤਾਂ ਨਹੀਂ ਫਿਰ ਉਹ ਪ੍ਰਮਾਤਮਾ ਮਿਲਦਾ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨ ਚੇਤੀ, ਇਹ ਜਪਨੀ ਕਿਆ ਹੋਏ। ਇਹ ਕੱਲੀ ਜਪਨੀ ਦੇ ਨਾਲ ਫਿਰ ਕੁਛ ਨਹੀਂ ਬਣਨਾ ਹੈ। ਅੱਗੇ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਸਹਜੇ ਖੇਤੀ ਰਾਹੀ ਹੈ। ਇਹ ਭਾਈ ਸਹਿਜੇ ਸੁਤੇ ਸਿੱਧੀ ਅੰਤਸਕਰਨ ਰੂਪੀ ਜ਼ਮੀਨ ਦੇ ਵਿੱਚ ਦੈਵੀ ਸੰਪਦਾ ਰੂਪੀ ਗੁਣਾਂ ਦੀ ਖੇਤੀ ਰਾਹੀ ਹੈ। ਇਹ ਰਾਹੀ ਦਾ ਇੱਥੇ ਇੱਕ ਭੇਦ ਹੈ, ਕਿਉਂਕਿ ਇਹਦੇ ਨਾਲ ਅੱਗੇ ਬੀਜ ਸ਼ਬਦ ਆ ਗਿਆ ਅੱਧੀ ਤੁਕ ਦੇ ਵਿੱਚ। ਪੜ੍ਹ ਦਿਓ ਜੀ ਸਾਰੇ। ਸਚ ਨਾਮ ਬੀਜ ਪਾਏ, ਹੁਣ ਇੱਥੇ ਬੀਜ ਪਾਏ ਨਾਲ ਸ਼ਬਦ ਆ ਗਿਆ। ਜੇ ਤਾਂ ਬੀਜ ਪਾਏ ਸ਼ਬਦ ਨਾਲ ਨਾ ਹੁੰਦਾ ਤਾਂ ਰਾਹੀ ਦਾ ਅਰਥ ਫਿਰ ਬੀਜਣਾ ਹੀ ਹੁੰਦਾ ਹੈ। ਹੁਣ ਰਾਹੀ ਦੇ ਅਰਥ ਦੋ ਹੁੰਦੇ ਨੇ, ਰਾਹੀ ਦਾ ਅਰਥ ਵਾਹੁਣਾ ਵੀ ਹੁੰਦਾ ਹੈ ਤੇ ਰਾਹੀ ਦਾ ਅਰਥ ਬੀਜਣਾ ਵੀ ਹੁੰਦਾ ਹੈ। ਇਹ ਭੇਦ ਨੇ ਗੁਰਬਾਣੀ ਦੇ ਵਿੱਚ। ਹੁਣ ਇੱਥੇ ਜਿੱਥੇ ਦੋ ਪਦ ਇਕੱਠੇ ਹੋ ਗਏ ਉੱਥੇ ਅਰਥ ਬਦਲ ਜਾਊਗਾ। ਫਿਰ ਉਹ ਇੱਕ ਅਰਥ ਦੇ ਇੱਕ ਪਦ ਇੱਕ ਹੈ, ਅਰਥ ਬਹੁਤ ਹੁੰਦੇ ਨੇ ਉਹਦੇ। ਜਥਾ ਜਿਸ ਪ੍ਰਕਾਰ ਦਾ ਵੀ ਅਰਥ ਹੈ ਨਾ, ਤੇ ਦਥਾ ਪ੍ਰਕਰਨ ਤਥਾ ਅਰਥੰ, ਕਹਿੰਦੇ ਜਿਹਾ ਜਿਹਾ ਪ੍ਰਕਰਨ ਹੋਵੇ ਉਹੋ ਜਿਹਾ ਅਰਥ ਹੋ ਗਿਆ। ਤੋ ਇਸ ਕਰਕੇ ਇਹ ਪ੍ਰਕਰਨ ਦੇ ਅਨੁਸਾਰ ਇਹੀ ਬਣਦੀ ਹੈ, ਸਹਿਜੇ ਖੇਤੀ ਰਾਹੀ ਹੈ। ਸਹਿਜੇ ਭਾਈ ਇਹਨੂੰ ਖੇਤ ਨੂੰ ਵਿਚਾਰ ਰੂਪੀ ਹਲ ਵਾਹੋ ਪਹਿਲਾਂ ਇਹਦੇ ਵਿੱਚ, ਕਿਉਂਕਿ ਵਾਹੀ ਤੋਂ ਬਿਨਾਂ ਫਿਰ ਉਹ ਬਾਤ ਬੀਜਣੀ, ਤਾਂ ਹੀ ਬੀਜਣਾ ਸਫਲਾ ਹੋਊਗਾ, ਵਾਹੁਣੀ ਪੈਂਦੀ ਹੈ, ਖੇਤ ਸੁੱਧ ਕਰਨਾ ਪੈਂਦਾ ਹੈ। ਭਾਵ ਕਰਸਾਣੀ ਕੀਤੀ ਹੈ ਜਿਨ੍ਹਾਂ ਨੇ, ਸਹਿਜੇ ਖੇਤੀ ਰਾਹੀ ਹੈ। ਫਿਰ ਪ੍ਰਭੂ ਦੇ ਨਾਮ ਰੂਪੀ ਬੀਜ ਨੂੰ ਪਾਉਣਾ ਕੀਤਾ ਹੈ, ਭਾਵ ਫਿਰ ਬੀਜਣਾ ਕੀਤਾ ਹੈ। ਨਾਮ ਜਿਹੜਾ ਸੱਚ ਨਾਮ ਬੀਜ ਪਾਏ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਆਗਾ, ਰੱਖ ਗਰੀਬੀ ਵੇਸ। ਇਹ ਸਾਰਾ ਪ੍ਰਕਰਨ ਹੈ ਜੀ। ਖੇਤੀ ਜਮੀ ਅਗਲੀ, ਤੇ ਫਿਰ ਇਹ ਜਿਹੜੀ ਖੇਤੀ ਹੈ ਸ਼ੁਭ ਗੁਣਾਂ ਦੀ ਖੇਤੀ, ਅਗਲੀ ਨਾਮ ਬਹੁਤੀ ਦਾ ਹੈ। ਬਹੁਤੀ ਜੰਮੂਗੀ, ਸੰਘਣੀ ਹੋ ਕੇ ਜੰਮੂਗੀ, ਸਫਲਾ ਹੋ ਜਾਊਗਾ ਤੇਰਾ ਖੇਤ ਬੀਜਿਆ ਹੋਇਆ ਅੰਤਿਸ ਕਰਨ ਦਾ। ਚੰਗੀ ਹੋ ਜਾਣ ਕਰਕੇ ਫਿਰ ਤੇਰਾ ਮਨੂਆ ਵੀ ਰੱਜੂਗਾ। ਮਨੂਆ ਰੱਜਾ ਸਹਿਜ ਸੁਭਾਏ, ਇਹ ਮਨੂਆ ਮਨ ਹੈ ਜਿਹੜਾ ਸੁਤੇ ਸਿੱਧੀ ਰੱਜ ਜਾਊਗਾ, ਤ੍ਰਿਪਤ ਹੋ ਜਾਊਗਾ। ਇਹਨੂੰ ਭਾਈ ਪਾਠ ਦੀ ਘੁੰਡੀ ਹੈ ਇਹ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਵੀ ਇਸ ਨੂੰ
ਅਧਿਕ ਸਹਿਤ ਪਾਠ ਬੋਲਣਾ ਪਊਗਾ। ਰੱਜਾ ਸ਼ਬਦ ਕਹੋਗੇ, ਜੇ ਰਜਾ ਕਹਿ ਦਿੱਤਾ ਫਿਰ ਆਗਿਆ ਦਾ ਵੱਜ ਗਏ। ਰਜਾ ਹੈ ਪ੍ਰਮਾਤਮਾ ਦੀ ਰਜਾ ਜੀ, ਉੱਥੇ ਰੱਜਾ ਕਹਿ ਦਿੱਤਾ ਪ੍ਰਮਾਤਮਾ ਦੀ ਰੱਜਾ, ਫਿਰ ਉੱਥੇ ਗਲਤ ਹੋ ਗਿਆ। ਜਿੱਥਾ ਜਿਹਾ ਜਿਹਾ ਪ੍ਰਕਰਨ ਅਰਥ ਉਹਦੇ ਅਨੁਸਾਰ ਉਚਾਰਨ ਭੇਦ ਬਣੇ ਹੋਏ ਨੇ, ਇਸ ਕਰਕੇ ਇਸ ਨੂੰ ਰੱਜਾ ਅਧਿਕ ਸਹਿਤ ਬੋਲਣਾ ਪਏਗਾ। ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ। ਸੋ ਤੇ ਸਿੱਧੀ ਫਿਰ ਅੰਤਿਸ਼ ਕਰਨ ਦੀ ਖੇਤੀ ਜੋ ਸੱਚੇ ਨਾਮ ਦਾ ਬੀਜ ਪਾ ਕੇ ਬੀਜਿਆ, ਦੈਵੀ ਸੰਪਤਾ ਰੂਪੀ ਸ਼ੁਭ ਗੁਣਾਂ ਦੀ ਖੇਤੀ ਜੰਮੀ, ਜੀਵ ਰੂਪ ਕਰਸਾਨ। ਫਿਰ ਝਾੜ ਜਿਹਦਾ ਬਹੁਤਾ ਹੋ ਜਾਵੇ, ਕਹਿੰਦਾ ਬਾਅਦ ਵੀ ਹੁਣ ਆਨੰਦ ਆ ਗਿਆ ਵੀ ਖੇਤੀ ਕਰਜ਼ਾ ਲੈ ਜੂਗਾ ਹੁਣ। ਤੇ ਖੇਤੀ ਸਫਲੀ ਤਾਂ ਹੁੰਦੀ ਹੈ ਬਸ਼ਰਤੇ ਕਿ ਇਸ ਨਾਮ ਰੂਪੀ ਬੀਜ ਦੇ ਨਾਲ ਘਾਹ ਫੂਸ ਨਾ ਜੰਮਿਆ ਵੇ, ਕਾਮ ਕ੍ਰੋਧ ਦੀਆਂ ਕੰਡਿਆਲੀਆਂ ਝਾੜੀਆਂ ਨਾ ਜੰਮ ਪੈਣ, ਈਰਖਾ ਦੀ ਪਿਆਜੀ ਨਾ ਜੰਮ ਪਵੇ, ਨਹੀਂ ਤਾਂ ਸ਼ੁਭ ਗੁਣਾਂ ਦੀ ਖੇਤੀ ਪ੍ਰਫੁੱਲਤ ਨਹੀਂ ਹੁੰਦੀ। ਡੀਲਾ ਹੀ ਉੱਪਰ ਦੀ ਫਿਰ ਜਾਂਦਾ, ਧਾਨਾਂ ਦੀ ਕਮਾਈ। ਆ ਹੁਣ ਜੀਰੀ ਵੀ ਆ ਰਹੇ ਲੋਕ, ਪੁੱਛੋ ਉਹਨਾਂ ਨੂੰ ਸਪਰੇਅ ਕਾਹਦੇ ਫਿਰਦੇ ਆ, ਕਿਉਂ ਗੋਡੀਆਂ ਕਰਦੇ ਆ? ਕਹਿੰਦੇ ਜੀ ਫਿਰ ਕਿਤੇ ਜੀਰੀ ਨੂੰ ਦੱਬ ਨਾ ਲਵੇ ਧਾਨਾਂ ਨੂੰ। ਇਹ ਅੰਦਰ ਦੀ ਖੇਤੀ ਵੀ ਇਸੇ ਤਰ੍ਹਾਂ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ। ਇਹ ਭਾਈ ਗੁਰੂ ਦਾ ਸ਼ਬਦ ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਰੱਖਦਾ ਹੈ। ਜਿਤ ਪੀਤਾ ਤਿਖ ਜਾਏ। ਜਿਵੇਂ ਅੰਮ੍ਰਿਤ ਪੀਆ ਸਤਿਗੁਰ ਦੀ ਆ, ਇਹਨੂੰ ਪੀਣ ਦੇ ਨਾਲ ਪਦਾਰਥਾਂ ਦੀ ਪ੍ਰਾਪਤੀ ਰੂਪ ਤਿਖ ਪਿਆਸ ਬੁੱਝ ਜਾਂਦੀ ਹੈ, ਤ੍ਰਿਸ਼ਨਾ ਮਿਟ ਜਾਂਦੀ ਹੈ। ਪਰ ਸੰਸਾਰ ਦੇ ਕਈ ਚਰਚਿਤ ਅੰਮ੍ਰਿਤ, ਮੇਰੇ ਚਰਚਾ ਦੇ ਵਿੱਚ ਅੰਮ੍ਰਿਤ, ਤੇ ਉਹ ਜੀਵ ਦੀ ਪਿਆਸ ਨਹੀਂ ਬੁਝਾ ਸਕਦੇ। ਜਿਵੇਂ ਇਕਾਂਤਾਂ ਦੇ ਹੋਠਾਂ ਦਾ ਅੰਮ੍ਰਿਤ, ਅਸੀਂ ਜੀ ਪਤਾਲ ਦਾ ਅੰਮ੍ਰਿਤ, ਦੇਵਤਿਆਂ ਦਾ ਅੰਮ੍ਰਿਤ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਪਦਾਰਥਾਂ ਦੇ ਅੰਮ੍ਰਿਤ। ਵੈਦਕ ਨੇ ਕਈ ਵੈਦਕ ਦੀਆਂ 5 ਚੀਜ਼ਾਂ ਮੈਂ ਪੜ੍ਹੀਆਂ, ਉਹਦੇ ਵੈਦਕ ਦੇ ਗ੍ਰੰਥਾਂ 'ਚ ਉਹਨਾਂ ਨੂੰ ਵੀ ਅੰਮ੍ਰਿਤ ਲਿਖਿਆ। ਗੁਰਬਾਣੀ 'ਚ 5 ਅੰਮ੍ਰਿਤ ਹੈ ਲਿਖੇ, ਪਰ ਇਹ ਅੰਮ੍ਰਿਤ ਐਸ ਅੰਮ੍ਰਿਤ ਵਰਗੇ ਨਹੀਂ, ਨਾਮ ਅੰਮ੍ਰਿਤ ਵਰਗੇ। ਇਹੋ ਮਨ ਸਾਚਾ ਸੱਚ ਰਤਾ। ਇਹ ਭਾਈ ਸੱਚੇ ਨਾਮ ਦੇ ਜਿਨ੍ਹਾਂ ਦਾ ਰੰਗਿਆ ਗਿਆ ਮਨ, ਇਹ ਮਨ ਨਾਮ ਜਪਣ ਕਰਕੇ ਸਾਚਾ ਸੱਚਾ ਹੋ ਕੇ ਸੱਚੇ ਪਰਮੇਸ਼ਰ ਦੇ ਮੰਨਣ ਗਿਆਨ ਦੇ ਵਿੱਚ ਰੰਗਿਆ ਗਿਆ ਹੈ। ਜਿਨ੍ਹਾਂ ਦਾ ਸੱਚੇ ਰਹਿਆ ਸਮਾਏ, ਉਹ ਸੱਚ ਦੇ ਸਮਾਏ ਲੀਨ ਹੋ ਜਾਂਦੇ, ਮਸਤ ਹੋ ਜਾਂਦੇ ਹੈ। ਆਖਣ ਵੇਖਣ ਬੋਲਣਾ। ਤੇ ਜਿਹੜੇ ਗਿਆਨਵਾਨ ਆਖਣ ਮੁਖ ਤੇ ਕਹਿਣਾ, ਨੇਤਰਾਂ ਕਰਕੇ ਵੇਖਣਾ, ਪ੍ਰੇਮ ਸਹਿਤ ਸੁਤੇ ਸਿੱਧ ਬੋਲਣਾ, ਐ ਹੋ ਜਾਂਦਾ ਉਹਨਾਂ ਦਾ। ਉਹਨਾਂ ਦਾ ਆਖਣਾ ਕੀ ਹੈ? ਪਰਮਾਤਮਾ ਦੇ ਨਾਮ ਦੀ ਵਿਚਾਰ ਆਖਣਗੇ। ਵੇਖਣਾ ਕੀ ਹੈ? ਜੇਤਾ ਵੇਖਣ ਤੇਤਾ ਨਾਮ ਹੀ ਦੇਖਦੇ ਆ ਉਹ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਵੇਖਣ ਤੇਤਾ ਧਿਆਨ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਆਖਣ ਜੇਤਾ ਆਖਣ ਤੇਤਾ ਗਿਆਨ ਹੈ, ਗਿਆਨ 'ਚ ਬੋਲਣਗੇ। ਇਸ ਕਰਕੇ ਉਹ ਬ੍ਰਹਮ ਬੇਤਿਆਂ ਦੀ ਐਸੀ ਅਵਸਥਾ ਹੋ ਜਾਂਦੀ ਹੈ। ਤੇ ਜਿੱਧਰੋਂ ਵੀ ਵੇਖਣਾ ਪ੍ਰੇਮ ਦੇ ਸਹਿਤ ਸੁਤੇ ਸਿੱਧ ਬੋਲਣਾ, ਉਹਨਾਂ ਦੇ ਬੋਲਣ 'ਚ ਮਿਠਾਸ ਹੋਊਗੀ, ਖੜਵਾ ਵਚਨ ਨਹੀਂ ਬੋਲਣਗੇ। ਤੇ ਉਹਨਾਂ ਦੀ ਦ੍ਰਿਸ਼ਟੀ ਸੁੱਧ ਹੋਣ ਕਰਕੇ ਪਰਮਾਤਮਾ ਨੂੰ ਇਹ ਸਾਰੀ ਜਗ੍ਹਾ ਦੇਖਦੇ ਹੈ। ਇਉਂ ਫਿਰ ਉਹਨਾਂ ਦੇ ਮਨ ਦੇ ਅੰਦਰ ਸ਼ਬਦੇ ਰਹਿਆ ਸਮਾਏ। ਜੇ ਸ਼ਬਦ ਦੇ ਉਪਦੇਸ਼, ਸ਼ਬਦ ਦੇ ਵਿੱਚ ਮਨ ਸਮਾ ਰਿਹਾ, ਜਿਨ੍ਹਾਂ ਦਾ ਲੀਨ ਹੋ ਗਿਆ, ਐਸੀ ਅਵਸਥਾ ਉਹਨਾਂ ਦੀ ਹੈ। ਬਾਣੀ ਵੱਜੀ ਚਾਹੋ ਜੁਗੇ। ਇਹਨੂੰ ਇੱਥੇ ਵੱਜੀ ਬਹੁਤਾ ਅਧਿਕ ਦਾ ਥੋੜਾ ਜਿਹਾ ਕਸ ਕੇ ਹੀ ਬੋਲਣਾ, ਇਹਨੂੰ ਵਜੀ ਵੀ ਨਹੀਂ ਕਹਿ ਦੇਣਾ ਤੇ ਵੱਜੀ ਬਸ ਥੋੜਾ ਜਿਹਾ ਅੱਧੀ ਅਧਿਕ, ਜਿਵੇਂ ਐ ਸਮਝ ਲਓ। ਬਾਣੀ ਵੱਜੀ ਚਾਹੋ ਜੁਗੀ, ਤੇ ਉਹ ਜਸ ਰੂਪੀ ਬਾਣੀ ਚਾਰੇ ਯੁਗਾਂ 'ਚ ਵੱਜੀ ਪ੍ਰਗਟ ਹੋ ਗਈ ਹੈ। ਹਮੇਸ਼ਾ ਦੇ ਲਈ ਸਾਰੀ ਦੁਨੀਆ ਦੇ ਵਿੱਚ ਜਾਣੇ ਗਏ ਹਨ। ਸੱਚੋ ਸੱਚ ਸੁਣਾਏ। ਉਹਨਾਂ ਦੀ ਸੱਚ ਸਰੂਪ ਦੇ ਵਿੱਚ ਸਮਾ ਗਏ ਨੇ, ਸੱਚ ਨੂੰ ਜਪਦੇ ਆ, ਹੋਰਨਾਂ ਨੂੰ ਸੱਚੇ ਦਾ ਉਪਦੇਸ਼ ਦਿੰਦੇ ਆ, ਸੱਚ ਦੇ ਵਿੱਚ ਸਮਾਉਣਗੇ ਫਿਰ ਉਹ। ਤੇ ਉਹਨਾਂ ਦੀ ਫਿਰ ਚਾਰੇ ਯੁਗਾਂ ਦੇ ਅੰਦਰ ਪਰਮਾਤਮਾ ਵਿਆਪਕ ਪਰਮਾਤਮਾ ਜਿਹੜਾ ਉਹਨੂੰ ਸਮਝ ਲਿਆ ਉਹਨਾਂ ਨੇ। ਉਹਨਾਂ ਦੀ ਸ਼ੋਭਾ ਵੀ ਸਾਰੇ ਤਿੰਨ ਕੀ ਸ਼ੋਭਾ ਸਭਨੀ ਥਾਂ ਹੀ ਹੋ ਜਾਂਦੀ ਹੈ। ਹਉਮੈ ਮੇਰਾ ਰਹਿ ਗਿਆ। ਤੇ ਉਹਨਾਂ ਦੇ ਅੰਦਰੋਂ ਹਉਮੈ, ਤਨਹੰਗਤਾ ਤੇ ਮੇਰ, ਜਿਹੜੀ ਮਮਤਾ, ਇਹ ਚਲੀ ਗਈ ਹੈ। ਮੇਰ ਤੇਰ ਖਤਮ ਹੋ ਗਈ ਹੈ। ਸੱਚੇ ਲਿਆ ਮਿਲਾਏ। ਸੱਚੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ, ਮੇਲ ਲਿਆ, ਭੇਦ ਕਰ ਲਿਆ ਹੈ। ਤਿਨ ਕੋ ਮਹਿਲ ਹਦੂਰ ਹੈ। ਉਹਨਾਂ ਨੂੰ ਵਾਹਿਗੁਰੂ ਦਾ ਮਹਿਲ ਸਰੂਪ ਹਦੂਰ ਦਾ ਨਿਕਟ ਦਾ ਹੁੰਦਾ ਹੈ, ਉਹ ਨੇੜੇ ਹੀ ਪ੍ਰਤੀਤ ਹੋਣ ਲੱਗ ਜਾਂਦਾ ਹੈ। ਜੋ ਸੱਚ ਰਹੇ ਲਿਵ ਲਾਏ। ਜਿਨ੍ਹਾਂ ਨੇ ਸੱਚੇ ਪ੍ਰਭੂ ਵਿੱਚ ਲਿਵੇ ਬਿਰਤੀ ਨੂੰ ਲਾ ਕੇ ਰੱਖਿਆ ਹੈ। ਨਦਰੀ ਨਾਮ ਧਿਆਈ ਹੈ। ਤੇ ਜੇ ਵਾਹਿਗੁਰੂ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ, ਇਹ ਭਾਈ ਸਤਿਗੁਰਾਂ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਤੇ ਧਿਆਨ ਦੁਆਰਾ ਨਾਮ ਨੂੰ ਧਿਆਇਆ ਜਾਂਦਾ ਹੈ। ਬਿਨ ਕਰਮਾ ਪਾਇਆ ਨਾ ਜਾਏ। ਵਾਹਿਗੁਰੂ ਦੀ ਕਰਮ ਬਖਸ਼ਿਸ਼
ਜਾਂ ਫਿਰ ਨਿਸ਼ਕਾਮ ਕਰਮਾਂ ਤੋਂ ਬਿਨਾਂ, ਸਕਾਮ ਕਰਮਾਂ ਨਾਲ ਨਹੀਂ, ਨਿਸ਼ਕਾਮ ਕਰਮਾਂ ਦੇ ਨਾਲ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਿਰ ਸਤਿਗੁਰਾਂ ਦੀ ਪ੍ਰਾਪਤੀ ਨਹੀਂ, ਇਹ ਤੋਂ ਬਿਨਾਂ ਨਹੀਂ, ਨਿਸ਼ਕਾਮ ਕਰਮਾਂ ਦੁਆਰਾ। ਤੇ ਜਿਹੜੇ ਨਿਸ਼ਕਾਮ ਕਰਮਾਂ ਤੋਂ ਬਿਨਾਂ ਹੋ ਗਏ ਫਿਰ ਸਤਿਗੁਰਾਂ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਸਕਾਮ ਕਰਮ ਹੀ ਕਰਦੇ ਰਹੇ, ਇੱਛਾ ਤਾਂ ਭਾਵੇਂ ਪੂਰੀ ਹੋ ਜਾਵੇ। ਨਿਸ਼ਕਾਮ ਕਰਮਾਂ ਦੁਆਰਾ ਵਾਹਿਗੁਰੂ ਦਾ ਮਲਾਪ ਹੁੰਦਾ ਹੈ, ਗੁਰੂ ਦੀ ਖੁਸ਼ੀ ਹੁੰਦੀ ਹੈ। ਪੂਰੇ ਭਾਗ ਸਤ ਸੰਗਤ ਲਹੈ। ਇਹ ਭਾਈ ਪੂਰੇ ਭਾਗਾਂ ਦੁਆਰਾ ਹੀ ਸਤ ਸੰਗਤ ਮਿਲਦੀ ਹੈ, ਲਹਿ ਪ੍ਰਾਪਤ ਹੁੰਦੀ ਹੈ। ਸਤਿਗੁਰ ਭੇਟੈ ਜਿਸ ਆਏ। ਜਿਨ੍ਹਾਂ ਤਾਈਂ ਸਤਿਗੁਰੂ ਜੀ ਆ ਕੇ ਭੇਟੇ ਮਿਲਦੇ ਹਨ, ਅਨ ਦਿਨ ਨਾਮੇ ਰਤਿਆ, ਉਹ ਫਿਰ ਅਨ ਦਿਨ ਰਾਤ ਦਿਨ ਨਾਮ ਦੇ ਵਿੱਚ ਰੰਗੇ ਜਾਂਦੇ ਨੇ। ਦੁੱਖ ਵਿਖਿਆ ਵਿੱਚ ਹੋ ਜਾਏ। ਉਹਨਾਂ ਦੇ ਅੰਦਰੋਂ ਵਿਖਿਆ ਮਾਇਆ ਦਾ ਕਾਰਨ ਜਿਹੜਾ ਹੈ, ਉਹਦੇ ਕਰਕੇ ਵਿਸ਼ੇ ਵਿਉ ਰੂਪ ਜਿਹੜੀ ਮਾਇਆ ਹੈ, ਇਹ ਵਿਖਿਆ ਰੂਪ ਹੈ। ਵਿਸ਼ੇ ਵਿਕਾਰ ਰੂਪ ਜਿਹੜੇ ਨੇ, ਜਨਮ ਮਰਨ ਦਾ ਵੀ ਇਹਨਾਂ ਦੁੱਖ ਵਿਖਿਆ ਵਿੱਚੋਂ ਜਾਏ। ਜੰਮਣ ਮਰਨ ਦੇ ਦੁੱਖ, ਵਿਸ਼ਿਆਂ ਦੇ ਵਿੱਚ ਜ਼ਹਿਰ ਰੂਪੀ ਦੁੱਖ, ਇਹ ਸਾਰੇ ਚਲੇ ਜਾਂਦੇ ਹਨ। ਨਾਨਕ ਸ਼ਬਦ ਮਿਲਾਵੜਾ। ਸ਼ਬਦ ਦੁਆਰਾ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ, ਗੁਰੂ ਦੇ ਉਪਦੇਸ਼ ਦੁਆਰਾ। ਨਾਮੇ ਨਾਮ ਸਮਾਏ। ਉਹ ਉਪਦੇਸ਼ ਧਾਰਨ ਕਰਕੇ ਨਾਮੀ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਕਿਰਪਾ ਕਰਦੇ ਆ ਜੀ। ਹੋਰ ਸ਼ਬਦ। ਆਪਣਾ ਭਾਉ ਤਿਨ ਪਾਇਓਨ। ਤੇ ਤਿਨ ਉਹਨਾਂ ਪੁਰਖਾਂ ਨੂੰ ਪਰਮੇਸ਼ਰ ਨੇ ਆਪਣਾ ਭਾਉ ਡੈਰ ਪਾਇਓਨ ਪਾਉਣਾ ਕੀਤਾ ਹੈ, ਜਿਨ੍ਹਾਂ ਨੇ ਜਨ ਗੁਰੂ ਕਾ ਸ਼ਬਦ ਵਿਚਾਰ, ਜਿਨ੍ਹਾਂ ਨੇ ਗੁਰੂ ਦਾ ਸ਼ਬਦ ਵਿਚਾਰਿਆ, ਗੁਰੂ ਦੇ ਉਪਦੇਸ਼ ਨੂੰ, ਬਾਣੀ ਨੂੰ ਵਿਚਾਰਿਆ, ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਇਉਂ ਸਮਝਦੇ ਰਹਿੰਦੇ ਹੈ, ਸੰਕਲਪ ਹੀ ਮੰਦਾ ਨਹੀਂ ਉਠਾਉਂਦੇ ਹਨ। ਸਾਧ ਸੰਗੀ, ਉਹ ਭਾਈ ਕਨ੍ਹਈਆ ਜੀ ਜਿਨ੍ਹਾਂ ਦੀ ਅਵਸਥਾ ਗੁਰੂ ਗੋਬਿੰਦ ਸਿੰਘ ਨੇ ਦਿੱਤੀ, ਇਹਦਾ ਇੱਕ ਸੇਵਕ ਸੀ, ਉਹਨੂੰ ਸੇਵਾਦਾਸ ਕਹਿੰਦੇ ਸੀ। ਉਹ ਬੜਾ ਸੇਵਾ ਭਾਈ ਸਾਹਿਬ ਦੀ ਕਰਦਾ। ਸੇਵਾਦਾਸ ਤੋਂ ਫਿਰ ਇਹ ਸੇਵਾ ਪੰਥੀ ਚੱਲਿਆ, ਜਿਹੜਾ ਨਾ ਪਾਉਂਦੇ, ਇਹ ਇਹਨਾਂ ਤੋਂ ਚੱਲਿਆ ਸੇਵਾਦਾਸ ਤੋਂ। ਭਾਈ ਕਨ੍ਹਈਏ ਨੇ ਕਿਰਪਾ, ਉਹ ਸੇਵਾਦਾਸ ਨਾ ਕਿਤੇ ਸੰਕਲਪ ਕਰੀ ਜਾਵੇ। ਉਹ ਜਦ ਬਹੁਤ ਭਾਈ ਸਾਹਿਬ ਇੱਕ ਦਿਨ ਉਹਨੂੰ ਕਹਿੰਦੇ ਗੱਲ ਸੁਣ ਸੇਵਾਦਾਸ, ਕਹਿੰਦਾ ਹਾਂਜੀ। ਕਹਿੰਦੇ ਕਲਗੀਧਰ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਤੇ ਇਹੋ ਜਿਹੇ ਸੰਕਲਪ ਨਾ ਕਰਿਆ ਕਰ। ਉਹ ਕਹਿੰਦਾ ਅੱਛਾ ਜੀ। ਕਹਿੰਦਾ ਭਾਈ ਸਾਹਿਬ ਜੀ ਮੈਨੂੰ ਛੁੱਟੀ ਦੇ ਦਿਓ, ਮੈਂ ਤਾਂ ਰਹਿਣਾ ਨਹੀਂ ਤੁਹਾਡੇ ਕੋਲ। ਤੇ ਭਾਈ ਕਨ੍ਹਈਆ ਜੀ ਕਹਿੰਦੇ ਕਿਉਂ ਨਹੀਂ ਰਹਿਣਾ? ਕਹਿੰਦਾ ਜੀ ਮੈਨੂੰ ਤਾਂ ਮਾੜੇ ਤੋਂ ਮਾੜੇ ਸੰਕਲਪ ਉੱਠਦੇ ਰਹਿੰਦੇ ਨੇ, ਤੁਸੀਂ ਸੰਕਲਪ ਫੜ ਲਿਆ ਕਰਨਾ, ਇਸ ਕਰਕੇ ਵੀ ਮੇਰੀ ਤਾਂ ਹੁਣ ਨਿਭਣੀ ਨਹੀਂ ਹੈ। ਕਹਿੰਦੇ ਜਾਏਗਾ ਕਿੱਥੇ? ਕਹਿੰਦਾ 100-200 ਕੋਹਾਂ ਲੰਘ ਜੂ। ਕਹਿੰਦੇ ਉੱਥੇ ਵੀ ਕਹਿੰਦੇ ਮੈਂ ਸਮਝ ਲੂੰਗਾ ਵੀ ਤੇਰੇ ਮਨ 'ਚ ਕੀ ਉੱਠ ਰਿਹਾ। ਕਹਿੰਦਾ ਜੀ ਫਿਰ ਮੈਂ ਕੀ ਕਰਾਂ? ਕਹਿੰਦੇ ਨਿਸ਼ਕਾਮ ਸੇਵਾ ਕਰੀ ਜਾ, ਸੰਕਲਪ ਉੱਠਣ ਕੇ ਹਟ ਜਾਣਗੇ। ਐ ਸੇਵਾਦਾਸ ਦਾ ਭਲਾ ਕੀਤਾ ਸੀ। ਕਹਿੰਦੇ ਨਿਸ਼ਕਾਮ ਸੇਵਾ ਤੋਂ ਬਿਨਾਂ ਇਹ ਸੰਕਲਪ ਉੱਠਦੇ ਰਹਿਣਗੇ। ਤੇ ਇਸ ਕਰਕੇ ਜਿਨ੍ਹਾਂ ਦੇ ਭਾਈ ਉਹ ਫਿਰ ਇਹਨਾਂ ਸੰਕਲਪਾਂ ਨੂੰ ਵੀ ਸਮਝ ਲੈਂਦੇ ਨੇ। ਐਸਾ ਜਿਹੜੇ ਨਾਮ ਦੇ ਵਿੱਚ ਸਵਾਏ ਹੋਏ ਹਨ। ਸਤ ਸੰਗਤੀ ਸਦਾ ਮਿਲ ਰਹੇ। ਤੇ ਸਤ ਸੰਗਤ ਦੇ ਨਾਲ ਹਮੇਸ਼ਾ ਹੀ ਮਿਲ ਰਹੇ ਭਾਈ, ਇੱਥੇ ਹੀ ਭਲਾ ਹੋ ਸਕਦਾ ਹੈ। ਸੱਚੇ ਕੇ ਗੁਣ ਸਾਰ। ਸੱਚੇ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਸਾਰ ਸੰਭਾਲੇ। ਕਹਿੰਦਾ ਫਲਾਨਿਆਂ ਮੇਰੀ ਸਾਰ ਨਹੀਂ ਲਈ, ਉਹਦਾ ਅਰਥ ਕੀ ਆ? ਵੀ ਮੇਰੀ ਸੰਭਾਲ ਨਹੀਂ ਕਰੀ ਤੂੰ ਆ ਕੇ ਦੁੱਖਾਂ 'ਚ। ਉਹ ਫਿਰ ਇਸ ਕਰਕੇ ਸੰਭਾਲਦੇ ਨਾਮ ਨੂੰ। ਤੇ ਉਹ ਫਿਰ ਚੁਗਲੀ ਈਰਖਾ ਦਵੈਸ਼ ਨਹੀਂ ਕਰਦੇ, ਸੱਚੇ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ। ਦੁਬਦਾ ਮੈਲ ਚੁਕਾਈਆਂ। ਉਹ ਗੁਰਮੁਖਾਂ ਦੇ ਅੰਦਰੋਂ ਦੁਬਦਾ ਦੁਚਿਤਾਪਣਾ ਜਿਹੜਾ ਹੈ, ਦਵੈਸ਼ ਭਾਵਨਾ, ਉਹ ਚੁੱਕੀ ਗਈ, ਖਤਮ ਕਰ ਦਿੱਤੀ ਹੈ ਉਹਨਾਂ ਨੇ। ਹਰ ਰੱਖਿਆ ਉਰ ਧਾਰ। ਹਰੀ ਪਰਮੇਸ਼ਰ ਨੂੰ ਉਰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖ ਲਿਆ ਹੈ। ਸੱਚੀ ਬਾਣੀ ਸੱਚ ਮਨ। ਉਹ ਸੱਚੀ ਬਾਣੀ ਦੁਆਰਾ ਸੱਚੇ ਮਨ ਦੇ ਵਿੱਚ ਵਸਾਉਂਦੇ ਆ ਕਿ ਸੱਚੀ ਬਾਣੀ ਵਾਹਿਗੁਰੂ ਦਾ ਸਰੂਪ ਹੈ। ਤੇ ਇਸ ਕਰਕੇ ਸੱਚੀ ਬਾਣੀ ਦੁਆਰਾ ਸੱਚੇ ਨੂੰ ਮਨ ਵਿੱਚ ਵਸਾਉਂਦੇ ਨੇ। ਸੱਚਾ ਕੌਣ ਹੈ? ਪਰਮਾਤਮਾ। ਸੱਚੀ ਬਾਣੀ ਵੀ ਸੱਚੀ ਹੈ, ਉਹ ਮਨ ਦੇ ਵਿੱਚ ਵਸਾ ਲੈਂਦੇ ਹਨ। ਸੱਚੇ ਨਾਲ ਪਿਆਰ। ਉਹਨਾਂ ਦੀ ਬਾਣੀ ਵੀ ਸੱਚੀ ਤੇ ਮਨ ਵੀ ਸੱਚਾ ਹੋ ਜਾਂਦਾ ਹੈ, ਕਿਉਂਕਿ ਸੱਚੇ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ। ਮਨ ਮੇਰੇ ਹਉਮੈ ਮੈਲ ਭਰਨਾਲ। ਇਹ ਪਾਠ ਭਾਈ ਭਰਨਾਲ ਇਕੱਠਾ ਪਾਠ ਹੈ ਦਮਦਮੇ ਸਾਹਿਬ ਦਾ, ਇਹ ਧਿਆਨ ਰੱਖਣਾ। ਦੂਜਾ ਪਾਠ ਗਿਆਨੀ ਸਿੰਘ ਭਰ ਤੇ ਨਾਲ ਵੱਖਰਾ ਵੱਖਰਾ ਵੀ ਕਰਦੇ ਆ, ਪਰ ਦੂਜਾ ਜਾਣਨਾ ਅਰਥ ਦੋਨਾਂ ਦੀ ਬਣ ਗਏ। ਭਰਨਾਲ ਸਮੁੰਦਰ ਨੂੰ ਕਹਿੰਦੇ ਆ। ਹੇ ਮੇਰੇ ਮਨ ਹਉਮੈ ਤਨ ਹੰਗਤਾ ਦੀ ਮੈਲ ਤੇਰੇ ਵਿੱਚ ਭਰਨਾਲ ਸਮੁੰਦਰ ਦੀ ਨਿਆਈ ਹੈ, ਭਰੀ ਪਈ ਹੈ। ਮੇਰੇ ਮਨ ਹਉਮੈ ਦੀ ਮੈਲ ਨਾਲ ਤੂੰ ਭਰ ਕੇ ਸੰਸਾਰ ਰੂਪੀ ਭਰਨਾਲ ਸਮੁੰਦਰ ਦੇ, ਇਹ ਸਮੁੰਦਰ ਹੈ, ਮੌਤ ਰੂਪੀ ਕਿਨਾਰੇ ਤੇ ਬੈਠਾ ਤੂੰ, ਡੁੱਬ ਜਾਏਗਾ ਇਹਦੇ ਵਿੱਚ, ਸਮੁੰਦਰ ਦੇ ਵਿੱਚ। ਧਿਆਨ ਰੱਖੀ। ਹੇ ਮੇਰੇ ਪਿਆਰੇ, ਹੇ ਜੀਵ
ਜਿਹੜੇ ਜੀਵਾਂ ਦੇ ਮਨ ਦੇ ਵਿੱਚ ਹਉਮੈ ਦੀ ਮੈਲ ਹੈ ਨਾ, ਹਉਮੈ ਦੀ ਮੈਲ ਨਾਲ ਭਰੇ ਪਏ ਨੇ। ਇੱਥੇ ਭਾਰ ਦੇ ਨਾਲ ਵੱਖਰਾ ਅਰਥ ਕਰਿਆ ਹੈ, ਪਰ ਪਾਠ ਹੋਈ ਕਰਨਾ ਪਰ ਨਾਲ। ਉਹ ਹਉਮੈ ਦੇ ਨਾਲ ਸਮੇਤ ਭਰੇ ਪਏ ਨੇ, ਉਹ ਤਾਂ ਫਿਰ ਡੁੱਬਣਗੇ ਸੰਸਾਰ ਦੇ ਅੰਦਰ। ਹਰ ਨਿਰਮਲ ਸਦਾ ਸੋਹਣਾ, ਹਰੀ ਪਰਮੇਸ਼ਰ ਵਾਹਿਗੁਰੂ ਨਿਰਮਲ ਉਜਲੈ ਸਦਾ ਹੀ ਸੋਭਨੀਕ ਹੈ ਜੇ। ਸ਼ਬਦ ਸਵਾਰਨ ਹਾਰ, ਭਾਵ ਕੀ ਹੈ, ਸਤ ਚਿਤ ਆਨੰਦ ਰੂਪ ਹੈ ਤਾਂ ਸੁਹਾਵਣਾ ਹੈ। ਜੋ ਕਿਰਪਾ ਕਰੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਮਨ ਨੂੰ ਸਵਾਰਨ ਹਾਰ, ਸਵਾਰਨ ਵਾਲਾ ਬਣ ਜਾਂਦਾ ਜੀ। ਫਿਰ ਪਸਤਾਈ ਦੇ ਕੇ ਫਰਮਾਉਂਦੇ ਨੇ, ਸੱਚਾ ਸ਼ਬਦ ਮਨ ਮੋਹਿਆ। ਇਹ ਭਾਈ ਜਿਨ੍ਹਾਂ ਦਾ ਮਨ ਸੱਚੇ ਸ਼ਬਦ ਕੀਏ ਉਪਦੇਸ਼ ਦੁਆਰਾ ਮੋਹਿਆ, ਮੋਹਿਤ ਹੋ ਗਿਆ, ਜਾਨੀ ਗੁਰੂ ਦੇ ਉਪਦੇਸ਼ ਨਾਲ ਹੀ ਲਗਨ ਲੱਗ ਗਈ ਜਿਨ੍ਹਾਂ ਨੂੰ। ਪ੍ਰਭ ਆਪੇ ਲੈ ਮਿਲਾਏ, ਉਹਨਾਂ ਨੂੰ ਤਾਂ ਵਾਹਿਗੁਰੂ ਨੇ ਫਿਰ ਆਪਣੇ ਨਾਲ ਆਪ ਹੀ ਮਿਲਾ ਲੈਣਾ ਭਾਈ, ਮੇਲ ਲੈਣਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ, ਅਨੰਦਨ ਨਾਮੇ ਰਤਿਆ। ਦਿਨ ਰਾਤ ਜਿਹੜੇ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਹੜੇ ਮਹਾਂਪੁਰਖ ਰੰਗੇ ਹੋਏ ਨੇ, ਜੋਤੀ ਜੋਤ ਸਮਾਏ, ਉਹਨਾਂ ਦੀ ਪਰਤਕ ਜੋਤ ਜੋਤੀ ਸਰੂਪ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਹੈ, ਮੇਲ ਹੋ ਜਾਂਦਾ ਹੈ। ਜੋਤੀ ਹੂ ਪ੍ਰਭ ਜਾਪਦਾ, ਫਿਰ ਜੋਤੀ ਖਟ ਜੋਤੀਆਂ ਨੇ, ਚੰਦ ਸੂਰਜ ਤਾਰੇ ਬੁੱਧੀ ਬਿਜਲੀ ਅਗਨੀ। ਤੇ ਕਈਆਂ ਨੇ ਟਟਹਿਣਾ ਮੰਨਿਆ, ਦੁਆਬੇ ਵਾਲੇ ਮਹਾਤਮਾ ਨੇ, ਇੱਧਰ ਦੇ ਵਿਦਵਾਨਾਂ ਨੇ। ਕਈਆਂ ਨੇ ਸਾਸੀ ਟਟਿਆਣੇ ਦੇ ਥਾਂ ਤੇ ਵੀ ਬਾਣੀ ਮੰਨੀ ਹੈ। ਹਰਿਦੁਆਰ ਦੇ ਵਿੱਚ ਬਹੁਤ ਸਾਰੇ ਮਹਾਤਮਾ ਨੇ। ਐ ਦੇ ਤਿੰਨ ਅਰਥ ਬਣਦੇ ਆ, ਤੇ ਉਹਦੇ 'ਚ ਕੋਈ ਵੀ ਲੱਗੇ, ਇਹਦੇ 'ਚ ਖੰਡਨ ਮੰਡਨ ਨਹੀਂ ਹੈ, ਜਾਣਕਾਰੀ ਵਾਸਤੇ ਦੱਸਿਆ। ਇਹ ਖਟ ਜੋਤੀਆਂ ਨੇ, ਇਹ ਜਿਹੜੀਆਂ ਖਟ ਜੋਤੀਆਂ ਨੇ, ਤੇ ਇਹਨਾਂ ਦੇ ਵਿੱਚ ਜਿਹੜਾ ਚਾਨਣਾ ਆਪਣੇ ਆਪ ਨਹੀਂ ਹੈ, ਪਰਮੇਸ਼ਰ ਦਾ ਚਾਨਣ ਹੈ ਇਹਨਾਂ ਦੇ ਵਿੱਚ ਵੀ। ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਉਂ ਫਿਰ ਪਰਤਕ ਜੋਤ ਜਿਹੜੀ ਹੈ ਉਹ ਅਦਵੈਤ ਰੂਪ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ, ਪ੍ਰਕਾਸ਼ ਦੇ ਹੈ। ਪਰ ਇਹ ਸੋਝੀ ਕਿੱਥੇ? ਬਿਨ ਸਤਿਗੁਰ, ਬਿਨ ਸਤਿਗੁਰ ਬੂਝ ਨਾ ਪਾਏ। ਤੇ ਇਹ ਜਿਹੜੀ ਹੈ ਜੋਤੀ ਹੂੰ ਪ੍ਰਭ ਜਾਪਦਾ, ਤੇ ਉਹ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਰੂਪ ਹੈ, ਜੋਤੀ ਸਰੂਪ ਹੈ, ਆਪਣੇ ਆਪ ਤੋਂ ਹੀ ਪ੍ਰਕਾਸ਼ ਮੈਂ। ਪਰ ਸਤਿਗੁਰਾਂ ਤੋਂ ਬਿਨਾਂ ਉਹਦੇ ਪ੍ਰਕਾਸ਼ ਦੀ ਸੂਝ ਸਮਝ ਨਹੀਂ ਆ ਸਕਦੀ। ਹੁਣ ਨਿਸ਼ਚੈ ਕਰਕੇ ਜੋਤੀ ਗਿਆਤ, ਉਸ ਗਿਆਤ ਦੁਆਰਾ ਪ੍ਰਭੂ ਪਰਮੇਸ਼ਰ ਨੂੰ ਜਾਪਦਾ ਜਾਣਿਆ ਜਾਂਦਾ ਹੈ, ਪਰ ਬਿਨਾਂ ਸਤਿਗੁਰੂ ਤੋਂ ਇਹ ਸਮਝ ਨਹੀਂ ਆ ਸਕਦੀ ਹੈ। ਜੋਤੀ ਪ੍ਰਭੂ ਨੂੰ ਗੁਰੂ ਦੁਆਰਾ ਜਾਣੀਦਾ ਹੈ, ਇਹ ਸਤਿਗੁਰੂ ਤੋਂ ਬਿਨਾਂ ਇਹ ਸੂਝ ਸਮਝ ਨਹੀਂ ਆਉਂਦੀ ਹੈ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦਾ ਭਾਈ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲੇਖ ਲਿਖ ਦਿੱਤੇ ਹਨ। ਸਤਿਗੁਰ ਭੇਟਿਆ ਤਨ ਆਏ, ਉਹਨਾਂ ਨੂੰ ਸਤਿਗੁਰੂ ਜੀ ਮਿਲਦੇ ਆ। ਜਿਹਨਾਂ ਮਸਤਕ ਧੁਰ ਲਿਖਿਆ ਤੈਨਾਂ ਸਤਿਗੁਰ ਮਿਲਿਆ, ਰਾਮ ਰਾਜੇ ਉਹਨਾਂ ਨੂੰ ਮਿਲਦਾ ਹੈ ਸਤਿਗੁਰੂ। ਸਤਿਗੁਰ ਭੇਟਿਆ ਤਿਨ ਆਏ, ਬੋਲਦੇ ਹੋ ਦੁਆਰੇ ਜੀ। ਸਤਿਗੁਰ ਭੇਟਿਆ ਤਨ ਆਏ, ਫਿਰ ਉਹਨਾਂ ਨੂੰ ਸਤਿਗੁਰੂ ਆ ਕੇ ਇਸੇ ਜਨਮ ਚ ਮਿਲੇ। ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ। ਬਿਨ ਨਾਵੇ ਸਭ ਡੁੰਮਣੀ, ਡੁੰਮਣੀ ਨਾਮ ਦਾ ਦੁਖੀ ਦਾ। ਨਾਮ ਤੋਂ ਬਿਨਾਂ ਸਾਰੀ ਦੁਨੀਆ ਡੁੰਮਣੀ ਹੈ, ਜਾਨੀ ਦੁਖੀ ਹੈ। ਤੇ ਇਸ ਕਰਕੇ ਜਿਹੜਾ ਦੋ ਮਨਾਂ ਦੇ ਸੁਭਾਅ ਵਾਲੇ ਅੱਗੇ ਦੱਸਦੇ ਹਨ, ਦੂਜਾ ਭਾਏ ਖੁਆਏ। ਇਹ ਦੁਚਿੱਤੀ ਵਾਲੇ, ਦੋ ਮਨਾਂ ਦੇ ਸੁਭਾਅ ਵਾਲੇ। ਆਹ ਕੰਮ ਕਰਾਂ ਨਾ ਕਰਾਂ, ਕਥਾ ਨੂੰ ਜਾਵਾਂ ਨਾ ਜਾਵਾਂ, ਬਾਣੀ ਪੜਾਂ ਨਾ ਪੜਾਂ, ਇਹਨੂੰ ਕਹਿੰਦੇ ਦੁਚਿੱਤੀ। ਇਹਦੇ ਵਾਲੀ ਹੋ ਕਰਕੇ ਦੂਜੇ ਭਾਏ ਦਵੈਤ ਭਾਵਨਾ ਵਿੱਚ ਖੁਆਰ ਹੋ ਰਹੇ ਨੇ, ਖੱਜਲ ਹੋ ਰਹੇ ਹਨ। ਤਿਸ ਬਿਨ ਘੜੀ ਨਾ ਜੀਵ ਦੀ, ਇਹ ਭਾਈ ਤਿਸ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਇੱਕ ਘੜੀ ਜਿੰਦੇ ਇੱਥੇ ਰਹਿ ਨਹੀਂ ਸਕਦੇ ਆਪਾਂ। ਇਹ ਸ੍ਰਿਸ਼ਟੀ ਜਿੰਨੀ ਇੱਕ ਘੜੀ ਵੀ ਨਹੀਂ ਜਿਉਂਦੀ ਰਹਿ ਸਕਦੀ। ਇਹ ਜੀਵਤ ਤਾਂ ਉਹਦੇ ਕਰਕੇ ਹੀ ਜੀਵਤ ਹਾਂ। ਦੁਖੀ ਰਹਿਣ ਵਿਹਾਏ, ਇਸ ਕਰਕੇ ਵਾਹਿਗੁਰੂ ਦੇ ਵਿਛੋੜੇ ਕਰਕੇ ਅਵਸਥਾ ਰੂਪੀ ਰਹਿਣ ਰਾਤ ਇਹ ਦੁੱਖ ਦੇ ਵਿੱਚ ਬਤੀਤ ਵਿਹਾਏ ਬਤੀਤ ਹੋ ਰਹੀ ਹੈ ਸਾਡੀ। ਭਰਮ ਭੁਲਾਣਾ ਅੰਧਲਾ, ਭਰਮ ਕਰਕੇ ਭੁੱਲਿਆ ਹੋਇਆ ਜੀਵ ਅਗਿਆਨ ਕਰਕੇ ਅੰਨਾ ਹੋ ਰਿਹਾ। ਬੈਰਾਗ ਬਵੇਦੇ ਨੇਤਰ ਨਹੀਂ ਹਨ, ਇਸ ਕਰਕੇ ਅੰਧਲਾ ਹੋ ਰਿਹਾ ਅਗਿਆਨੀ ਜੀਵ, ਭਰਮ ਦੇ ਭੁੱਲਾ ਹੋਇਆ। ਫਿਰ ਆਵੇ ਜਾਏ 84 ਲੱਖ ਜੋਨਾਂ ਦੇ ਗੇੜ ਵਿੱਚ ਬਾਰ-ਬਾਰ ਆਉਂਦਾ ਜਾਂਦਾ, ਜੰਮਦਾ ਮਰਦਾ ਹੈ। ਨਦਰ ਕਰੇ ਪ੍ਰਭ ਆਪਣੀ, ਜਿਨ੍ਹਾਂ ਉੱਤੇ ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀਆਂ, ਪ੍ਰਭੂ ਵਾਹਿਗੁਰੂ ਇਹ ਕਿਰਪਾ ਕਰ ਦੇਵੇ, ਨਦਰ ਕਿਰਪਾ ਦ੍ਰਿਸ਼ਟੀ ਕਰ ਦੇਵੇ, ਆਪੇ ਲੈ ਮਿਲਾਏ। ਉਹਨਾਂ ਨੂੰ ਫਿਰ ਆਪਣੇ ਨਾਲ ਮੇਲ ਲੈਂਦਾ ਹੈ ਪਰਮੇਸ਼ਰ ਆਪ ਹੀ ਕਿਰਪਾ ਕਰਕੇ। ਇਹੀ ਅਰਦਾਸਾਂ ਕਰਨੀਆਂ ਚਾਹੀਦੀਆਂ, ਮਹਾਰਾਜ ਮੇਲ ਲਿਓ ਦਇਆਲ ਢਹਿ ਪਏ ਦੁਆਰਿਆ। ਸਭ ਕੁਛ ਸੁਣਦਾ ਵੇਖਦਾ, ਇਹ ਨਿਸ਼ਚਾ ਚਾਹੀਦਾ ਹੈ। ਫੇਰ ਨਹੀਂ ਕੋਈ ਵਿਕਾਰ ਹੋ ਸਕਦਾ ਕਿ ਵਾਹਿਗੁਰੂ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਸੁਣਦਾ ਹੈ, ਸਾਰਿਆਂ ਗੁਪਤ ਕੰਮਾਂ ਨੂੰ ਵੀ ਦੇਖਦਾ ਹੈ, ਸਭ ਕੁਝ ਸੁਣਦਾ ਵੇਖਦਾ।
ਜਦੋਂ ਸਾਰੀ ਜਗ੍ਹਾ ਦੇਖਦਾ ਸੁਣਦਾ ਹੈ, ਕਿਉ ਮੁਕਰ ਪਿਆ ਜਾਏ। ਉਹਦੇ ਕੋਲੋਂ ਕਿਵੇਂ ਮੁਕਰੇਗਾ ਤੂੰ? ਇੱਥੇ ਤਾਂ ਕਹਿ ਦੇਗਾ ਵੀ ਮੈਂ ਨਹੀਂ ਐ ਚੋਰੀ ਕਰੀ, ਮੈਂ ਪਾਪ ਨਹੀਂ ਕਰਿਆ, ਮੈਂ ਬੇਵਿਚਾਰ ਨਹੀਂ ਕਰਿਆ, ਇਹ ਗਲਤੀ ਮੈਂ ਨਹੀਂ ਕਰੀ, ਫਿਰ ਉੱਥੇ ਕਿਵੇਂ ਮੁਕਰੇਗਾ? ਪ੍ਰਗਟ ਪਏ ਨਿਧਾਨ ਸਭ ਜਦ ਪ੍ਰਗਟ ਪੁੱਛੇ ਧਰਮ ਰਾਏ, ਉੱਥੇ ਪ੍ਰਗਟ ਹੋ ਜਾਣਗੇ ਸਾਰੇ। ਪਾਪੋ ਪਾਪ ਕਮਾਵਦੇ, ਜਿਹੜੇ ਪਾਪੀ ਲੋਕ ਹੈ ਨਾ, ਮਨਮੁਖ ਦਿਨ ਰਾਤ ਪਾਪ ਹੀ ਪਾਪ ਕਮਾਉਂਦੇ ਰਹਿੰਦੇ ਆ। ਹਰ ਸਮੇਂ ਉਹ ਪਾਪਾਂ ਦੇ ਵਿੱਚ, ਪਾਪਾਂ ਦਾ ਰੂਪ ਇਹ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਐ ਹਾਰ ਹੀ ਪਰੋ ਰਿਆ ਪਾਪਾਂ ਦਾ। ਪਾਪੇ ਪਚਹਿ ਪਚਾਏ, ਉਹ ਫਿਰ ਪਾਪਾਂ ਦੀ ਅੱਗ ਵਿੱਚ ਸੜਦੇ ਆ ਤੇ ਨਾਲੇ ਸੰਗੀਆਂ ਨੂੰ ਸਾੜਦੇ ਆ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਹੈ ਤਾਂ ਬੁਰਾ। ਉਹਨੂੰ ਪਾਪੀ ਨੂੰ ਪੁੱਛੋ ਵੀ ਤੂੰ ਕਿਉਂ ਕਰਦਾ ਹੈ? ਆ ਕਿਸੇ ਆਮਲੀ ਨੂੰ ਪੁੱਛੋ ਜਿਹੜਾ ਫੀਮ ਖਾਣ ਵਾਲਾ ਹੈ, ਡੋਡੇ ਪੀਂਦਾ, ਕਿਉਂ ਪੀਂਦਾ ਹੈ? ਕਹਿੰਦਾ ਜੀ ਪਿਆਰਾ ਲੱਗਦਾ। ਸ਼ਰਾਬ ਕਿਉਂ ਪੀਂਦਾ ਹੈ? ਪਿਆਰੀ ਲੱਗਦੀ ਹੈ। ਪਾਪ ਕਿਉਂ ਕਰਦਾ ਹੈ? ਪਾਪ ਪਿਆਰਾ ਲੱਗਦਾ ਹੈ। ਪਾਪ ਬੁਰਾ ਹੈ ਤਾਂ ਬੁਰਾ, ਪਾਪੀ ਕੋ ਪਿਆਰਾ, ਪਾਪੀ ਨੂੰ ਪਿਆਰਾ ਹੈ। ਇਸ ਕਰਕੇ ਫਿਰ ਇਹਦਾ ਅੱਗੇ ਚੱਲ ਕੇ ਨਤੀਜਾ ਕੀ ਨਿਕਲਦਾ? ਦੁੱਖ। ਫਿਰ ਧਾਹਾਂ ਮਾਰ ਕੇ ਰੋਂਦਾ। ਇਸ ਕਰਕੇ ਅਸੰਖ ਪਾਪੀ ਪਾਪ ਕਰ ਜਾਹੇ, ਪਾਪ ਹੀ ਪਾਪ ਕਰਦੇ ਰਹਿੰਦੇ ਨੇ। ਫਿਰ ਉਹਨਾਂ ਨੂੰ ਸੰਸਾਰ ਦੇ ਵਿੱਚ ਕਦੇ ਸੁੱਖ ਨਹੀਂ ਮਿਲਦਾ। ਪਾਪ ਹੀ ਪਹੁੰਚਾਉਂਦੇ, ਨਰਕਾਂ ਦੇ ਵਿੱਚ ਪਹੁੰਚਾ ਦਿੰਦੇ ਨੇ, ਪਚਦਾ ਸੜਦਾ ਹੈ। ਸੋ ਪ੍ਰਭ ਨਦਰ ਨ ਆਵੇ, ਉਹਨਾਂ ਨੂੰ ਉਹ ਪ੍ਰਭੂ ਪਰਮੇਸ਼ਰ ਨਿਗਾਹ ਨਹੀਂ ਆਉਂਦਾ, ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ ਹੈ, ਕਿਉਂਕਿ ਨੇਤਰ ਹੀ ਨਹੀਂ ਉਹਨਾਂ ਕੋਲ। ਅਗਿਆਨਤਾ ਦਾ ਮੋਤੀਆ ਹੀ ਐਸਾ ਮੋਤੀਆ ਬਿੰਦ ਉਤਰਿਆ ਹੋਇਆ ਹੈ। ਇਹ ਇਸ ਕਰਕੇ ਜਦੋਂ ਮੋਤੀਆ ਉਤਰਿਆ ਨਿਗਾਹ ਬੰਦ ਹੋ ਜਾਂਦੀ ਹੈ। ਅਗਿਆਨ ਦਾ ਮੋਤੀਆ ਉਤਰਿਆ ਹੈ, ਵਾਹਿਗੁਰੂ ਦੇਖਣ ਤੋਂ ਹਟ ਗਿਆ। ਮਨਮੁਖ ਬੂਝ ਨ ਪਾਏ, ਹੈ ਜੀ, ਮਨਮੁਖ ਬੂਝ ਨ ਪਾਏ। ਇਸ ਕਰਕੇ ਮਨਮੁਖਾਂ ਨੂੰ ਜਿਹੜੇ ਬੂਝ ਸਮਝ ਨਹੀਂ ਆ ਰਹੀ ਹੈ। ਜਿਸ ਵੇਖਾਲੇ ਸੋਈ ਵੇਖੈ, ਸਤਿਗੁਰੂ ਜੀ ਫਰਮਾਨ ਕਰਦੇ, ਜਿਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਵਾਹਿਗੁਰੂ ਦੇ ਸਰੂਪ ਦਾ ਦਰਸ਼ਨ ਕਰਾ ਦੇਣ, ਹਰ ਦਰਸ਼ਨ ਦੇਹੋ ਦਿਖਾਈ, ਉਹ ਦਿਖਾਉਂਦੇ ਨੇ ਸਤਿਗੁਰੂ ਜੀ। ਜਿਵੇਂ ਮਹਾਦੇਵ ਨੂੰ ਗੁਰੂ ਅਰਜਨ ਦੇਵ ਜੀ ਨੇ ਦਿਖਾਇਆ ਸੀ ਆਪਣੇ ਛੋਟੇ ਭਰਾਤਾ ਨੂੰ। ਨਾਨਕ ਗੁਰਮੁਖ ਪਾਏ, ਤੇ ਉਹ ਫਿਰ ਭਾਈ ਗੁਰਮੁਖ ਹੋ ਕਰਕੇ ਉਹੀ ਵੇਖਿਆ ਵੇਖਦਾ ਤੇ ਉਹੀ ਦਰਸ਼ਨ ਗੁਰਮੁਖ ਜਾਣੀ ਪਾਏ ਪਾਉਂਦੇ ਆ ਪਰਮੇਸ਼ਰ ਦਾ। ਮਨਮੁਖ ਨਹੀਂ ਦਰਸ਼ਨ ਪਾ ਸਕਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਕਲਯੁਗੀ ਅਗੀ ਜੀਵਾਂ ਦੇ ਕਲਿਆਣ ਵਾਸਤੇ। ਇੱਕ ਤਾਂ ਆਪ ਨਿਰੰਕਾਰ ਨੇ ਸੰਸਾਰ ਵਿੱਚ ਮੁਖੀ ਮਨੁੱਖੀ ਜਾਮੇ ਗੁਰੂ ਨਾਨਕ ਰੂਪ ਹੋ ਕਰਕੇ ਆਉਣਾ ਕੀਤਾ। ਦੂਸਰਾ ਫਿਰ ਸਦਾ ਰਹਿਣ ਵਾਲਾ ਆਪਣਾ ਸਰੂਪ ਬਾਣੀ ਦਾ, ਸਦਾ ਰਹਿਣ ਵਾਲਾ ਸਰੂਪ ਆਪਣਾ ਉਪਦੇਸ਼, ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਬਾਣੀ ਦੁਆਰਾ, ਸਾਡੇ ਉਪਦੇਸ਼ ਦੁਆਰਾ ਸਿੱਖਾਂ ਦੀ ਕਲਿਆਣ ਹੁੰਦੀ ਰਹੇ। ਤੇ ਸਤਿਗੁਰੂ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਰਸਨੇ ਨਹੀਂ ਜਿਹਦੇ ਨਾਲ ਧੰਨਵਾਦ ਕਰੀਏ ਗੁਰੂ ਦਾ। ਆਓ ਸਤਿਗੁਰੂ ਜੀ ਨੇ ਇੰਨੀ ਮਿੱਠੀ ਬਾਣੀ ਉਚਾਰਨ ਕੀਤੀ ਹੈ। ਬੜੇ ਬੜੇ ਵੇਦਾਂ ਦੇ ਬਖਤੇ ਵੀ ਗੁਰਬਾਣੀ ਦੇ ਪ੍ਰਮਾਣ ਦੇਣ ਲੱਗੇ। ਮਿੱਠੀ ਲੱਗਦੀ ਹੈ ਗੁਰਬਾਣੀ। ਗੁਰੂ ਕਿਰਪਾ ਕਰਿਆ। ਉਹ ਇੱਥੇ ਹੀ ਸਮਾਪਤੀ ਹੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਸੋ ਪ੍ਰਭ ਨਦਰ ਨ ਆਵਈ, ਮਨ ਮੁਖ ਬੂਝ ਨ ਪਾਏ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।